पेज के उत्ते दास हरविंदर सिंह जमशेदपुरी। किसानी अंदोलन जिहड़ा आ लगातार जारी आ, तुसीं वेख रहे हो। हालांकि सोशल मीडिया, कुछ को मीडिया, गोदी मीडिया जिन्हों आप कह लीए, सोशल मीडिया तो नहीं कहांगे क्योंकि सोशल मीडिया बहुत थावां दे विच साडी जिहड़ी गल है वो सच तक पहुँचा रहा आ, पर जो गल गोदी मीडिया की करिए तो वो तो इंज भंड रही आ इस किसानी अंदोलन नूं कि किसानी अंदोलन खत्म हो चुकिया, मुक चुकिया। पर इदां दी कोई भी गल नहीं है। साडे नाल खास तौर पर अज गलबात करने वास्ते शमशेर सिंह ब्रह्मपुरा, सुखविंदर सिंह जी ददेर, हरमिंदर सिंह जी जम्मू, होर भी सज्जन पतवंते उत्थे जिहड़े गुरमत ज्ञान मिशनरी कॉलेज तो लगातार, मैनूं लगदा है जदों तो ये अंदोलन चल रहा है उदों तो लगातार उत्थे बैठे हुए ने ते लोकां दी सेवा कर रहे ने। ते आपां उन्हां नाल गलबात करांगे ते सच्चाई दा पता तुहाडे सामने रखावांगे कि किद्दां जिहड़ी अफवाह फैलाई जा रही है वो असल 'च गल है कि। सो आपां स्वागत करते हैं वीर शमशेर सिंह जी ब्रह्मपुरा दा। वीर जी वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। वीर जी बहुत बहुत स्वागत है वीर जी तुहाडा, धन्नवाद तुसीं टाइम दिता। धन्नवाद जी तुहाडा, धन्नवाद। वीर जी पहला मेरा सवाल तुहाडे नाल शुरू करदा मैं कि अफवाह उड़ाई जा रही आ सोशल मीडिया के जरिए और जिन्हों आपां गोदी मीडिया कह लीए सीधे तौर पर, ਉਹਦੇ ਵੱਲੋਂ ਇਹ ਅਫਵਾਹ ਉਡਾਈ ਜਾ ਰਹੀ ਆ ਵੀ ਕਿਸਾਨ ਤੇ ਹੁਣ ਅੱਧੇ ਤੋਂ ਜ਼ਿਆਦਾ ਵਾਪਸ ਪਰਤ ਚੁੱਕੇ ਆ ਤੇ ਕਿਸਾਨੀ ਅੰਦੋਲਨ ਜਿਹੜਾ ਵਾ ਉਹ ਖਤਮ ਹੋ ਚੁੱਕਿਆ ਵਾ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਪਹਿਲਾਂ ਆਪਣੀ ਗੱਲ ਰੱਖੋ ਤੁਸੀਂ। ਹਾਂਜੀ ਵੀਰ ਜੀ, ਬੇਨਤੀ ਇਹ ਆ ਵੀ ਗੋਦੀ ਮੀਡੀਆ ਤੇ ਜਿਹੜਾ ਉਹ ਪਹਿਲੇ ਦਿਨ ਤੋਂ ਹੀ ਜ਼ੋਰ ਲਾ ਰਿਹਾ ਵੀ ਕਿਸਾਨ ਕਦੀ ਵੱਧ ਕਦੀ ਘੱਟ, ਕਦੀ ਖਾਲਿਸਤਾਨੀ, ਕਦੀ ਕਿੱਦਾਂ ਦੀਆਂ ਅਫਵਾਹਾਂ ਗੋਦੀ ਮੀਡੀਆ ਦੇ ਵੱਲੋਂ ਜਿਹੜੀਆਂ ਫੈਲਾਈਆਂ ਜਾ ਰਹੀਆਂ। ਹਾਂਜੀ, ਤੇ ਇਸੇ ਕਰਕੇ ਭਾਰਤ ਵਿੱਚ ਉਹਨਾਂ ਨੂੰ ਜਿਹੜਾ ਉਹ ਗੋਦੀ ਮੀਡੀਆ ਦਾ ਨਾਂ ਜਿਹੜਾ ਉਹ ਦਿੱਤਾ ਗਿਆ। ਤੇ ਰਹੀ ਗੱਲ ਅੰਦੋਲਨ ਦੀ ਵੀ 26 ਜਨਵਰੀ ਦਾ ਕਿਸਾਨ ਜਥੇਬੰਦੀਆਂ ਦੇ ਵੱਲੋਂ ਪ੍ਰੋਗਰਾਮ ਜਿਹੜਾ ਦਿੱਤਾ ਗਿਆ ਸੀ ਤੇ ਪੰਜਾਬ ਤੋਂ, ਹਰਿਆਣੇ ਤੋਂ ਤੇ ਹੋਰ ਬਹੁਤ ਸਾਰੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਟਰੈਕਟਰ ਟਰਾਲੀਆਂ ਲੈ ਕੇ ਜਿਹੜੇ ਸਾਡੇ ਕਿਸਾਨ ਮਜ਼ਦੂਰ ਭਰਾ ਵਾ ਉਹ ਦਿੱਲੀ ਮੋਰਚਿਆਂ ਤੇ ਪਹੁੰਚੇ ਸੀ। ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਕਾਫਲਾ ਵਾ ਉਹ ਦਿੱਲੀ ਦੇ ਬਾਰਡਰਾਂ ਦੇ ਉੱਪਰ ਜਿਹੜਾ ਵਾ ਉਹ ਪਹੁੰਚਿਆ ਸੀ ਤੇ ਬਹੁਤ ਵੱਡਾ ਇੱਕ ਕਾਫਲਾ ਬਣ ਕੇ ਤੇ ਬਾਰਡਰਾਂ ਤੋਂ ਜਿਹੜਾ ਉਹ ਪਰੇਡ ਕਰਨ ਵਾਸਤੇ ਜਿਹੜਾ ਰਵਾਨਾ ਹੋਇਆ ਸੀ। ਤੇ ਜਿੱਦਣ ਵਾਪਸੀ ਦੀ 26 ਤੋਂ ਬਾਅਦ, ਪਰੇਡ ਤੋਂ ਬਾਅਦ ਸਮਾਪਤੀ ਹੋਈ ਤੇ ਉਹੋ ਹੀ ਟਰੈਕਟਰ ਜਿਹੜੇ 26 ਤਰੀਕ ਦੇ ਪ੍ਰੋਗਰਾਮ ਵਾਸਤੇ ਸਪੈਸ਼ਲ ਪੰਜਾਬ ਤੋਂ ਇੱਥੇ ਆਏ ਆ, ਉਹੋ ਹੀ ਟਰੈਕਟਰ ਇਕੱਲੇ ਜਿਹੜੇ ਆ ਉਹ ਵਾਪਸ ਗਏ ਆ। ਹੁਣ ਵੀ ਬਾਰਡਰਾਂ ਤੇ ਜਿਹੜੀ ਰੌਣਕ ਆ ਉਹ ਜਿਉਂ ਦੀ ਤਿਉਂ ਹੀ ਮੌਜੂਦ ਆ। ਬਾਰਡਰਾਂ ਤੇ ਜਿਉਂ ਦੀਆਂ ਤਾਂ ਹੀ ਰੌਣਕਾਂ ਲੱਗੀਆਂ ਹੋਈਆਂ, ਲੰਗਰ ਇੱਥੇ ਚੱਲ ਰਹੇ ਆ। ਜਿਹੜੇ ਬਜ਼ੁਰਗ ਵਾ, ਜਿਹੜੇ ਸਾਡੇ ਨੌਜਵਾਨ ਭਰਾ ਵਾ, ਉਹ ਆਪੋ ਆਪਣੇ ਤਰੀਕੇ ਨਾਲ ਜਿਹੜੀਆਂ ਸੇਵਾਵਾਂ ਵਾ ਉਹਨਾਂ ਦੀਆਂ ਇੱਥੇ ਜਾਰੀ ਆ ਤੇ ਉਹ ਆਪਣੀਆਂ ਸੇਵਾਵਾਂ ਜਿਹੜੀਆਂ ਉਹ ਨਿਭਾ ਰਹੇ ਆ। ਤੇ ਮੋਰਚਾ ਜਿਹੜਾ ਵਾ ਅਜੇ ਵੀ ਚੜ੍ਹਦੀ ਕਲਾ ਵਿੱਚ ਆ। ਤੇ ਮੈਂ ਤੁਹਾਡੇ ਮਾਧਿਅਮ ਦੇ ਵੱਲੋਂ ਬੇਨਤੀ ਕਰਨਾ ਚਾਹੁੰਦਾ ਵੀ ਗੋਦੀ ਮੀਡੀਆ ਜਿਹੜੀਆਂ ਅਫਵਾਹਾਂ ਫੈਲਾ ਰਿਹਾ, ਇਹਨਾਂ ਅਫਵਾਹਾਂ ਤੋਂ ਜਿਹੜਾ ਵਾ ਉਹ ਸਾਨੂੰ ਸੁਚੇਤ ਰਹਿਣ ਦੀ ਜਿਹੜੀ ਆ ਉਹ ਲੋੜ ਆ। ਜੀ ਜੀ, ਕਿਉਂਕਿ ਕਾਰਨ ਇਹ ਆ ਵੀਰ ਜੀ, ਆਪਾਂ ਤੁਹਾਡੇ ਤੋਂ ਕਾਫੀ ਹਜ਼ਾਰੋਂ ਕਿਲੋਮੀਟਰ ਦੂਰ ਬੈਠੇ ਆ ਤੇ ਇੱਥੇ ਦੇ ਕੁਝ ਨੌਜਵਾਨਾਂ ਦਾ ਪਰਸਨਲੀ ਮੈਨੂੰ ਫੋਨ ਆਇਆ, ਕੁਛ ਪਤਵੰਤੇ ਸੱਜਣ ਜਿਹੜੇ ਸਾਡੇ ਜਮਸ਼ੇਦਪੁਰ ਦੇ ਵਿੱਚ ਨੇ ਜੋ ਕਮੇਟੀਆਂ ਨਾਲ ਸੰਬੰਧ ਰੱਖਦੇ ਨੇ। ਕਿਉਂਕਿ ਵੇਖੋ ਵੀਰ ਜੀ, ਸਿੱਧੀ ਜੀ ਗੱਲ ਆ, ਇੱਕ ਪਾਸੇ ਗੱਲ ਵੀ ਕਰਦੇ ਨੇ ਕਿ ਵੀ ਜਿਹੜਾ ਆਪਾਂ ਕਿਸਾਨੀ ਅੰਦੋਲਨ ਦੇ ਨਾਲ ਆ ਤੇ ਦੂਜੇ ਪਾਸੇ ਗੱਲ ਇਹ ਵੀ ਕਰਦੇ ਨੇ ਵੀ ਮੀਡੀਆ ਦੇ ਵਿੱਚ ਤਾਂ ਇਹ ਦਿਖਾ ਰਿਹਾ ਵਾ। ਤੇ ਕਹਿਣ ਦਾ ਭਾਵ ਆ ਵੀਰ ਜੀ, ਸਾਨੂੰ ਕਾਫੀ ਜ਼ਿਆਦਾ ਜਿਹੜੀ ਆ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਰਿਹਾ ਆ। ਪਰ ਇਸੇ ਕਰਕੇ ਆਪਾਂ ਜਿਹੜੀ ਹੈ ਤੁਹਾਡੇ ਜ਼ਰੀਏ, ਕਿਉਂਕਿ ਤੁਸੀਂ ਲਗਾਤਾਰ, ਮੈਨੂੰ ਲੱਗਦਾ 26 ਨਵੰਬਰ ਨੂੰ ਇਹ ਧਰਨਾ ਜਿਹੜਾ ਆ ਪ੍ਰਦਰਸ਼ਨ ਸ਼ੁਰੂ ਹੋਇਆ ਸੀ, 27 ਨਵੰਬਰ ਤੋਂ। ਹਾਂਜੀ, 27 ਨਵੰਬਰ ਤੋਂ ਤੁਸੀਂ ਗੁਰਮਤ ਗਿਆਨ ਮਿਸ਼ਨਰੀ ਕਾਲਜ ਵੱਲੋਂ ਉੱਥੇ ਬੈਠੇ ਹੋਏ ਹੋ, ਡਟੇ ਹੋਏ ਹੋ, ਹੈ ਨਾ ਜੀ? ਹਾਂਜੀ ਹਾਂਜੀ। ਤੇ ਸਾਨੂੰ ਜਿਹੜਾ ਆ ਇੱਥੇ ਦੇ ਨੌਜਵਾਨ, ਕੁਛ ਜਿਹੜੇ ਬਜ਼ੁਰਗ ਨੇ, ਕੁਛ ਹੋਰ ਸੱਜਣ ਨੇ, ਉਹ ਬਾਰ-ਬਾਰ ਆ ਕੇ ਪੁੱਛਦੇ ਨੇ ਜਾਂ ਕਾਲ ਕਰਦੇ ਨੇ ਵੀ ਉੱਥੇ ਦੀ ਸਥਿਤੀ ਕੀ ਹੈ। ਔਰ ਦੂਜੀ ਜਿਹੜੀ ਗੱਲ ਆ ਵੀਰ ਜੀ, ਤੁਸੀਂ ਚਲੋ ਇਹ ਤਾਂ ਕਲੀਅਰ ਕਰ ਦਿੱਤੀ ਵੀ ਮਾਹੌਲ ਜਿੱਦਾਂ ਦਾ ਆ ਉੱਦਾਂ ਦਾ ਹੀ ਆ, ਕੋਈ ਫਰਕ ਨਹੀਂ ਪਿਆ ਉਹਦੇ ਵਿੱਚ। ਦੂਜੀ ਚੀਜ਼ ਜਿਹੜੀ ਆ ਅਫਵਾਹਾਂ ਦੇ ਵਿੱਚ ਬਹੁਤ ਜ਼ਿਆਦਾ ਉੱਡ ਰਹੀ ਆ ਵੀ 26 ਤਰੀਕ ਤੋਂ ਬਾਅਦ ਜਿਹੜਾ ਆ ਮਾਹੌਲ ਜਿਹੜਾ ਆ ਉਹ ਕਿਸਾਨਾਂ ਦਾ ਥੋੜ੍ਹਾ ਜਿਹਾ ਖਰਾਬ ਹੋਇਆ ਆ। ਇਹਦੇ ਬਾਰੇ ਵੀ ਥੋੜ੍ਹਾ ਜਿਹਾ ਜਾਣਕਾਰੀ ਸਾਡੇ ਤੇ ਚਾਨਣਾ ਪਾ ਦਿਓ ਤੁਸੀਂ। ਹਾਂਜੀ ਵੀਰ ਜੀ, ਜਿਹੜਾ 26 ਤਰੀਕ ਦਾ ਮਾਹੌਲ ਆ, ਉਦਣ ਇੱਥੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿਹੜਾ ਉਹ ਪਰੇਡ ਦਾ ਸੱਦਾ ਦਿੱਤਾ ਗਿਆ ਸੀ
ਤੇ ਜਿਹਦੇ ਵਿੱਚ ਕੁਝ ਨੌਜਵਾਨ ਜਿਹੜੇ ਆ ਉਹਨਾਂ ਵੱਲੋਂ ਰਾਤ ਨੂੰ ਫੈਸਲਾ ਕੀਤਾ ਸੀ ਵੀ ਰਿੰਗ ਰੋਡ ਤੇ ਜਾਣਾ, ਤੇ ਇੱਕ ਜਥੇਬੰਦੀ ਵੀ ਜਿਹੜੀ ਆ ਉਹਨਾਂ ਨੇ ਫੈਸਲਾ ਕੀਤਾ ਸੀ ਵੀ ਰਿੰਗ ਰੋਡ ਤੇ ਜਾਣਾ। ਤੇ ਉਸ ਤੋਂ ਬਾਅਦ ਜਿਹੜੀ ਭੀੜ ਵਾ ਉਹ ਆਪ ਮੁਹਾਰੇ ਜਿਹੜੀ ਆ ਉਹ ਲਾਲ ਕਿਲੇ ਵਾਲੇ ਪਾਸੇ ਜਿਹੜੀ ਆ ਉਹ ਚਲੀ ਜਾਂਦੀ ਆ। ਸੋ ਮੈਂ ਇੱਥੇ ਇਹੋ ਬੇਨਤੀ ਕਰਦਾ ਵੀ ਜਿਹੜਾ ਸਾਰਾ 26 ਦਾ ਘਟਨਾਕ੍ਰਮ ਵਾਪਰਿਆ ਇਹਨੂੰ ਆਪਾਂ ਛੱਡ ਕੇ ਤੇ ਜਿਹੜੀ ਅਗਲੀ ਮੋਰਚੇ ਦੀ ਰਣਨੀਤੀ ਆ ਜਾਂ ਜਿਹੜੀ ਮੋਰਚੇ ਦੀ ਅਗਲੀ ਗੱਲਬਾਤ ਆ, ਸਾਨੂੰ ਸਾਰਿਆਂ ਨੂੰ ਜਿਹੜਾ ਉਹ ਆਪਣਾ ਧਿਆਨ ਉਸੇ ਪਾਸੇ ਵੱਲ ਜਿਹੜਾ ਉਹ ਕੇਂਦਰਿਤ ਕਰਨਾ ਚਾਹੀਦਾ। ਬਿਲਕੁਲ। ਤੇ ਕਿਉਂਕਿ ਜੋ ਕੁਝ ਬੀਤਿਆ ਵਾ ਉਹਦੇ ਵਿੱਚ ਕਮੀਆਂ ਵੀ ਆ, ਬੇਸ਼ੀਆਂ ਵੀ ਆ, ਬਹੁਤ ਕੁਝ ਉਹਦੇ ਵਿੱਚ ਜਿਹੜੇ ਉਤਰਾਅ ਚੜਾਅ ਵਾ, ਬੜੀਆਂ ਗੱਲਾਂ ਬਾਤਾਂ ਵਾ ਵੀ ਜੇ ਇਹਨਾਂ ਗੱਲਾਂ ਬਾਤਾਂ ਨੂੰ ਆਪਾਂ ਹੁਣ ਡਿਸਕਸ ਕਰਨ ਲੱਗੀਏ ਤੇ ਮੈਨੂੰ ਨਹੀਂ ਲੱਗਦਾ ਵੀ ਇਹਦੇ ਵਿੱਚ ਕੁਝ ਕੱਢਣ ਪਾਉਣ ਵਾਸਤੇ ਜਿਹੜਾ ਹੋਊਗਾ। ਹੁਣ ਤਾਂ ਸਾਡਾ ਸਾਰਿਆਂ ਦਾ ਇੱਕੋ ਗੱਲ ਤੇ ਜ਼ੋਰ ਲੱਗਣਾ ਚਾਹੀਦਾ ਵੀ ਮੋਰਚੇ ਦੇ ਵਿੱਚ ਆਣ ਕੇ ਅਸੀਂ ਵੱਧ ਤੋਂ ਵੱਧ ਹੋਰ ਰੌਣਕਾਂ ਵਧਾਈਏ ਤਾਂ ਕਿ ਅਸੀਂ ਮੋਰਚੇ ਨੂੰ ਜਿਹੜਾ ਉਹ ਜਿੱਤ ਤੱਕ ਲੈ ਸਕੀਏ। ਸਾਡੇ ਵਾਸਤੇ ਬੜਾ ਜ਼ਰੂਰੀ ਆ ਕਿਉਂਕਿ ਇਹੋ ਜਿਹਾ ਜਿਹੜਾ ਮਾਹੌਲ ਆ ਇਹ ਵਾਰ-ਵਾਰ ਨਹੀਂ ਵੱਜਦਾ। ਇਹੋ ਜਿਹੇ ਜਿਹੜੇ ਲੋਕਾਂ ਦੀ ਭਾਈਚਾਰਕ ਜਿਹੜੀ ਸਾਂਝ ਆ ਉਹ ਵਾਰ-ਵਾਰ ਇਸ ਤਰ੍ਹਾਂ ਇਕੱਠੀ ਨਹੀਂ ਹੁੰਦੀ ਵੀ ਇੰਨੀ ਪਾਵਰ ਇਕੱਠੀ ਕਰਨੀ ਜਿਹੜੀ ਆ ਉਹ ਬੜੀ ਮੁਸ਼ਕਲ ਆ। ਸਦੀਆਂ ਦੇ ਬਾਅਦ ਕਿਤੇ ਇੱਕ ਅੱਧੀ ਵਾਰ ਅਜਿਹਾ ਵੇਲਾ ਆਉਂਦਾ ਵੀ ਜਿੱਥੇ ਲੋਕ ਇਕਜੁੱਟ ਹੋ ਕੇ ਬੈਠਦੇ ਆ, ਆਪਣੇ ਹੱਕਾਂ ਦੀ ਗੱਲ ਕਰਦੇ ਆ। ਨਹੀਂ ਤੇ ਤੁਸੀਂ ਵੇਖੋ ਵੀ ਪਹਿਲਾਂ ਤਾਂ ਲੋਕਾਂ ਦਾ ਏਦਾਂ ਦਾ ਮਾਹੌਲ ਸੀ ਵੀ ਭਰਾ ਨੂੰ ਵੇਖ ਕੇ ਕੁਛ ਨਹੀਂ ਸੀ, ਪਰਿਵਾਰਾਂ ਦੇ ਪਰਿਵਾਰ ਪਾਟੇ ਪਏ ਸਨ। ਕੁਦਰਤ ਨੇ ਇੱਕ ਇਹੋ ਜਿਹੀ ਖੇਡ ਵਰਤਾਈ ਆ ਵੀ ਪੰਜਾਬ ਹਰਿਆਣਾ ਜਿਨ੍ਹਾਂ ਦਾ ਕਿ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਸਦਾ ਹੀ ਪਾੜੋ ਤੇ ਰਾਜ ਕਰੋ ਵਾਲੀ ਨੀਤੀ ਦਾ ਜਿਹੜਾ ਉਹਨੂੰ ਵਰਤਦਿਆਂ ਹੋਇਆ ਉਹਨਾਂ ਨੇ ਪਾੜਾ ਪਾ ਕੇ ਰੱਖਣ ਦੀ ਜਿਹੜੀ ਕੋਸ਼ਿਸ਼ ਕੀਤੀ ਸੀ। ਪਰ ਹੁਣ ਪੰਜਾਬ ਤੇ ਹਰਿਆਣੇ ਦੇ ਲੋਕਾਂ ਦਾ ਏਡਾ ਵਧੀਆ ਇੱਕ ਦੂਜੇ ਦੇ ਨਾਲ ਤਾਲਮੇਲ ਆ, ਏਡਾ ਵਧੀਆ ਇਹਨਾਂ ਦਾ ਭਾਈਚਾਰਾ ਵੀ ਹਰ ਇੱਕ ਜਿਹੜੇ ਇੱਥੇ ਮੋਰਚੇ ਵਿੱਚ ਪਹੁੰਚੇ ਹੋਏ ਵੀਰ ਆ ਇੱਕ ਦੂਜੇ ਦੇ ਸਾਂਝੀ ਜੀ ਰਹੇ ਆ। ਇਹ ਆਪਣੇ ਆਪ 'ਚ ਇੱਕ ਬਹੁਤ ਵੱਡੀ ਗੱਲ ਆ। ਬਿਲਕੁਲ ਬਿਲਕੁਲ ਬਿਲਕੁਲ। ਹਾਂ, ਜਿਹੜੀ ਸਾਨੂੰ ਗੁਰੂ ਸਾਹਿਬ ਨੇ ਬਾਣੀ ਰਾਹੀਂ ਸੇਧ ਦਿੱਤੀ ਆ, ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਿਧਾ ਦੂਰ ਕਰੋ ਲਿਵਲਾਈ, ਵੀ ਅੱਜ ਉਹ ਜਿਹੜੀ ਚੀਜ਼ ਆ ਇੱਥੇ ਪ੍ਰਤੱਖ ਹੁਣ ਅਸੀਂ ਜਦੋਂ ਰਾਤ ਨੂੰ ਵੇਖਦੇ ਆ ਸਾਰਾ ਦਿਨ ਵਿਚਾਰੇ ਬਜ਼ੁਰਗ ਜਿਹੜੇ ਆ ਉਹ ਟਰਾਲੀਆਂ ਦੇ ਵਿੱਚ ਰਹਿੰਦੇ ਆ ਤੇ ਟਰਾਲੀਆਂ ਦੀ ਪਹਿਰੇਦਾਰੀ ਕਰਦੇ ਆ। ਨੌਜਵਾਨ ਜਿਹੜੇ ਆ ਉਹ ਆਸੇ ਪਾਸੇ ਸੇਵਾਵਾਂ ਨਿਭਾਉਂਦੇ ਆ ਤੇ ਰਾਤ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਇੱਥੇ ਰਾਤ ਨੂੰ ਪਹਿਰਾ ਦੇ ਰਹੇ ਆ ਵੀ ਆਪੋ ਆਪਣੀਆਂ ਟਰਾਲੀਆਂ ਦੀ, ਆਸੇ ਪਾਸੇ ਵਾਲੇ ਲੋਕਾਂ ਦੀ ਤੇ ਬਜ਼ੁਰਗਾਂ ਦੀ ਜਿਹੜੀ ਆ ਉਹ ਅਸੀਂ ਹਿਫਾਜ਼ਤ ਕਰ ਸਕੀਏ। ਤੇ ਬੜਾ ਲੋਕਾਂ ਦਾ ਇੱਥੇ ਏਕਾ ਵਾ, ਬੜਾ ਪਿਆਰ ਵਾ, ਬੜਾ ਸਤਿਕਾਰ ਆ ਤੇ ਲੋਕ ਬੜੇ ਹੀ ਸੋਹਣੇ ਤਰੀਕੇ ਦੇ ਨਾਲ ਜਿਹੜੇ ਮੋਰਚੇ ਦੇ ਵਿੱਚ ਆਪੋ ਆਪਣੀਆਂ ਜਿਹੜੀਆਂ ਭੂਮਿਕਾਵਾਂ ਉਹ ਨਿਭਾ ਰਹੇ ਆ। ਤੇ ਜਿਹੜੀ ਗੱਲ 26 ਦੀ ਹੈ, 26 ਦੇ ਵਿੱਚ ਪਰੇਡ ਦਾ ਜਿਹੜਾ ਪ੍ਰੋਗਰਾਮ ਦਿੱਤਾ ਸੀ ਤੇ ਉਹਦੇ ਵਿੱਚ ਕੁਝ ਲੋਕਾਂ ਨੇ ਜਿਹੜਾ ਉਹ ਖਲਲ ਪਾਉਣ ਦਾ ਜਿਹੜਾ ਯਤਨ ਕੀਤਾ, ਪਰ ਮਾਲਕ ਦੀ ਕਿਰਪਾ ਦੇ ਨਾਲ ਜਿਹੜਾ ਮੋਰਚਾ ਵਾ ਉਹ ਹੁਣ ਵੀ ਚੜ੍ਹਦੀ ਕਲਾ ਵੱਲ ਜਾ ਰਿਹਾ ਤੇ ਚੜ੍ਹਦੀ ਕਲਾ ਦੇ ਵਿੱਚ ਹੈ। ਤੇ ਮੈਂ ਤਾਂ ਤੁਹਾਡੇ ਮਾਧਿਅਮ ਦੇ ਰਾਹੀਂ ਇਹੋ ਗੱਲ ਸਾਰੇ ਸਰੋਤਿਆਂ ਨੂੰ ਕਹਿਣਾ ਚਾਹੁੰਦਾ ਵੀ ਚੜ੍ਹਦੀ ਕਲਾ ਵਿੱਚ ਅਸੀਂ ਰਹਿਣਾ। ਇਹ ਜਿਹੜਾ ਮੋਰਚਾ ਜਿੱਤਣਾ ਨਾ ਹੁਣ ਪੰਜਾਬ ਦੇ ਵਾਸਤੇ ਇੱਕ ਮਜਬੂਰੀ ਬਣ ਗਈ ਆ। ਹਾਂ, ਕਿਉਂਕਿ 1947 ਤੋਂ ਬਾਅਦ ਬੜੀਆਂ ਸੱਟਾਂ ਅਸੀਂ ਖਾਧੀਆਂ। 1947 ਤੋਂ ਬਾਅਦ ਬੜੇ ਬੁਰੇ ਵਕਤ ਜਿਹੜੇ ਆ ਉਹ ਪੰਜਾਬ ਨੇ ਗਾਲੇ ਆ। ਬੜੇ ਬੁਰੇ ਵਕਤਾਂ ਦੇ ਵਿੱਚੋਂ ਜਿਹੜਾ ਪੰਜਾਬ ਲੰਘਿਆ, ਪਰ ਇਸ ਵਾਰ ਇੱਕ ਇਹੋ ਜਿਹਾ ਮਾਹੌਲ ਬਣਿਆ ਹੋਇਆ ਤੇ ਮੈਂ ਸਾਰੇ ਸਰੋਤਿਆਂ ਨੂੰ ਬੇਨਤੀ ਵੀ ਇਹੋ ਕਰਨਾ ਵੀ ਵੱਧ ਤੋਂ ਵੱਧ ਪਹੁੰਚੀਏ ਤੇ ਆਪਾਂ ਮੋਰਚੇ ਨੂੰ ਜਿੱਤ ਵਾਲੇ ਪਾਸੇ ਲੈ ਕੇ ਜਾਈਏ ਤੇ ਜਿੱਤ ਵਾਲੇ ਪਾਸੇ ਜਾ ਕੇ ਜਿਹੜਾ ਉਹ ਆਪਾਂ ਆਪਣੇ ਪੰਜਾਬ ਨੂੰ ਜਿਹੜਾ ਸਾਰੇ ਜਣੇ ਬਚਾਉਣ ਦਾ ਜਿਹੜਾ ਯਤਨ ਕਰੀ। ਕਮੀਆਂ ਪੇਸ਼ੀਆਂ ਬੜੀਆਂ ਹੋਣਗੀਆਂ, ਪੂਰੀ ਜ਼ਿੰਦਗੀ ਪਈ ਆ ਉਹਨਾਂ ਕਮੀਆਂ ਪੇਸ਼ੀਆਂ ਨੂੰ ਬਾਅਦ ਵਿੱਚ ਜਾ ਕੇ ਜਿਹੜਾ ਉਹ ਆਪਾਂ ਡਿਸਕਸ ਜਿਹੜਾ ਉਹ ਕਰਦੇ ਰਹਾਂਗੇ। ਹਾਂਜੀ ਜੀ, 4 ਬਾਰਡਰਾਂ ਦਾ ਜ਼ਿਕਰ ਕੀਤਾ ਜਾ ਰਿਹਾ ਵਾ। ਇੱਕ ਗਾਜ਼ੀਪੁਰ ਬਾਰਡਰ ਕੀਤਾ ਜਾ ਰਿਹਾ, ਇੱਕ ਟਿਕਰੀ ਬਾਰਡਰ ਕੀਤਾ ਜਾ ਰਿਹਾ, ਇੱਕ ਸਿੰਘੂ ਬਾਰਡਰ ਕੀਤਾ ਜਾ ਰਿਹਾ, ਇੱਕ ਬਾਰਡਰ ਦਾ ਹੋਰ ਨਾਂ ਆ ਰਿਹਾ ਆ ਸ਼ਾਹਜਹਾਂਪੁਰ। ਜੀ ਹਾਂ। ਇੱਕ ਕਿਉਂਕਿ ਅਫਵਾਹਾਂ ਦੀ ਗੱਲ ਲਗਾਤਾਰ ਜਿਹੜੀ ਆ ਉਹ ਚੱਲ ਰਹੀ ਹੈ ਤੁਹਾਡੇ ਨਾਲ, ਤੇ ਇਹ ਵੀ ਤੁਸੀਂ ਦੱਸ ਦਿਓ ਸਰੋਤਿਆਂ ਨੂੰ ਕਿ ਇਹਨਾਂ 4 ਬਾਰਡਰਾਂ ਦੇ ਵਿੱਚੋਂ ਕਿਸੇ ਵੀ ਇੱਕ ਬਾਰਡਰ ਦੇ ਵਿੱਚ ਕੋਈ ਕਮੀ ਪੇਸ਼ੀ ਦਿਸ ਰਹੀ ਹੈ, ਕੋਈ ਇੱਦਾਂ ਦਾ ਮਾਹੌਲ ਦਿਖ ਰਿਹਾ ਜਾਂ ਕਿ ਕਿਸਾਨ ਜਿਹੜੇ ਆ ਉਹ ਪਿਛਾਂਹ ਨੂੰ ਜਾ ਰਹੇ ਆ ਜਾਂ ਲੋਕ ਵਾਪਸ ਮੁੜ ਰਹੇ ਆ? ਨਹੀਂ ਵੀਰ ਜੀ, ਏਦਾਂ ਦੀ ਕੋਈ ਗੱਲਬਾਤ ਨਹੀਂ ਆ। ਅਸੀਂ ਲਗਭਗ ਜਿਵੇਂ ਤੁਸੀਂ ਪਹਿਲਾਂ ਸਰੋਤਿਆਂ ਨੂੰ ਦੱਸਿਆ ਵੀ 27 ਨਵੰਬਰ ਦੇ 25 ਤੇ 26 ਨਵੰਬਰ ਨੂੰ ਅਸੀਂ ਕਿਸਾਨ ਵੀਰਾਂ ਵਾਸਤੇ ਜਿਹੜੇ ਪੰਜਾਬ ਤੋਂ ਦਿੱਲੀ ਵੱਲ ਨੂੰ ਆ ਰਹੇ ਉਹਨਾਂ ਵਾਸਤੇ ਲੰਗਰ ਦਾ ਪ੍ਰਬੰਧ ਕੀਤਾ ਸੀ। ਉਸ ਤੋਂ ਬਾਅਦ ਉਹਨਾਂ ਭਰਾਵਾਂ ਦੇ ਨਾਲ ਹੀ ਅਸੀਂ 27 ਤਰੀਕ ਦੇ ਦਿੱਲੀ ਆਏ ਹੋਏ ਆ ਤੇ ਜਿੰਨਾ ਰਸ਼ ਪਹਿਲਾਂ ਸੀ 26 ਨਵੰਬਰ ਤੋਂ ਪਹਿਲਾਂ ਜਿਹੜੀਆਂ ਕੁਝ ਟਰਾਲੀਆਂ ਪੰਜਾਬ ਤੇ ਹਰਿਆਣੇ ਦੇ ਵਿੱਚੋਂ ਵਿਸ਼ੇਸ਼ ਤੌਰ ਤੇ ਜਿਹੜੀਆਂ ਉਹ ਸੱਦੀਆਂ ਗਈਆਂ ਸੀ, ਜਿਹਦੇ ਵਿੱਚ
ਜਿਹੜਾ ਪਰੇਡ ਦਾ ਪ੍ਰੋਗਰਾਮ ਜਿਹੜਾ ਉਲੀਕਿਆ ਗਿਆ ਸੀ, ਉਸ ਤੋਂ ਬਾਅਦ ਉਹੀ ਟਰਾਲੀਆਂ ਜਿਹੜੀਆਂ ਉਹ ਵਾਪਸ ਪੰਜਾਬ ਤੇ ਹਰਿਆਣੇ ਨੂੰ ਗਈਆਂ। ਤੇ ਜਿਹੜੀਆਂ ਟਰਾਲੀਆਂ ਪਹਿਲਾਂ ਯੂਨੀਅਨ ਦੇ ਨਾਲ ਮੋਰਚੇ ਦੇ ਵਿੱਚ ਪਹੁੰਚੀਆਂ ਸੀ, ਅੱਜ ਵੀ ਉਹ ਟਰਾਲੀਆਂ, ਅੱਜ ਵੀ ਉਹ ਬੰਦੇ ਜਿਹੜੇ ਆ ਜਿਉਂ ਦੇ ਤਿਉਂ ਹੀ ਜਿਹੜੇ ਆ ਮੋਰਚੇ ਦੇ ਵਿੱਚ ਡਟੇ ਹੋਏ ਆ। ਬਾਕੀ ਸਾਰੇ ਬਾਰਡਰਾਂ ਦੀ ਜੇ ਆਪਾਂ ਗੱਲ ਕਰੀਏ ਤੇ ਜਿੱਥੋਂ ਤੱਕ ਸਾਡੇ ਵੀਰ ਉਹਨਾਂ ਬਾਰਡਰਾਂ ਤੇ ਮੌਜੂਦ ਵਾ, ਜਿਨ੍ਹਾਂ ਦੇ ਨਾਲ ਸਾਡਾ ਜਿਹੜਾ ਸੰਪਰਕ ਹੁੰਦਾ, ਵੀ ਉਹ ਜਿਹੜੇ ਬਾਰਡਰ ਵਾ ਉੱਥੇ ਜਿਹੜੇ ਲੱਗੇ ਹੋਏ ਮੋਰਚੇ ਆ ਉਹ ਵੀ ਪੂਰੀ ਚੜ੍ਹਦੀ ਕਲਾ ਵਿੱਚ ਆ। ਜਿਹੜਾ ਸ਼ਾਹਜਹਾਂਪੁਰ ਲੱਗਾ ਹੋਇਆ ਮੋਰਚਾ, ਉਹਦੇ ਤੋਂ ਕੁਝ ਵੀਰ ਜਿਹੜੇ ਆ ਉਹ ਅੱਗੇ ਆ ਗਏ ਸੀ, ਕੁਝ ਵੀਰ ਪਿੱਛੇ ਰਹਿ ਗਏ ਸੀ। ਪਰ ਇਸ 26 ਦੀ ਘਟਨਾ ਤੋਂ ਬਾਅਦ ਹੁੱਲੜਬਾਜ਼ਾਂ ਨੇ ਕੁਝ ਕੁ ਉੱਥੇ ਹੁੱਲੜਬਾਜ਼ੀਆਂ ਕਰਨ ਦਾ ਜਿਹੜਾ ਉਹ ਯਤਨ ਕੀਤਾ, ਤੇ ਉਸ ਤੋਂ ਬਾਅਦ ਜਿਹੜੇ ਵੀਰ ਆ ਉਹ ਵੀ ਇੱਕ ਥਾਂ ਤੇ ਇਕੱਠੇ ਹੋ ਕੇ ਤੇ ਉਹ ਵੀ ਬਾਰਡਰ ਤੇ ਡਟੇ ਹੋਏ ਆ। ਟਿੱਕਰੀ ਬਾਰਡਰ ਦਾ ਜਿਹੜਾ ਮੋਰਚਾ ਵਾ ਉਹ ਵੀ ਪੂਰੀ ਚੜ੍ਹਦੀ ਕਲਾ ਦੇ ਨਾਲ ਜਿਹੜਾ ਉਹ ਚੱਲ ਰਿਹਾ। ਤੇ ਸਿੰਘੂ ਬਾਰਡਰ ਤੇ ਜਿਹੜੇ ਕੁਝ ਸ਼ਰਾਰਤੀ ਅੰਸਰ, ਅੱਜ ਵੀ ਅਫਵਾਹ ਉਹਨਾਂ ਦੇ ਬਾਰੇ ਫੈਲਾਈ ਗਈ ਸੀ, ਕੱਲ ਵੀ ਉਹ ਆਏ, ਪਰਸੋਂ ਵੀ ਉਹ ਆਏ, ਤੇ ਪਰ ਹਾਲ ਦੀ ਘੜੀ ਸਰਕਾਰਾਂ ਦੇ ਜਿਹੜੇ ਭੇਜੇ ਬੰਦੇ ਆ ਉਹਨਾਂ ਦਾ ਕੋਈ ਬਹੁਤਾ ਜ਼ਿਆਦਾ ਜਿਹੜਾ ਅਸਰ ਨਹੀਂ ਹੋ ਰਿਹਾ। ਸਿਰਫ ਇਸ ਤਰ੍ਹਾਂ ਕਹਿ ਲਓ ਵੀ ਮੀਡੀਆ ਦੇ ਵਿੱਚ ਇੱਕ ਨਿਊਜ਼ ਨੂੰ ਕ੍ਰੀਏਟ ਕਰਨ ਦੇ ਵਾਸਤੇ ਜਿਹੜੀਆਂ ਸਾਰੀਆਂ ਗੱਲਾਂ ਉਹ ਸਿਰਜੀਆਂ ਜਾਂਦੀਆਂ। ਰਹੀ ਗੱਲ ਗਾਜੀਪੁਰ ਬਾਰਡਰ ਦੀ, ਗਾਜੀਪੁਰ ਬਾਰਡਰ ਜਿਹੜਾ ਇੱਕ ਦਿਨ ਸਰਕਾਰ ਨੇ ਮਤਲਬ ਪੂਰਾ ਜ਼ੋਰ ਲਾਇਆ, ਬੀਜੇਪੀ ਦੇ 2 MLA ਆਪਣੇ ਨਾਲ ਕੁਝ ਗੁੰਡੇ ਲੈ ਕੇ ਤੇ ਉਸੇ ਬਾਰਡਰ ਤੇ ਪਹੁੰਚੇ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਇਹ ਮੋਰਚਾ ਇਹ ਖਦੇੜਿਆ ਜਾਵੇ। ਪਰ ਉਸ ਤੋਂ ਬਾਅਦ ਯੂਪੀ ਵਾਲੇ ਲੋਕਾਂ ਨੇ, ਹਰਿਆਣੇ ਵਾਲੇ ਲੋਕਾਂ ਨੇ ਰਾਤੋਂ ਰਾਤ ਮੋਰਚੇ ਦੇ ਵਿੱਚ ਆਪਣੀ ਜਿਹੜੀ ਸ਼ਮੂਲੀਅਤ ਉਹ ਕੀਤੀ ਆ। ਤੇ ਜਿਹੜਾ ਗਾਜੀਪੁਰ ਵਾਲਾ ਮੋਰਚਾ ਵਾ ਉਹ ਵੀ ਪੂਰੀ ਚੜ੍ਹਦੀ ਕਲਾ ਦੇ ਨਾਲ ਜਿਹੜਾ ਉਹ ਚੱਲ ਰਿਹਾ ਜੀ। ਬਹੁਤ ਵਧੀਆ। ਸੋ ਤੁਸੀਂ ਜਿਹੜੀ ਜਾਣਕਾਰੀ ਦਿੱਤੀ ਆ ਵੀਰ ਜੀ, ਹੋ ਸਕਦਾ ਇਸ ਜਾਣਕਾਰੀ ਨਾਲ ਜਿਹੜੇ ਲੋਕ ਭਰਮਾਂ ਦੇ ਵਿੱਚ ਪਏ ਹੋਏ ਆ ਉਹਨਾਂ ਦੀ ਅੱਖਾਂ ਖੁੱਲ ਜਾਣ। ਤੇ ਹਾਂ, ਇੱਕ ਗੱਲ ਵੀ ਜੀ ਹੋਰ ਵੀ, ਗੋਦੀ ਮੀਡੀਆ ਦੀਆਂ ਅਫਵਾਹਾਂ ਤੋਂ ਜਿਹੜਾ ਉਹ ਬਚਣ ਦੀ ਲੋੜ ਵਾ। ਮਤਲਬ ਉਹ ਹਰ ਇੱਕ ਸੈਗਮੈਂਟ ਨੂੰ ਜਿਹੜਾ ਉਹ ਬੜੇ ਖਤਰਨਾਕ ਤਰੀਕੇ ਦੇ ਨਾਲ ਪੇਸ਼ ਕਰਦੇ ਵੀ ਲੋਕਾਂ ਨੂੰ ਡਰਾ ਇੰਨਾ ਦਿਓ, ਲੋਕਾਂ ਦੇ ਮਨ ਵਿੱਚ ਇੰਨੀ ਕੁ ਜ਼ਿਆਦਾ ਨਿਰਾਸ਼ਤਾ ਭਰ ਦਿਓ, ਉੱਥੇ ਕੁਝ ਨਹੀਂ ਹੈਗਾ, ਉੱਥੇ ਸਾਰੇ ਲੋਕ ਵਾਪਸ ਆ ਰਹੇ। ਵੀ ਇਹਨਾਂ ਸਾਰੀਆਂ ਅਫਵਾਹਾਂ ਤੋਂ ਜਿਹੜਾ ਉਹ ਬਚਣ ਦੀ ਲੋੜ ਵਾ। ਜੇ ਕੋਈ ਤੁਹਾਡਾ ਵੀਰ ਭਰਾ ਇਸ ਮੋਰਚੇ ਦੇ ਵਿੱਚ ਡਟਿਆ ਹੋਇਆ, ਤੁਸੀਂ ਉਹਨੂੰ ਫੋਨ ਕਰਕੇ ਪੁੱਛੋ ਵੀ ਇੱਥੋਂ ਦੀ ਕੀ ਸਿਚੁਏਸ਼ਨ ਆ, ਇੱਥੋਂ ਦੇ ਕੀ ਹਾਲਾਤ ਆ। 26 ਤੋਂ ਬਾਅਦ ਬੜੀ ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਗਈਆਂ, ਸਾਰੇ ਲੋਕ ਘਰਾਂ ਨੂੰ ਜਾ ਰਹੇ ਆ, ਮੋਰਚਾ ਜਿਹੜਾ ਵਾ ਉਹਦੇ ਵਿੱਚ ਨਿਗਾਰ ਆਉਣਾ ਸ਼ੁਰੂ ਹੋ ਗਿਆ। ਮਤਲਬ ਬੜੀ ਤਰ੍ਹਾਂ ਦੀਆਂ ਅਫਵਾਹਾਂ ਜਿਹੜੀਆਂ ਫੈਲਾਈਆਂ ਗਈਆਂ। ਪਰ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਬੇਨਤੀ ਕਰੂੰਗਾ ਵੀ ਮੋਰਚਾ ਅਜੇ ਵੀ ਪੂਰਾ ਚੜ੍ਹਦੀ ਕਲਾ ਦੇ ਨਾਲ ਚੱਲ ਰਿਹਾ। ਦਿਨ ਪ੍ਰਤੀ ਦਿਨ ਜਿਹੜਾ ਰਸ਼ ਵਾ ਉਹ ਇੱਥੇ ਵੱਧ ਰਿਹਾ, ਰੌਣਕਾਂ ਇੱਥੇ ਵੱਧ ਰਹੀਆਂ ਵਾ, ਤੇ ਸਾਰੇ ਵੀਰ ਬੜੀ ਚੜ੍ਹਦੀ ਕਲਾ ਦੇ ਨਾਲ ਮੋਰਚੇ ਦੇ ਵਿੱਚ ਜਿਹੜੀਆਂ ਉਹ ਸੇਵਾਵਾਂ ਜਿਹੜੀਆਂ ਨਿਭਾ ਰਹੇ ਆ। ਨਿੱਕੀ ਮੋਟੀ ਘਟਨਾ ਕਿਤੇ ਮਾੜੀ ਮੋਟੀ ਕਿਤੇ ਵਾਪਰ ਜਾਂਦੀ ਆ, ਤੇ ਇਹਨਾਂ ਸਾਰੀਆਂ ਘਟਨਾਵਾਂ ਤੋਂ ਜਿਹੜਾ ਨਾ ਡਰਨ ਦੀ ਲੋੜ ਆ, ਨਾ ਘਬਰਾਉਣ ਦੀ ਲੋੜ ਹੈ। ਇੱਕ ਦਿਨ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਸਾਡੇ ਤੇ ਤਾਂ ਉਹ ਸਮਾਂ ਆਇਆ ਵੀ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਜਿਹੜੇ 2 ਲਖਤੇ ਜਿਗਰ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਜਾਂਦੇ ਆ, ਪਰ ਪਾਤਸ਼ਾਹ ਤਾਂ ਵੀ ਨਹੀਂ ਡੋਲੇ। ਉਸ ਤੋਂ ਬਾਅਦ ਉਹਨਾਂ ਨੇ ਬੜਾ ਲੰਮਾ ਪੰਧ ਤੈਅ ਕੀਤਾ ਵੀ ਅਸੀਂ ਵੀ ਉਸੇ ਬਾਜਾਂ ਵਾਲੇ ਦੇ ਜਿਹੜੇ ਪੁੱਤਰ ਤੇ ਚੜ੍ਹਦੀ ਕਲਾ ਵਿੱਚ ਰਹਿ ਕੇ ਤੇ ਆਪਣੇ ਪੰਜਾਬ ਨੂੰ ਜਿਹੜਾ ਉਹ ਜਿਤਾਉਣਾ ਤੇ ਪੰਜਾਬ ਦੇ ਹੱਕ ਵਿੱਚ ਖੜਨਾ, ਤੇ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਇਹ ਦੱਸਣਾ ਵੀ ਤੁਹਾਡੇ ਖਾਤਰ ਅਸੀਂ ਇਹਨਾਂ ਬਾਰਡਰਾਂ ਤੇ ਬਹਿ ਕੇ ਉਹਦੀਆਂ ਠੰਡਾਂ ਦੇ ਵਿੱਚ ਜਿਹੜੀਆਂ ਉਹ ਲੜਾਈਆਂ ਲੜਦੇ ਰਹੇ ਹਾਂ। ਜੀ ਬਿਲਕੁਲ ਬਿਲਕੁਲ। ਸੋ ਵੀਰ ਜੀ, ਆਪ ਜੀ ਦੇ ਨਾਲ ਸੁਖਵਿੰਦਰ ਸਿੰਘ ਜੀ ਦਦੇਰ ਜੀ ਵੀ ਹੈ ਨੇ। ਮੈਂ ਚਾਹਾਂਗਾ ਮੈਂ ਉਹਨਾਂ ਨਾਲ ਵੀ ਕੁਝ ਵਿਚਾਰ ਚਰਚਾ ਕਰਾਂ ਤੇ ਤੁਸੀਂ ਉਹਨਾਂ ਨਾਲ ਵੀ ਸਾਡੀ ਗੱਲਬਾਤ ਕਰਾਓ ਤਾਂ ਕਿ ਸਰੋਤਿਆਂ ਤੱਕ ਉਹਨਾਂ ਦੀ ਵੀ ਜਿਹੜੀ ਵਿਚਾਰ ਹੈ ਪਹੁੰਚ ਸਕੇ। ਹਾਂਜੀ ਜੀ ਵੀਰ ਜੀ, ਜ਼ਰੂਰ। ਹਾਂਜੀ ਜੀ ਜੀ ਹਾਂਜੀ। ਵੀਰ ਸੁਖਵਿੰਦਰ ਸਿੰਘ ਜੀ ਦਦੇਰ ਵੀਰ ਜੀ ਸਾਡੇ ਨਾਲ ਜੁੜ ਚੁੱਕੇ ਨੇ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਵੇਖਿਆ ਜਾ ਰਿਹਾ ਹੈ ਲਗਾਤਾਰ ਜਿਹੜਾ ਇਸ ਮੁਹਿੰਮ ਦੇ ਵਿੱਚ, ਇਸ ਅੰਦੋਲਨ ਦੇ ਵਿੱਚ, ਕਿਸਾਨੀ ਅੰਦੋਲਨ ਵਿੱਚ, ਮੈਂ ਕਹਾਂਗਾ ਪਰਸਨਲੀ ਮੇਰੀ ਆਪਣੀ ਰਾਏ ਹੈ ਕਿ ਤੁਹਾਡਾ ਇੱਕ ਬਹੁਤ ਵੱਡਾ ਯੋਗਦਾਨ ਰਿਹਾ ਆ। ਕਿਉਂਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬੜੇ ਪ੍ਰਚਾਰਕ ਵੇਖੇ ਨੇ, ਬਹੁਤ ਜਿਹੜੇ ਨੇ ਧਰਮ ਦੀ ਪ੍ਰਚਾਰ ਵੀ ਕਰਦੇ ਨੇ, ਪਰ ਪਹਿਲਾ ਐਸਾ ਪ੍ਰਚਾਰਕ ਵੇਖਿਆ ਜਿਹੜਾ ਲਗਾਤਾਰ ਬਿਨਾਂ ਕਿਸੇ ਸੰਕੋਚ ਦੇ ਉੱਥੇ ਸੇਵਾਵਾਂ ਵੀ ਕਰ ਰਿਹਾ ਹੈ ਤੇ ਉੱਥੇ ਜਿਹੜੀਆਂ ਲਗਾਤਾਰ ਡਿਊਟੀ ਵੀ ਨਿਭਾ ਰਿਹਾ ਹੈ। ਤੇ ਵੀਰ ਜੀ, ਤੁਹਾਡੇ ਜਜ਼ਬੇ ਨੂੰ ਪਹਿਲਾਂ ਤੇ ਮੇਰਾ ਸਲਾਮ ਹੈ। ਧੰਨਵਾਦ ਜੀ, ਬਹੁਤ ਬਹੁਤ। ਇਹ ਸਾਡਾ ਫਰਜ਼ ਬਣਦਾ, ਕਿਸੇ ਸਿਰ ਅਹਿਸਾਨ ਨਹੀਂ ਆ ਜੀ। ਤੇ ਜਦੋਂ ਸਾਡੇ ਭੈਣ ਭਰਾ ਬਜ਼ੁਰਗ ਇਸ ਹਾਲਾਤ 'ਚ ਬੈਠੇ ਨੇ, ਠੰਡ 'ਚ ਬੈਠੇ ਨੇ, ਹਾਂਜੀ, ਮੁਸ਼ਕਿਲਾਂ ਦੇ ਵਿੱਚ ਬੈਠੇ ਨੇ ਜੀ, ਤਾਂ ਉਹਨਾਂ ਨੂੰ ਸੰਭਾਲਣਾ, ਉਹਨਾਂ ਦੀ ਸੇਵਾ ਕਰਨੀ, ਇਹ ਸਾਡਾ ਭਈ
ਮੁੱਢਲਾ ਫਰਜ਼ ਆ। ਬਿਲਕੁਲ ਬਿਲਕੁਲ ਬਿਲਕੁਲ। ਇਸ ਲਈ ਕੋਸ਼ਿਸ਼ ਕਰ ਰਹੇ ਹਾਂ, ਜ਼ਰੂਰੀ ਨਹੀਂ ਕਿ ਸਾਰੇ ਮਾਪਦੰਡਾਂ ਤੇ ਖਰੇ ਉਤਰੀਏ, ਪਰ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨਾ ਵੀ ਵੱਧ ਤੋਂ ਵੱਧ ਹੋ ਸਕੇ ਉਹ ਇਸ ਮੋਰਚੇ ਦੇ ਵਿੱਚ ਰਹਿ ਕੇ ਸੇਵਾ ਕਰ ਸਕੀਏ। ਜੀ ਜੀ ਜੀ, ਲੱਗੇ ਹੋਏ ਆ, ਬਸ ਧੰਨਵਾਦ ਆ ਤੁਹਾਡਾ। ਜੀ ਜੀ ਜੀ। ਸੋ ਵੀਰ ਜੀ, ਸਭ ਤੋਂ ਇੰਪੋਰਟੈਂਟ ਗੱਲ ਜਿਹੜਾ ਹੁਣੇ ਫੇਸਬੁੱਕ ਦੇ ਵਿੱਚ ਬਹੁਤ ਜ਼ਿਆਦਾ ਘੁੰਮ ਰਿਹਾ ਆ, ਮੈਂ ਉਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਨਾ ਚਾਹਾਂਗਾ ਕਿ ਸਾਡੇ ਜਿਹੜੇ ਕਿਸਾਨੀ ਅੰਦੋਲਨ ਦੇ ਜਿਹੜੇ ਸਾਡੇ ਆਗੂ ਨੇ ਉਹਨਾਂ ਬਾਰੇ ਬਹੁਤ ਜ਼ਿਆਦਾ ਜਿਹੜਾ ਆ ਖਿਲਾਰਾ ਫੇਸਬੁੱਕ ਦੇ ਵਿੱਚ ਕੁਝ ਫੇਸਬੁੱਕੀ ਵਿਦਵਾਨ ਉਹ ਪਾ ਰਹੇ ਨੇ। ਤੁਹਾਡਾ ਇਸ ਬਾਬਤ ਕੀ ਵਿਚਾਰ ਹੈ? ਕਿਉਂ ਮਨੇ ਕਿਹੜਾ ਪੱਖ ਤੁਸੀਂ ਕਹਿੰਦੇ ਹੋ ਸਹੀ ਹੈ, ਕਿਹੜਾ ਪੱਖ ਗਲਤ ਹੈ? ਕਿ ਜਿਹੜੇ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੇ ਸਾਡੇ ਆਗੂ ਨੇ ਉਹ ਤੁਸੀਂ ਕਿਸ ਐਂਗਲ ਨਾਲ ਵੇਖਦੇ ਹੋ? ਗੱਲ ਹੈ ਜੀ ਕਿ ਵੇਖੋ, ਜਦੋਂ ਏਡਾ ਵੱਡਾ ਖਿਲਾਰਾ ਹੋਵੇ, ਇੰਨੇ ਲੋਕ ਇਕੱਠੇ ਹੋਏ ਹੋਣ, ਇਹਦੇ ਚ ਉਤਰਾਅ ਚੜਾਅ ਵਾਧ ਘਾਟ ਆਉਂਦਾ ਹੀ ਰਹਿੰਦਾ, ਚੱਲਦੀ ਰਹਿੰਦੀ ਹੈ ਗੱਲ। ਤਾਂ ਗੱਲ ਆ ਕਿ ਅੰਦੋਲਨ ਚੱਲ ਰਿਹਾ, ਅੰਦੋਲਨ ਨੇ ਕਈ ਪੜਾਅ ਤੈਅ ਕੀਤੇ ਆ ਜੀ। ਜੇ ਗਿਣਿਆ ਜਾਵੇ ਤਾਂ ਅੰਦੋਲਨ ਨੇ ਕਈ ਜਿੱਤਾਂ ਪ੍ਰਾਪਤੀਆਂ ਵੀ ਜਿਹੜੀਆਂ ਉਹ ਕਰ ਲਈਆਂ। ਜਿਹੜੀ ਸਰਕਾਰ ਪਹਿਲਾਂ ਆਉਣ ਨਹੀਂ ਸੀ ਦੇਣਾ ਚਾਹੁੰਦੀ, ਹਾਂਜੀ, ਉਹ ਸਰਕਾਰ ਆਉਣ ਤੋਂ ਬਾਅਦ ਫਿਰ ਗੱਲ ਨਹੀਂ ਸੀ ਕਰਨਾ ਚਾਹੁੰਦੀ। ਹਾਂਜੀ, ਫਿਰ ਗੱਲ ਸ਼ੁਰੂ ਹੋਈ ਤੇ ਮੰਨਣਾ ਨਹੀਂ ਸੀ ਚਾਹੁੰਦੀ। ਫਿਰ ਉਹੀ ਸਰਕਾਰ ਸੋਧਾਂ ਕਰਨ ਵੱਲ ਤੁਰ ਪਈ। ਸੋਧਾਂ ਕਰਦੀ ਕਰਦੀ ਫਿਰ 2 ਸਾਲ ਉਹਨੂੰ ਰੋਕਣ ਲਈ ਤੁਰ ਪਈ। ਮਤਲਬ ਸਰਕਾਰ ਮੰਨ ਚੁੱਕੀ ਹੈ ਕਿ ਇਹ ਸਾਰਾ ਕੁਛ ਜੋ ਵੀ, ਉਹ ਆਖਰ ਜਿੱਦਾਂ ਦੇ ਵੀ ਹੈਗੇ ਆ, ਜੋ ਵੀ ਹੈਗੇ ਆ, ਇਹਨਾਂ ਕਿਸਾਨ ਆਗੂਆਂ ਨੇ ਇੱਥੋਂ ਤੱਕ ਲਿਆਂਦਾ ਨਾ। ਬਿਲਕੁਲ ਬਿਲਕੁਲ। ਤਾਂ ਇਸ ਕਰਕੇ ਇਹ ਇੱਕ ਸਰਕਾਰੀ ਪ੍ਰਾਪੇ ਕੰਡਾ ਵੀ ਆ। ਇਹ ਜਿਹੜੇ ਬੰਦੇ ਇਸ ਅੰਦੋਲਨ ਦੀ ਅਗਵਾਈ ਕਰ ਰਹੇ ਆ, ਉਹਨਾਂ ਦੇ ਖਿਲਾਫ ਧੂਆਂਧਾਰ ਪ੍ਰਚਾਰ ਕਰੋ ਤੇ ਕਰਵਾਓ, ਜਦ ਕਿ ਸੱਚਾਈ ਜਿਹੜੀ ਆ ਉਹ ਪਾਸੇ ਰਹਿ ਜਾਂਦੀ ਆ ਤੇ ਅਸੀਂ ਅਫਵਾਹਾਂ ਦੇ ਸ਼ਿਕਾਰ ਹੋ ਜਾਂਦੇ ਆ। ਜਦ ਕਿ ਹੁਣ ਦੇਖੋ, ਜਿਹੜੀ ਗੱਲ ਇਹ ਵਾਰ-ਵਾਰ ਵੀ ਇੱਥੇ ਤਾਂ ਸਭ ਲੋਕ ਘਰਾਂ ਨੂੰ ਮੁੜ ਗਏ, ਖਾਲੀ ਹੋ ਗਿਆ। ਕੋਈ ਕਹੀ ਜਾਂਦਾ ਉੱਥੇ ਲੰਗਰ ਨਹੀਂ ਰਹਿ ਗਿਆ। ਲੰਗਰ ਵੀ ਲੱਗੇ ਅੱਜ ਮੈਂ ਦਿਨੇ ਵੀ, ਕਿਉਂਕਿ ਇੱਥੇ ਨੈਟ ਦੀ ਮੁਸ਼ਕਲ ਵੀ ਬਹੁਤ ਜ਼ਿਆਦੀ ਆ। ਹਾਂਜੀ, ਤੇ ਫਿਰ ਵੀ ਅਸੀਂ ਕੋਸ਼ਿਸ਼ ਕਰਕੇ ਦਿਨੇ ਅੱਜ ਲੋਕਾਂ ਨੂੰ ਦਿਖਾਇਆ ਕਿ ਦੇਖੋ ਕਿੱਦਾਂ ਇੱਥੇ ਰਸ਼ ਵੀ ਆ, ਇੱਥੇ ਲੰਗਰ ਵੀ ਲੱਗੇ ਹੋਏ ਆ, ਸਾਰਾ ਕੁਝ ਚੱਲ ਰਿਹਾ ਜੀ। ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਗੀ। ਜਿਹੜੇ ਲੋਕ ਚਲੋ ਅੰਦੋਲਨ ਚ ਆ ਉਹ ਤਾਂ ਹੈਗੇ ਹੀ ਆ। ਹਾਂਜੀ, ਉਹਦੇ ਚ ਮੈਂ ਇਹ ਵੀ ਦਿਖਾਇਆ ਸੀਗਾ ਕਿ ਜਿਹੜੇ ਆਮ ਲੋਕ ਆ ਅਜੇ ਵੀ ਹੁਣ ਵੇਖੋ 8:30 ਹੋ ਗਏ ਆ ਜੀ, ਆਟੋ ਚੱਲ ਰਹੇ ਆ, ਜਿਹੜੇ ਦਿੱਲੀ ਤੋਂ ਸਵਾਰੀਆਂ ਲੈ ਕੇ ਸੋਨੀਪਤ ਨੂੰ ਜਾਂਦੇ ਆ, ਸੋਨੀਪਤ ਤੋਂ ਸਵਾਰੀਆਂ ਲੈ ਕੇ ਇਸ ਅੰਦੋਲਨ ਦੇ ਵਿੱਚ ਦੀ ਦਿੱਲੀ ਨੂੰ ਲੈ ਕੇ ਆ ਰਹੇ ਆ। ਬਾਰਡਰ ਭਾਵੇਂ ਬੰਦ ਆ, ਉਹ ਬਾਰਡਰ ਦੇ ਉਰਲੇ ਪਾਸੇ ਖਲੋਂਦੇ ਆ, ਉੱਥੋਂ ਸਵਾਰੀਆਂ ਲਾ ਦਿੰਦੇ ਆ, ਉੱਥੋਂ ਚੜਾ ਲੈਂਦੇ ਆ ਜੀ। ਤਾਂ ਜਿਹੜੇ ਆਮ ਲੋਕ ਆ ਸ਼ਹਿਰ ਦੇ, ਉਹ ਇੱਥੇ ਲੋਕਲ ਸਕੂਟਰਾਂ ਦੇ ਉੱਤੇ, ਮੋਟਰਸਾਈਕਲਾਂ ਦੇ ਉੱਤੇ ਇੱਧਰ ਉੱਧਰ ਜਾ ਰਹੇ ਆ। ਕੋਈ ਵੀ ਇੱਥੇ ਵੇਖੋ ਰੌਲਾ ਨਹੀਂ ਆ। ਪਰ ਜਿਹੜਾ ਮੀਡੀਆ ਆ ਸਰਕਾਰ ਦਾ, ਉਹ ਇਹ ਅਫਵਾਹਾਂ ਵੀ ਉੱਥੇ ਤੇ ਹਿੰਸਕ ਹੋ ਗਏ ਆ, ਉੱਥੇ ਤਾਂ ਪਤਾ ਨਹੀਂ ਕੌਣ ਬੈਠੇ ਆ, ਉੱਥੇ ਤੇ ਪਤਾ ਨਹੀਂ ਕੀ ਚੱਲ ਰਿਹਾ, ਉੱਥੇ ਤੇ ਪਤਾ ਨਹੀਂ ਕਿੱਦਾਂ ਹੋ ਗਿਆ। ਉਹ ਨਿੱਕੀ ਨਿੱਕੀ ਗੱਲ ਨੂੰ ਵੀ ਜਿਹੜਾ ਨਾ ਉਹ ਏਦਾਂ ਬਣਾ ਕੇ ਪੇਸ਼ ਕਰਦੇ ਆ ਵੀ ਜਿੱਦਾਂ ਬਹੁਤ ਵੱਡਾ ਕੋਈ ਗੁਨਾਹ ਹੋ ਗਿਆ ਹੋਵੇ। ਤਾਂ ਗੱਲ ਇਹ ਆ ਕਿ ਫੇਸਬੁੱਕ ਦੀ ਇੱਕ ਦੁਨੀਆ ਵੱਖਰੀ ਆ ਜੀ, ਪਰ ਜੋ ਇੱਥੇ ਦੇ ਅਸਲੀਅਤ ਵਿੱਚ ਹਾਲਾਤ ਨੇ ਉਹ ਉਹਦੇ ਨਾਲੋਂ ਵੱਖਰੇ ਆ। ਬਿਲਕੁਲ। ਤਾਂ ਗੱਲ ਇਹ ਆ ਕਿ ਇਹੀ ਗੱਲ ਧਿਆਨ 'ਚ ਰੱਖਣ ਦੀ ਲੋੜ ਆ ਕਿ ਭਾਵੇਂ ਜੋ ਮਰਜ਼ੀ ਹੋਵੇ, ਅਸੀਂ ਆਪਸ ਵਿੱਚ ਜਾਬਤੇ 'ਚ ਰਹੀਏ ਜੀ, ਏਕਤਾ ਵਿੱਚ ਰਹੀਏ,
ਭਰਮ ਭੁਲੇਖਿਆਂ ਨੂੰ ਇੱਕ ਦੂਜੇ ਤੱਕ ਨਾ ਫੈਲਾਈਏ। ਜੇ ਕੋਈ ਮਾੜੀ ਮੋਟੀ ਗੱਲ ਹੈਗੀ ਵੀ ਆ ਤਾਂ ਉਹਨੂੰ ਅਸੀਂ ਆਪ ਵੀ ਰੋਕ ਸਕਦੇ ਹਾਂ, ਉਹਨੂੰ ਫੈਲਾਈਏ ਨਾ। ਜਦੋਂ ਹੁਣ ਫੇਸਬੁੱਕ ਤੇ ਅਸੀਂ ਮੰਨ ਲਓ ਵਾਰ-ਵਾਰ ਆਪਣੇ ਲੀਡਰਾਂ ਦੇ ਪ੍ਰਤੀ ਲਿਖੀ ਜਾਵਾਂਗੇ ਇਹ ਗਲਤ ਨੇ, ਮਾੜੇ ਨੇ, ਮੈਂ ਕਹਿੰਦਾ ਹੁੰਦੀਆਂ ਗਲਤੀਆਂ ਜਿੱਥੇ ਵੱਡੇ ਸਿਲਸਿਲੇ ਦੇ ਵਿੱਚ ਚੱਲਦੇ ਆ ਕੁਛ ਵੱਧ ਘੱਟ ਹੋ ਵੀ ਜਾਂਦਾ ਆ, ਪਰ ਕਮ ਸੋ ਕਮ ਲੋਕਾਂ ਦਾ ਵਿਸ਼ਵਾਸ ਤਾਂ ਨਾ ਟੁੱਟੇ। ਜਿਹੜੇ ਲੋਕ ਫੇਸਬੁੱਕ ਨੂੰ ਵੇਖਣਗੇ, ਪੜ੍ਹਨਗੇ, ਉਹ ਕੀ ਸੋਚਣਗੇ ਕਿ ਇੱਥੇ ਜੋ ਹੋ ਰਿਹਾ ਗਲਤ ਆ, ਅਸੀਂ ਸਾਨੂੰ ਜਾਣ ਦੀ ਲੋੜ ਹੀ ਕੀ ਆ, ਉੱਥੇ ਮਦਦ ਕਰਨ ਦੀ ਲੋੜ ਕੀ ਆ ਜਦੋਂ ਏਦਾਂ ਦੇ ਬੰਦੇ ਉੱਥੇ ਬੈਠੇ ਆ। ਯੈਸ, ਬਿਲਕੁਲ। ਤਾਂ ਸਰਕਾਰ ਇਹੋ ਹੀ ਚਾਹੁੰਦੀ ਆ ਕਿ ਇਹ ਬੰਦੇ ਬਦਨਾਮ ਹੋ ਜਾਣ, ਇਹ ਬੰਦੇ ਜਿਹੜੇ ਆ ਕਾਹੇ ਜੋਗੇ ਨਾ ਰਹਿ ਜਾਣ। ਜਦੋਂ ਇਹਨਾਂ ਦੀ ਸਪੋਰਟ ਟੁੱਟ ਗਈ, ਇਹਨਾਂ ਦਾ ਸਾਰਾ ਸਿਲਸਿਲਾ ਟੁੱਟ ਗਿਆ, ਆਪਣੇ ਆਪ ਹੀ ਖਤਮ ਹੋ ਜਾਏਗਾ। ਯੈਸ। ਤੋ ਠੀਕ ਆ, ਜਿਹੜੀਆਂ ਗਲਤੀਆਂ ਹੁੰਦੀਆਂ ਰਹਿੰਦੀਆਂ ਉਹਨਾਂ ਨੂੰ ਸੁਧਾਰਨਾ ਵੀ ਨਾਲ ਨਾਲ ਚਾਹੀਦਾ ਹੈ, ਸੁਧਾਰਦੇ ਵੀ ਰਹਿੰਦੇ ਆ ਜੀ। ਤੇ ਸਾਨੂੰ ਸਾਰਿਆਂ ਨੂੰ ਪੂਰਾ ਇਕਜੁੱਟਤਾ ਦੇ ਨਾਲ ਇਸ ਮਸਲੇ ਦੇ ਉੱਤੇ ਤੁਰਨਾ ਚਾਹੀਦਾ। ਕਾਰਨ ਉਹਦਾ ਇਹ ਵੀ ਹੈ ਕਿ ਜੇ ਅੱਜ ਮੋਰਚੇ ਨੂੰ ਕੋਈ ਠੇਸ ਪਹੁੰਚਦੀ ਆ ਤਾਂ ਜਿੰਨੇ ਕਿਸੇ ਵੀ ਵੀਰ ਭੈਣ ਨੇ ਕਿਸੇ ਥਾਂ ਤੇ ਵੀ ਕੋਈ ਥੋੜੀ ਬਹੁਤੀ ਵੀ ਮੰਨ ਲਓ ਮਦਦ ਕੀਤੀ, ਹਿੱਸਾ ਪਾਇਆ ਆਪਣਾ ਖੂਨ ਪਸੀਨੇ ਚੋਂ, ਹਾਂਜੀ, ਉਹਨੂੰ ਕਿੱਡੀ ਵੱਡੀ ਠੇਸ ਪਹੁੰਚੂਗੀ ਵੀ ਇਹ ਬੰਦੇ ਕੀ ਕਰਦੇ ਆ। ਸਹੀ, ਬਿਲਕੁਲ। ਸਾਨੂੰ ਸਾਰਿਆਂ ਨੂੰ ਏਦਾਂ ਧਿਆਨ ਰੱਖਣਾ ਚਾਹੀਦਾ ਕਿ ਜਿਹੜਾ ਵੀ ਸਿਲਸਿਲਾ ਇਹ ਚੱਲ ਰਿਹਾ ਆ ਇਹ ਸਾਰਿਆਂ ਲਈ ਕਹਿ ਲਓ ਕਿ ਇੱਕ ਹੋਂਦ ਦਾ ਮਸਲਾ ਆ, ਸਾਰਿਆਂ ਦੀ ਜਿਹੜੀ ਆ ਉਹ ਇੱਜ਼ਤ ਦਾ ਮਸਲਾ ਬਣਿਆ ਹੋਇਆ ਆ, ਸਾਰਿਆਂ ਦਾ ਹੀ। ਜੇ ਇਹ ਮੋਰਚਾ ਸਫਲ ਹੁੰਦਾ ਆ ਤਾਂ ਜਿੱਤ ਸਾਰਿਆਂ ਦੀ ਆ। ਜੇ ਇਹ ਕਿਸੇ ਕਾਰਨ ਕੋਈ ਦਿੱਕਤ ਪਹੁੰਚਦੀ ਆ ਤਾਂ ਉਹ ਨੁਕਸਾਨ ਵੀ ਆਪਣਾ ਸਾਰਿਆਂ ਦਾ ਹੀ ਆ, ਇਕੱਲਾ ਇੱਕ ਧਿਰ ਦਾ ਜਾਂ ਇੱਕ ਕਿਸੇ ਸੂਬੇ ਦਾ ਜਾਂ ਕਿਸੇ ਇੱਕ ਜਮਾਤ ਦਾ ਨਹੀਂ ਹੋਣਾ। ਉਸ ਨੁਕਸਾਨ ਵੀ ਸਾਰਿਆਂ ਦਾ ਹੀ ਹੋਣਾ, ਭਾਵੇਂ ਕਿਸੇ ਨੇ ਘਰੋਂ ਬਹਿ ਕੇ ਕੋਈ ਮਦਦ 10 ਰੁਪਈਆਂ ਦੀ ਦਿੱਤੀ ਆ ਤੇ ਭਾਵੇਂ ਕਿਸੇ ਨੇ ਇੱਥੇ ਆਣ ਕੇ ਆਪਣੇ ਸਿਰ ਵਿੱਚ ਸੱਟਾਂ ਖਾਧੀਆਂ, ਉਹ ਸਾਰੇ ਹੀ ਬਰਾਬਰ ਨੇ। ਬਿਲਕੁਲ। ਇਸ ਕਰਕੇ ਸਾਨੂੰ ਪੂਰੇ ਜਾਬਤੇ 'ਚ ਰਹਿ ਕੇ ਢੰਗ ਤਰੀਕੇ ਨਾਲ ਇਸ ਗੱਲ ਨੂੰ ਜਿਹੜਾ ਵਾ ਉਹ ਲੈ ਕੇ ਚੱਲਣਾ ਚਾਹੀਦਾ, ਸਮਝਣਾ ਚਾਹੀਦਾ ਆ ਕਿ ਸਾਡਾ ਮੱਥਾ ਸਰਕਾਰ ਨਾਲ ਲੱਗਾ ਜੀ। ਮੈਂ ਕੱਲ ਪਰਸੋਂ ਵੀ ਫੇਸਬੁੱਕ ਤੇ ਕਿਹਾ ਸੀਗਾ ਕਿ ਜਿਹੜਾ ਤੁਸੀਂ ਆਪਸੀ ਵੱਟ ਵਿਰੋਧ ਇੱਕ ਦੂਜੇ ਨਾਲ ਫੇਸਬੁੱਕ ਤੇ ਲੜੀ ਜਾਂਦੇ ਆ, ਇਹ ਤੋਪਾਂ ਦੇ ਮੂੰਹ ਤੁਸੀਂ ਸਰਕਾਰ ਵੱਲ ਕਰੋ ਭਾਈ। ਬਿਲਕੁਲ, ਬਹੁਤ ਵਧੀਆ। ਤਾਂ ਸਰਕਾਰ ਨੂੰ ਘੇਰੋ, ਸਰਕਾਰ ਦੀਆਂ ਗਲਤੀਆਂ ਕੱਢੋ, ਸਰਕਾਰ ਦੇ ਜਿਹੜੇ ਐਸੇ ਹੋ ਹੁੱਲੇ ਵਾਲੀਆਂ ਗੱਲਾਂ ਵਾ, ਜਿਹੜੇ ਹਮਲੇ ਕਰਾ ਰਹੇ ਆ, ਬੀਜੇਪੀ ਬਹੁਤ ਕੁਛ ਕਰਵਾ ਰਹੀ ਆ। ਜਿਨ੍ਹਾਂ ਨੇ ਕੱਲ ਪੱਥਰਬਾਜ਼ੀ ਕੀਤੀ ਸੀ ਉਹ ਬੰਦੇ ਮਤਲਬ ਬੀਜੇਪੀ ਦੇ ਨਿਕਲੇ ਆ, ਜਿਹੜੇ ਇਹਨਾਂ ਦੇ ਖਾਸਮ ਖਾਸ ਜਿਹੜੇ ਇਹਨਾਂ ਦੇ ਵੱਡਿਆਂ ਲੀਡਰਾਂ ਦੇ ਨਾਲ ਤੁਰੇ ਫਿਰਦੇ ਆ ਜੀ। ਬਿਲਕੁਲ ਬਿਲਕੁਲ। ਤਾਂ ਉਹ ਲੋਕਾਂ ਨੇ ਪਛਾਣ ਕੇ ਨਸ਼ਰ ਵੀ ਕੀਤੇ ਆ ਸੋਸ਼ਲ ਮੀਡੀਆ ਦੇ ਉੱਤੇ ਵੀ ਆਹ ਬੰਦੇ ਵੇਖੋ, ਆਹ ਇਹਦੇ ਨਾਲ ਖਲੋਤਾ, ਇਹਦੇ ਨਾਲ ਖਲੋਤਾ, ਇਹਦੇ ਨਾਲ ਖਲੋਤਾ। ਬਿਲਕੁਲ। ਤਾਂ ਉਹ ਲੋਕਲ ਬੰਦੇ ਨਹੀਂ ਸੀਗੇ। ਸੋ ਇਹ ਜਿਹੜੀਆਂ ਗੱਲਾਂ ਬਾਤਾਂ ਆ, ਸਾਨੂੰ ਇਹਨਾਂ ਨੂੰ ਸਮਝ ਕੇ ਸਾਨੂੰ ਉਸੇ ਪਾਸੇ ਨੂੰ ਦੱਬ ਕੇ ਰੱਖਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਹੱਥਾਂ ਪੈਰਾਂ ਦੀ ਪਈ ਰਵੇ ਵੀ ਇਹ ਸੂਤਰ ਕਿੱਦਾਂ ਆਊਗਾ, ਇਹਨੂੰ ਕਿੱਦਾਂ ਰੋਕਿਆ ਜਾ ਸਕਦਾ, ਜਾਂ ਮਤਲਬ ਇਹਦਾ ਹੱਲ ਕੀ ਕੱਢਿਆ ਜਾ ਸਕਦਾ। ਜਦੋਂ ਅਸੀਂ ਆਪਸ ਵਿੱਚ ਲੜਾਂਗੇ ਤਾਂ ਉਹਨਾਂ ਦੀ ਜਾਨ ਸੌਖੀ ਆ। ਯੈਸ। ਹਾਂ, ਉਹ ਆਰਾਮ ਨਾਲ ਬੈਠੇ ਆ ਵੀ ਠੀਕ ਆ, ਇਹਨਾਂ ਨੇ ਤਾਂ ਲੜ ਭਿੜ ਕੇ ਆਪੇ ਉੱਠ ਜਾਣਾ ਜੀ। ਬਿਲਕੁਲ। ਵਧੀਆ ਕਾਰਗੁਜ਼ਾਰੀ ਸਾਰੇ ਲੋਕਾਂ ਦੀ, ਸਾਰੇ ਜਿੰਨੇ ਵੀ ਲੋਕ ਆ ਸਾਰਿਆਂ ਨੇ ਵਧੀਆ ਰੋਲ ਨਿਭਾਇਆ ਹੁਣ ਤੱਕ ਦਾ। ਜੀ ਜੀ ਜੀ। ਤੇ ਕੋਈ ਗੱਲ ਨਹੀਂ, ਜੇ ਕੋਈ ਮਾੜੀ ਮੋਟੀ ਆ ਜਾਂਦੀ ਆ ਵਿੱਚ ਗੱਲ ਤਾਂ ਉਤਰਾ ਚੜਾ ਆਉਂਦੇ ਹੀ ਰਹਿੰਦੇ ਆ, ਵਾਧੇ ਘਾਟੇ ਚੱਲਦੇ ਹੀ ਰਹਿੰਦੇ ਆ, ਕੋਈ ਦਿੱਕਤ ਨਹੀਂ ਜੀ। ਨਹੀਂ, ਪਰ ਵੀਰ ਜੀ ਇਹਦੇ ਕਹਿਣ ਦਾ ਭਾਵ ਅਰਥ ਇਹ ਆ, ਪਰ ਮਾੜਾ ਮੋਟਾ ਸਭ ਦੇ ਵਿੱਚ ਹੁੰਦਾ ਆ, ਪਰ ਉਹਨੂੰ ਅਗਰ ਅਸੀਂ ਫੇਸਬੁੱਕ ਤੇ ਇਦਾਂ ਉਹਨੂੰ ਉਛਾਲਾਂਗੇ ਤੇ ਇਹਦਾ ਨੁਕਸਾਨ ਤੇ ਸਾਨੂੰ ਹੀ ਹੋਣਾ ਨਾ। ਉਹ ਤਾਂ ਮੈਂ ਕਹਿਤਾ ਜੀ ਵੀ ਮਤਲਬ ਨੁਕਸਾਨ ਵਾਲਾ ਮਸਲਾ ਤਾਂ ਹੈਗਾ ਹੀ ਆ, ਵੀ ਸਾਰਿਆਂ ਨੂੰ ਆਪਾਂ ਨੂੰ ਸਮਝਣਾ ਚਾਹੀਦਾ, ਸੋਚਣਾ ਚਾਹੀਦਾ ਜੀ। ਬਾਕੀ ਸਾਰਿਆਂ ਦੀ ਆਪੋ ਆਪਣੀ ਮਰਜ਼ੀ ਆ, ਕੋਈ ਕਿਸੇ ਨੂੰ ਦਬਾ ਕੇ ਆਪਾਂ ਨਾ ਰੋਕ ਸਕਦੇ ਆ, ਨਾ ਆਪਾਂ ਕਿਸੇ ਨੂੰ ਕੋਈ ਅਪਸ਼ਬਦ ਬੋਲ ਸਕਦੇ ਆ। ਆਪਾਂ ਕਹਿ ਹੀ ਸਕਦੇ ਆ ਵੀ ਇਦਾਂ ਨਾ ਕਰੀਏ ਆਪਾਂ ਜੀ। ਉਹ ਸਾਰਿਆਂ ਨੂੰ ਸਮਝਣਾ ਚਾਹੀਦਾ। ਅੱਛਾ ਵੀਰ ਜੀ, ਇੱਕ ਚੀਜ਼ ਹੋਰ ਤੁਹਾਡੇ ਕੋਲ ਮੈਂ ਜਾਣਨਾ ਚਾਹਾਂਗਾ। ਜਿਸ ਜਗ੍ਹਾ ਦੇ ਵਿੱਚ ਤੁਸੀਂ ਉਹ ਸਿੰਧੂ ਬਾਰਡਰ ਪੈਂਦਾ, ਇਹ ਨਾ ਜੀ ਅਸਲ ਦੇ ਵਿੱਚ ਕੀ ਕਾਰਨ ਆ ਕਿ ਜਿਹੜਾ ਜਿੱਥੇ ਬਾਰਡਰ ਬੰਦ ਕੀਤਾ ਦਿੱਲੀ ਵਾਲਾ, ਜਿੱਥੋਂ ਹਰਿਆਣਾ ਖਤਮ ਹੁੰਦਾ ਜੀ, ਜਿੱਥੋਂ ਦਿੱਲੀ ਸ਼ੁਰੂ ਹੁੰਦੀ ਆ, ਹਾਂਜੀ,
ਜਿੱਥੇ ਹਰਿਆਣੇ ਦਾ ਆਖਰੀ ਪਿੰਡ ਆ ਜਿੱਥੇ ਅਸੀਂ ਬੈਠੇ ਹੋਏ ਆ, ਇਹ ਕੁੰਡਲੀ ਆ। ਕੁੰਡਲੀ ਬਾਰਡਰ, ਜੀ ਠੀਕ ਹੈ। ਸੋ ਮੈਂ ਜੀ ਜਿੱਥੋਂ ਬਾਰਡਰ ਬੰਦ ਹੋ ਜਾਂਦਾ, ਦਿੱਲੀ ਸ਼ੁਰੂ ਹੋ ਜਾਂਦੀ ਆ, ਉਹਨਾਂ ਦਾ ਪਹਿਲਾ ਪਿੰਡ ਸਿੰਘੂ ਆ। ਓਕੇ, ਠੀਕ ਹੈ ਜੀ। ਇਸ ਕਰਕੇ ਇਹ ਕੁੰਡਲੀ ਤੇ ਸਿੰਘੂ ਇੱਕੋ ਹੀ ਬਾਰਡਰ ਆ। ਓਕੇ, ਤੇ ਆਪਾਂ ਇਹਨੂੰ ਕੁੰਡਲੀ ਬਾਰਡਰ ਕਹਿ ਸਕਦੇ ਹਾਂ? ਨਹੀਂ, ਆਪਾਂ ਕੁੰਡਲੀ ਵੀ ਕਹਿ ਸਕਦੇ ਹਾਂ, ਪਰ ਸਿੰਘੂ ਵੀ ਕਹਿ ਸਕਦੇ। ਜੇ ਹਰਿਆਣੇ ਵਾਲੇ ਪਾਸੇ ਵੇਖੋ ਕੁੰਡਲੀ ਬਾਰਡਰ ਆ, ਜੇ ਦਿੱਲੀ ਵਾਲੇ ਪਾਸੇ ਵੇਖੋ ਸਿੰਘੂ ਬਾਰਡਰ ਆ। ਸਿੰਘੂ ਬਾਰਡਰ ਆ। ਅੱਛਾ, ਮੈਂ ਪੁੱਛਣਾ ਇਹ ਚਾਹ ਰਿਹਾ ਸੀ ਵੀਰ ਜੀ ਤੁਹਾਡੇ ਕੋਲ ਕਿ ਜਿਸ ਏਰੀਏ ਦੇ ਵਿੱਚ ਤੁਸੀਂ ਬੈਠੇ ਹੋ, ਕੀ ਲੱਗਦਾ ਕਿੰਨੀ ਕੁ ਆਬਾਦੀ ਹੋਏਗੀ ਉੱਥੇ? ਮੋਟਾ ਮੋਟੀ ਅੰਦਾਜ਼ਾ ਤੁਸੀਂ ਇੱਕ ਲਗਾ ਸਕਦੇ ਹੋ ਵੀ ਕਿੰਨੇ ਲੋਕ ਹੋਣਗੇ ਉੱਥੇ, ਜਿਹੜੇ ਮਨੇ ਬਾਹਰੀ ਲੋਕੀ ਨੇ, ਜਿਹੜੇ ਕਿਸਾਨੀ ਅੰਦੋਲਨ ਦੇ ਵਿੱਚ ਨਹੀਂ ਨੇ, ਜਿਨ੍ਹਾਂ ਦੇ ਘਰ ਨੇ, ਕਾਰੋਬਾਰ ਨੇ, ਜਾਂ ਆਮ ਲੋਕ ਨੇ, ਕਿੰਨੇ ਕੁ ਬੰਦੇ ਹੋਣਗੇ ਅੰਦਾਜ਼ਾ? ਪਤਾ ਨਹੀਂ ਜੀ, ਏਦਾਂ ਹੁਣ ਗਿਣਤੀ ਦਾ ਨਹੀਂ ਮੈਨੂੰ ਹਿਸਾਬ ਕਿਤਾਬ ਕੋਈ। ਇਹ ਕੁੰਡਲੀ ਪਿੰਡ ਆ, ਕਿਉਂਕਿ ਸੋਨੀਪਤ ਤੋਂ ਜਿਉਂ ਆਬਾਦੀ ਇਹ ਤੁਰਦੀ ਆ ਜੀ, ਤਾਂ ਇਹ ਸੋਨੀਪਤ ਤੋਂ ਤੁਰਦੀ ਹੋਈ ਆਬਾਦੀ ਲਗਾਤਾਰ ਅੱਗੇ ਤੋਂ ਅੱਗੇ ਦਿੱਲੀ ਬਾਰਡਰ ਤੱਕ ਏਦਾਂ ਹੀ ਇਹ ਸਾਰੀ ਆਲੇ ਦੁਆਲੇ ਸਾਰੀ ਆਬਾਦੀ ਆ। ਇੰਡਸਟਰੀ ਏਰੀਆ ਵੀ ਆ ਜੀ। ਤਾਂ ਗਿਣਤੀ ਦਾ ਤੁਹਾਨੂੰ ਪਤਾ ਨਹੀਂ ਗਾ, ਕਿਉਂਕਿ ਬਹੁਤ ਆਬਾਦੀ ਆ। ਜਿਹੜੇ ਇੱਥੇ ਬਿਹਾਰ ਤੋਂ ਆਏ ਹੋਏ ਮਜ਼ਦੂਰ ਫੈਕਟਰੀਆਂ 'ਚ ਕੰਮ ਕਰਦੇ ਆ, ਉਹਨਾਂ ਦੇ ਪਰਿਵਾਰ ਵੀ ਇੱਥੇ ਰਹਿੰਦੇ ਆ। ਜਿਹੜੇ ਲੋਕਲ ਕੁੰਡਲੀ ਪਿੰਡ ਦੇ ਲੋਕ ਆ, ਉਹ ਵੀ ਇੱਥੇ ਰਹਿੰਦੇ ਆ। ਆਲੇ ਦੁਆਲੇ ਦੇ ਹੋਰ 2-4 ਪਿੰਡ ਇੱਥੇ ਜਿਨ੍ਹਾਂ ਦੇ ਨਾਂ ਮੈਨੂੰ ਨਹੀਂ ਯਾਦ, ਉਹ ਪਿੰਡਾਂ ਦੇ ਲੋਕ ਵੀ ਇੱਥੇ ਆਉਂਦੇ ਜਾਂਦੇ ਆ, ਆਲੇ ਦੁਆਲੇ ਚੱਲਦੇ ਆ। ਨਹੀਂ, ਕਿਉਂਕਿ ਗੱਲ ਇਸ ਕਰਕੇ ਮੈਂ ਪੁੱਛੀ ਵੀਰ ਜੀ, ਕਿਉਂਕਿ ਤੁਸੀਂ ਹੁਣੇ ਦੱਸਿਆ ਵੀ ਕੁਝ ਲੋਕਾਂ ਵੱਲੋਂ, ਸ਼ਰਾਰਤੀ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਕੱਲ ਨੂੰ, ਹਨਾ? ਪਰ ਜਿਹੜੇ ਅਨਸਰ ਸੀਗੇ ਉਹ ਲੋਕਲ ਪਿੰਡਾਂ ਵਾਲੇ ਆਲੇ ਦੁਆਲੇ ਦੇ ਨਹੀਂ ਗਏ। ਬਸ ਮੈਂ ਉਹੀ ਪੁੱਛਣਾ ਚਾਹੁੰਦਾ ਸੀ ਵੀਰ ਜੀ ਕਿ ਉੱਥੇ ਪਿੰਡਾਂ ਵਾਲੇ ਲੋਕ ਕੱਲ ਜਦੋਂ ਪੱਥਰਬਾਜ਼ੀ ਹੋਈ ਆ, ਉਸ ਤੋਂ ਬਾਅਦ ਕੁਝ ਪਿੰਡਾਂ ਵਾਲੇ ਉੱਥੇ ਮੌਕੇ ਤੇ ਆਏ ਵੀ ਆ ਬਾਅਦ ਵਿੱਚ ਜੀ। ਉਹਨਾਂ ਨੇ ਕਿਹਾ ਲੋਕਲ ਅਸੀਂ ਆ, ਅਸੀਂ ਤੁਹਾਡੇ ਨਾਲ ਆ, ਇਹ ਬੰਦੇ ਲੋਕਲ ਨਹੀਂ ਹੈਗੇ ਜਿਹੜੇ ਤੁਹਾਡੇ ਇੱਥੇ ਆਏ ਆ, ਇਹ ਆਲੇ ਦੁਆਲੇ ਦੇ ਸ਼ਹਿਰਾਂ ਚੋਂ ਇਕੱਠੇ ਹੋ ਕੇ ਆਏ ਆ ਜੀ, ਜਿਹੜੇ ਕਿ ਪੂਰੇ ਪ੍ਰੀ ਪਲਾਨ ਸੀਗੇ। ਯੈਸ, ਬਿਲਕੁਲ। ਉਹ ਪਿੰਡਾਂ ਵਾਲੇ ਲੋਕ ਜਾਂ ਇੱਥੋਂ ਲੋਕਲ ਲੋਕ ਵਿਰੋਧ ਕਰਨ ਨਹੀਂ ਆ ਰਹੇ, ਉਹ ਸਾਰਾ ਸਰਕਾਰ ਦਾ ਸਿਲਸਿਲਾ ਆ। ਔਰ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਾ ਕਿ ਸਰਕਾਰ ਦੇ ਖਾਸ ਉਤਲੇ ਵੱਡੇ ਲੀਡਰਾਂ ਦੇ ਨਾਲ, ਅਮਿਤ ਸ਼ਾਹ ਜੀ ਦੇ ਨਾਲ, ਇਹਨਾਂ ਬੰਦਿਆਂ ਨਾਲ ਤੁਰਦੇ ਫਿਰਦੇ ਉਹ ਸਾਰੇ ਨਸ਼ਰ ਕਰ ਦਿੱਤੇ ਆ ਕਿ ਆਹ ਬੰਦੇ ਆ ਜਿਹੜੇ ਇੱਥੇ ਵਿਰੋਧ ਕਰਨ ਆਏ ਆ। ਨਹੀਂ, ਕਿਉਂਕਿ ਵੀਰ ਜੀ ਤੁਸੀਂ ਹੁਣੇ ਦੱਸਿਆ, ਗੱਲ ਵੀ ਕੀਤੀ, ਕਿਉਂਕਿ ਗਿਣਤੀ ਕੀਤੀ ਨਹੀਂ ਜਾ ਸਕਦੀ ਕਿੰਨੀ ਆਬਾਦੀ ਆ। ਪਰ ਦੇਖੋ, ਮੀਡੀਆ ਆਪਣੀ ਗੱਲ ਤੇ ਖੁਦ ਫਸ ਗਿਆ। ਮੀਡੀਆ ਕਹਿੰਦਾ ਜੀ ਉੱਥੇ ਦੇ ਸਥਾਨਕ ਲੋਕਾਂ ਨੇ ਵਿਰੋਧ ਕੀਤਾ, ਜਦਕਿ ਇਹ ਗੱਲ ਉਹਨਾਂ ਨੇ ਦੂਜੇ ਪਾਸੇ ਇਹ ਵੀ ਗੱਲ ਕਹੀ ਕਿ 40 ਤੋਂ 50 ਬੰਦੇ ਸਿਰਫ ਸੀ। ਹੁਣ ਤੁਸੀਂ ਕਹਿ ਰਹੇ ਹੋ ਕਿ ਕਾਫੀ ਜ਼ਿਆਦਾ ਗਿਣਤੀ ਦੇ ਵਿੱਚ ਲੋਕ ਉੱਥੇ ਰਹਿ ਰਹੇ ਨੇ ਤੇ ਸਿਰਫ 50 ਬੰਦੇ ਹੀ ਉੱਥੋਂ ਨਿਕਲੇ ਵਿਰੋਧ ਕਰਨ ਵਾਸਤੇ। ਇਹ ਸੋਚਣ ਵਾਲੀ ਗੱਲ ਹੈ। ਨਹੀਂ, ਬੰਦੇ ਤਾਂ ਹੁਣ ਜਿਹੜੀ ਆਬਾਦੀ ਦੇ ਹਿਸਾਬ ਨਾਲ ਵੇਖੋਗੇ ਤਾਂ ਮਤਲਬ ਬਹੁਤ ਵੱਡੀ ਆਬਾਦੀ ਆ। ਜਿੰਨਾ ਅੰਦੋਲਨਕਾਰੀਆਂ ਦੀ ਆਬਾਦੀ ਆ, ਇੰਨੀ ਆਬਾਦੀ ਆਲੇ ਦੁਆਲੇ ਵੀ ਵਸਦੀ ਆ। ਵਾਹ ਜੀ ਵਾਹ, ਕੀ ਬਾਤ ਹੈ। ਕਿਉਂਕਿ ਇੱਥੇ ਕਿਹੜਾ ਆਲੇ ਦੁਆਲੇ ਖੁੱਲੇ ਖੇਤ ਆ, ਸਾਰਾ ਜੁੜਿਆ ਹੋਇਆ ਸ਼ਹਿਰ ਆ। ਸੋਨੀਪਤ, ਦਿੱਲੀ ਆਪਸ ਵਿੱਚ ਸਾਰਾ ਜੁੜਿਆ ਹੀ ਹੋਇਆ ਜੀ। ਸਾਰੀ ਆਬਾਦੀ ਆਖਰ ਜਿਹੜੀਆਂ ਦੁਕਾਨਾਂ ਵਾ ਜਾਂ ਜੋ ਫੈਕਟਰੀਆਂ ਵਾ, ਸਾਰਾ ਆਪਸ ਵਿੱਚ ਹੀ ਜੁੜਿਆ ਹੋਇਆ। ਇੱਥੇ ਤੇ ਕਿਤੇ ਨੇੜੇ ਤੇੜੇ ਖੇਤ ਕੋਈ ਦਿਖਦਾ ਹੀ ਨਹੀਂਗਾ ਜੀ। ਤੇ ਇਸ ਕਰਕੇ ਸਾਰੀ ਆਬਾਦੀ ਵਸਦੀ ਹੈ ਇੱਥੇ ਜੀ। ਤੇ ਉੱਥੇ ਲੋਕਲ ਲੋਕਾਂ ਦਾ ਵੀਰ ਜੀ ਕੀ ਰਵੱਈਆ ਦਿਖ ਰਿਹਾ ਆ? ਤੁਹਾਡੇ ਲੋਕਾਂ ਨਾਲ ਕਿੱਦਾਂ ਗੱਲਬਾਤ ਕਰ ਰਹੇ ਨੇ? ਜਿਹੜੇ ਲੋਕਲ ਜਿੱਥੇ ਜਿਹੜੇ ਏਰੀਏ 'ਚ ਅਸੀਂ ਬੈਠੇ ਹੋਏ, ਹਰਿਆਣੇ ਦਾ ਏਰੀਆ ਵਾ ਹਾਂਜੀ, ਕਿਉਂਕਿ ਸਾਰਾ ਅੰਦੋਲਨ ਲਗਭਗ, ਕਿਉਂਕਿ ਦਿੱਲੀ ਬਾਰਡਰ ਤੋਂ ਰੋਕ ਦਿੱਤਾ ਗਿਆ, ਹਰਿਆਣੇ ਵਿੱਚ ਹੀ ਰੁਕਿਆ ਹੋਇਆ ਸਾਰਾ ਇਹ ਜੀ। ਤਾਂ ਜਿਹੜੇ ਲੋਕਲ ਲੋਕ ਆ ਉਹ ਬਥੇਰਾ ਸਾਥ ਦਿੰਦੇ ਆ ਵਿਚਾਰੇ। ਉਹਨਾਂ ਨੇ ਲੋਕਾਂ ਨੂੰ ਬਿਜਲੀ ਦੇ ਕਨੈਕਸ਼ਨ ਚੋਂ ਆਪਣੇ ਚੋਂ ਉਹਨਾਂ ਨੇ ਤਾਰਾਂ ਵੀ ਲਵਾਈਆਂ ਹੋਈਆਂ ਕਿ ਤੁਸੀਂ ਬਲਬ ਆਪਣਾ ਜਗਾ ਲਓ, ਮੋਬਾਈਲ ਚਾਰਜਰ ਲਈ ਜੇ ਕੋਈ ਬੋਰਡ ਲਾਉਣਾ ਲਾ ਲਓ। ਵਾਹ, ਕੀ ਬਾਤ। ਉਹਨਾਂ ਨੇ ਜਿਹੜੇ ਕੋਈ ਤੰਗ ਪਰੇਸ਼ਾਨ ਹੁੰਦੇ ਆ, ਉਹਨਾਂ ਨੂੰ ਲੈਟਰਿਨ ਬਾਥਰੂਮ ਦੀ ਸੁਵਿਧਾ ਵੀ ਦਿੱਤੀ ਹੋਈ ਆ। ਵਾਹ ਵਾਹ, ਕੀ ਬਾਤ। ਨਹਾਉਣ ਧੋਣ ਲਈ ਪਾਣੀ ਦਾ ਵੀ ਦਿੱਤਾ ਹੋਇਆ ਵਾ। ਜਿੱਥੇ ਅਸੀਂ ਲਗਭਗ 27 ਤਰੀਕ ਤੋਂ ਆਪਣਾ ਕੈਂਪ ਲਾ ਕੇ ਬੈਠੇ ਹੋਏ ਆ, ਉਹ 2 ਦੁਕਾਨਾਂ ਦੇ ਅੱਗੇ ਲਾਇਆ ਹੋਇਆ ਸੀ ਜੀ। ਤਾਂ ਉਹ 2 ਦੁਕਾਨਾਂ ਪ੍ਰੋਪਰਟੀ ਡੀਲਰ ਦੀਆਂ ਵਾ, ਬੰਦ ਵਾ ਜੀ। ਤਾਂ ਉਹ ਜਦੋਂ ਕੋਈ ਉਹਨਾਂ ਨੂੰ ਸਮਾਨ ਦੀ ਜਾਂ ਅੰਦਰੋਂ ਕੋਈ ਕਾਗਜ਼ ਪੱਤਰ ਕੱਢਣ ਦੀ, ਕੋਈ ਫਾਈਲ ਦੀ ਲੋੜ ਪੈਂਦੀ ਆ, ਉਦੋਂ ਆਣ ਕੇ ਉਹ ਸ਼ਟਰ ਚੁੱਕ ਕੇ ਆਪਣਾ ਜੀ, ਤਾਂ ਉਹ ਆਪਣਾ ਸਮਾਨ ਲੈ ਜਾਂਦੇ ਆ।
ਉਹਨਾਂ ਦੇ ਮੀਟਰ ਤੋਂ ਹੀ ਅਸੀਂ ਬਲਬ ਜਗਾ ਰਹੇ ਹਾਂ, ਉੱਥੇ ਹੀ ਅਸੀਂ ਮੋਬਾਈਲ ਚਾਰਜ ਕਰ ਰਹੇ ਹਾਂ। ਵਾਹ ਵਾਹ ਵਾਹ, ਕੀ ਉਹ ਆਪਣਾ ਸਮਾਨ ਲੈ ਜਾਂਦੇ ਆ ਤੇ ਜਿੰਦਰਾ ਮਾਰ ਜਾਂਦੇ ਆ। ਅਸੀਂ ਦੁਕਾਨ ਦੇ ਅੱਗੇ ਬੈਠੇ ਹੋਏ ਆ ਬਸ। ਕੀ ਬਾਤ ਹੈ। ਮਤਲਬ ਉਹਨਾਂ ਵੱਲੋਂ ਕੋਈ ਸਾਰੇ ਲੋਕਾਂ ਦਾ ਵਧੀਆ ਵਾ, ਸਾਰੇ ਲੋਕ ਸਹਿਯੋਗ ਦੇ ਰਹੇ ਆ ਜੀ। ਸਾਡੇ ਲਾਗੇ ਦੁਕਾਨ ਆ, ਉਹਨਾਂ ਨੇ ਥੱਲੇ ਹਾਲ ਖੋਲ ਕੇ ਦਿੱਤਾ ਹੋਇਆ, ਲੋਕੀ ਉੱਥੇ 2 ਮਹੀਨੇ ਤੋਂ ਥੱਲੇ ਰਹਿੰਦੇ ਆ, ਉਹਨਾਂ ਦੇ ਅੰਦਰ ਵਾਸ਼ਰੂਮ ਆ, ਉਹਨੂੰ ਵਰਤਦੇ ਆ। ਵਾਹ ਵਾਹ ਵਾਹ। ਜੇ ਬੀਬੀਆਂ ਆਉਂਦੀਆਂ ਤਾਂ ਉਹਨਾਂ ਨੂੰ ਉਹ ਮੁੰਡਿਆਂ ਨੂੰ ਬਾਹਰ ਕੱਢ ਦਿੰਦੇ ਆ, ਉੱਥੇ ਬੀਬੀਆਂ ਨੂੰ ਜਗ੍ਹਾ ਦੇ ਦਿੰਦੇ ਆ। ਵਾਹ ਵਾਹ ਵਾਹ, ਕੀ ਬਾਤ ਹੈ। ਤੇ ਵੀਰ ਜੀ ਉੱਥੇ ਮੈਨੇ ਕਹਿਣ ਦਾ ਮਤਲਬ ਹੈ ਲੋਕਲ ਲੋਕਾਂ ਦਾ ਕਾਫੀ ਜ਼ਿਆਦਾ ਸਹਿਯੋਗ ਮਿਲ ਰਿਹਾ ਆ। ਹਾਂ, ਜਿਹੜੇ ਸਥਾਨਕ ਲੋਕ ਆ ਜੀ, ਜਿਨ੍ਹਾਂ ਦੇ ਆਪਣੇ ਘਰ ਆ, ਉਹ ਏਦਾਂ ਸਹਿਯੋਗ ਵੀ ਦੇ ਰਹੇ ਆ। ਜਿਹੜੇ ਜਿਵੇਂ ਕੁੰਡਲੀ ਪਿੰਡ ਆ, ਉਹਨਾਂ ਲੋਕਾਂ ਦਾ ਬਹੁਤ ਸਹਿਯੋਗ ਆ। ਸਾਡੇ ਲਾਗੇ ਮੰਦਿਰ ਆ, ਉੱਥੇ ਮੰਦਿਰ ਦੇ ਵਿੱਚ ਮੋਟਰ ਆ ਜੀ। ਮੰਦਿਰ ਦੇ ਬਾਹਰ 2 ਟੂਟੀਆਂ ਲੱਗੀਆਂ ਹੋਈਆਂ ਟੈਂਕੀ ਦੇ ਵਿੱਚੋਂ। ਤੇ ਜਿਹਨੇ ਹੱਥ ਮੂੰਹ ਧੋਣਾ ਉੱਥੇ ਧੋ ਸਕਦਾ, ਜਿਹਨੇ ਨਹਾਉਣਾ ਉਹ ਮੰਦਿਰ ਦੇ ਵਿੱਚ ਜਾ ਕੇ ਮੋਟਰ ਤੇ ਨਹਾ ਸਕਦਾ। ਜੀ ਜੀ ਜੀ। ਤੇ ਜੇ ਟੂਟੀਆਂ, ਕਿਉਂਕਿ ਪਲਾਸਟਿਕ ਦੀਆਂ ਰਬੜ ਦੀਆਂ ਵਾ, ਲੋਕ ਜ਼ਿਆਦਾ ਵਾ, ਟੂਟੀਆਂ ਜੇ ਖਰਾਬ ਹੁੰਦੀਆਂ ਟੁੱਟ ਜਾਂਦੀਆਂ। ਹੁਣ ਤੱਕ ਅਸੀਂ 2 ਮਹੀਨੇ 'ਚ ਵੇਖਿਆ 3 ਵਾਰੀ ਟੂਟੀਆਂ ਉਹ ਕੁੰਡਲੀ ਪਿੰਡ ਵਾਲੇ ਲੋਕਾਂ ਨੇ ਲਵਾਈਆਂ। ਵਾਹ ਜੀ, ਕੀ ਬਾਤ। ਉਹ ਜਦੋਂ ਕੋਈ ਖਰਾਬ ਹੁੰਦੀ ਹੈ, ਟੁੱਟਦੀ ਆ। ਕੱਲ ਤੜਕੇ ਜੀ ਲਗਭਗ 6 ਵਜੇ ਬੰਦਾ ਟੂਟੀਆਂ ਜਿਹੜੀਆਂ ਉਹ ਲਾ ਰਿਹਾ ਸੀਗਾ। ਇਹ ਸਾਰਾ ਸਹਿਯੋਗ ਹੀ ਹੈ ਨਾ ਸਾਰਾ। ਜਿਹੜੇ ਲੋਕਲ ਲੋਕ ਇੱਥੇ ਪਿੰਡਾਂ ਵਾਲੇ ਆ, ਉਹ ਵੇਖੋ ਦੁੱਧ, ਲੱਸੀ, ਗੋਭੀ, ਗੰਢੇ, ਆਲੂ ਟਰਾਲੀਆਂ 'ਚ ਲੱਦ ਲੈ ਕੇ ਆ ਰਹੇ ਆ। ਪਾਣੀ ਦੇ ਟੈਂਕਰ ਭਰ ਕੇ ਲੈ ਕੇ ਆ ਰਹੇ ਆ। ਜੀ ਜੀ ਬਿਲਕੁਲ। ਸੋ ਵੀਰ ਜੀ ਕਹਿਣ ਦਾ ਮਤਲਬ ਇਹੀ ਹੋਇਆ ਕਿ ਲੋਕਲ ਲੋਕਾਂ ਨੂੰ ਕੋਈ ਪਰੇਸ਼ਾਨੀ ਨਹੀਂ ਆ ਇਸ ਅੰਦੋਲਨ ਨਾਲ। ਇਹਨੂੰ ਸਿਰਫ ਬਦਨਾਮ ਕੀਤਾ ਜਾ ਰਿਹਾ ਵੀ ਉੱਥੇ ਦੇ ਲੋਕਾਂ ਨੇ ਕਿਹਾ ਵੀ ਬਾਰਡਰ ਖਾਲੀ ਕਰਾਓ। ਨਹੀਂ, ਕਿਸੇ ਨੇ ਨਹੀਂ ਕਿਹਾ, ਕੋਈ ਨਹੀਂ ਏਦਾਂ ਦਾ ਮਸਲਾ ਹੈਗਾ। ਠੀਕ ਆ, ਜਿਹੜੇ ਕਾਰੋਬਾਰੀ ਲੋਕ ਆ ਉਹਨਾਂ ਦੇ ਨੁਕਸਾਨ ਵੀ ਹੁੰਦੇ ਹੋਣਗੇ ਜੀ, ਕਾਰੋਬਾਰ ਰੁਕੇ ਹੋਏ ਆ। ਲੇਕਿਨ ਜੇ ਲੋਕਲ ਲੋਕਾਂ ਨੂੰ ਪਰੇਸ਼ਾਨੀ ਆ ਜਾਂ ਕਾਰੋਬਾਰ ਦੇ ਨੁਕਸਾਨ ਹੋ ਰਿਹਾ, ਸਰਕਾਰ ਨੂੰ ਸੋਚਣਾ ਚਾਹੀਦਾ ਨਾ। ਬਿਲਕੁਲ। ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨ ਲਵੇ, ਕਿਸਾਨ ਘਰਾਂ ਨੂੰ ਚੱਲ ਜਾਣਗੇ, ਲੋਕ ਆਪੋ ਆਪਣਾ ਕਾਰੋਬਾਰ ਕਰਨ। ਜਿੱਥੇ ਲੋਕ ਘਰ ਘਾਟ ਛੱਡ ਕੇ ਅੰਦੋਲਨ ਕਰ ਰਹੇ ਆ, ਉਹਨਾਂ ਦਾ ਨੁਕਸਾਨ ਹੋ ਰਿਹਾ। ਉੱਥੇ ਜਿਹੜੇ ਇੱਥੋਂ ਦੇ ਲੋਕਲ ਲੋਕ ਕਾਰੋਬਾਰੀ ਆ, ਉਹਨਾਂ ਦਾ ਵੀ ਸਰਕਾਰ ਹੀ ਨੁਕਸਾਨ ਕਰ ਰਹੀ ਹੈ ਨਾ। ਜੀ 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 ਜੀ। ਕਿਉਂਕਿ ਅੰਦੋਲਨਕਾਰੀ ਕੋਈ ਚਾਰ ਨੂੰ ਤਾਂ ਆਏ ਨਹੀਂ ਕਿ ਸਰਕਾਰ ਦੇ ਜਿਹੜੇ ਗੰਦੇ ਫੈਸਲੇ ਆ, ਗੰਦੀਆਂ ਨੀਤੀਆਂ ਵਾ, ਉਹਨਾਂ ਦਾ ਵਿਰੋਧ ਕਰਨੇ ਆਏ ਹੋਏ ਆ। ਸਰਕਾਰ ਆਪਣੇ ਉਹ ਫੈਸਲੇ ਨੂੰ ਵਾਪਸ ਲੈ ਲਵੇ, ਇਹ ਲੋਕ ਘਰਾਂ ਨੂੰ ਚੱਲ ਜਾਣਗੇ। ਇੱਕੇ ਦਿਨ ਦੇ ਵਿੱਚ ਸਾਰਾ ਵੇਲ ਹੋ ਜਾਊਗਾ, ਇੱਥੇ ਕੋਈ ਰੌਲਾ ਹੀ ਨਹੀਂ। ਜੀ 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 ਬਿਲਕੁਲ ਬਿਲਕੁਲ। ਜਿਹੜੇ ਸਥਾਨਕ ਲੋਕਾਂ ਨੂੰ ਏਦਾਂ ਪਰੇਸ਼ਾਨੀ ਹੈਗੀ ਜਾਂ ਕਾਰੋਬਾਰ ਦਾ ਨੁਕਸਾਨ ਹੋ ਰਿਹਾ, ਉਹਨਾਂ ਲੋਕਾਂ ਨੂੰ ਸਗੋਂ ਆਪਣਾ ਵੱਖਰਾ ਹੋਰ ਰੌਲਾ ਪਾ ਕੇ ਤੇ ਸਰਕਾਰ ਤੇ ਦਬਾਅ ਪਾਉਣਾ ਚਾਹੀਦਾ ਵੀ ਇਹਨਾਂ ਨੂੰ ਨਿਬੇੜੋ, ਕਿਸੇ ਪਾਸੇ ਲਾਓ। ਕਿਉਂਕਿ ਲੋਕਾਂ ਨਾਲ ਲੜਨ ਦਾ, ਇੱਥੇ ਜਿਹੜੇ ਅੰਦੋਲਨਕਾਰੀ ਉਹਨਾਂ ਨਾਲ ਲੜਨ ਦਾ ਤੇ ਸਥਾਨਕ ਲੋਕਾਂ ਦਾ ਕੋਈ ਮਤਲਬ ਹੀ ਨਹੀਂਗਾ। ਇਹਨਾਂ ਦਾ ਰੌਲਾ ਸਥਾਨਕ ਲੋਕਾਂ ਨਾਲ ਥੋੜ੍ਹੀ ਆ, ਇਹਨਾਂ ਦਾ ਰੌਲਾ ਤਾਂ ਸਰਕਾਰ ਨਾਲ ਆ। ਜੀ ਜੀ ਬਿਲਕੁਲ ਬਿਲਕੁਲ। ਮੈਨੇ ਕਹਿਣ ਦਾ ਮਤਲਬ ਇਹ ਹੋਇਆ ਕਿ ਇਹ ਲੋਕਲ ਲੋਕਾਂ ਨੂੰ ਕੋਈ ਪਰੇਸ਼ਾਨੀ ਨਹੀਂ ਆ, ਸਿਰਫ ਇੱਕ ਗੋਦੀ ਮੀਡੀਆ ਜਿਹੜੀ ਆ ਉਹ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਆ ਵੀ ਕਾਫੀ ਨੁਕਸਾਨ ਹੋ ਰਿਹਾ, ਸਾਨੂੰ ਆਉਣ ਜਾਣ ਦੀ ਤਕਲੀਫ ਹੋ ਰਹੀ ਆ। ਇੱਦਾਂ ਬਹੁਤ ਕੁਝ ਜਿਹੜਾ ਆ ਦਿਖਾਇਆ ਜਾ ਰਿਹਾ। ਖੈਰ ਅੱਗੇ ਵੀਰ ਜੀ ਜਿਹੜੀ ਰਣਨੀਤੀ ਆ ਅੱਗੇ ਦਾ ਤੁਹਾਨੂੰ ਕੀ ਲੱਗਦਾ ਆ ਕਿ ਇਹ ਤਿੰਨੇ ਕਾਲੇ ਕਾਨੂੰਨ ਵਾਪਸ ਹੋਣਗੇ? ਸਰਕਾਰ ਦੀ ਨੀਤ ਬਦਲੇਗੀ? ਸਰਕਾਰ ਗੱਲਬਾਤ ਕਰੇਗੀ? ਦੇਖੋ, ਤਾਂ ਸਰਕਾਰ ਨੇ ਪਹਿਲਾਂ ਵੀ 11-12 ਮੀਟਿੰਗਾਂ ਕੀਤੀਆਂ। ਪਹਿਲਾਂ ਆਉਂਦੇ ਸੀ ਅਸੀਂ ਕਰਨੀ ਨਹੀਂ, ਪਹਿਲਾਂ ਇੱਥੇ ਆਓ, ਆਹ ਸ਼ਰਤਾਂ ਰੱਖਦੇ ਸੀਗੇ, ਫਿਰ ਬਿਨਾਂ ਸ਼ਰਤਾਂ ਤੋਂ ਵੀ ਕਰਨ ਲੱਗ ਗਏ। ਹਾਂਜੀ, ਗੱਲਬਾਤ ਤਾਂ ਕਰਨਗੇ, ਗੱਲਬਾਤ ਤਾਂ ਇਹਨਾਂ ਨੂੰ ਕਰਨੀ ਪੈਣੀ ਆ ਜੀ। ਕਿਉਂਕਿ ਜਿੰਨਾ ਇੰਟਰਨੈਸ਼ਨਲ ਵੀ ਇਹਨਾਂ ਤੇ ਦਬਾਅ ਹੈਗਾ ਵਾ ਸਾਰਾ, ਉਹ ਵੀ ਇਹਨਾਂ ਦੇ ਉੱਤੇ ਹੈਗਾ ਹੀ ਆ। ਪਰ ਇਹ ਵੀ ਇਹ ਢੀਠ ਬੜੇ ਆ। ਤਾਂ ਜਿੰਨੇ ਵੱਡੇ ਢੀਠ ਆ, ਓਨਾ ਹੀ ਅੰਦੋਲਨ ਜਿਹੜਾ ਵਾ ਉਹ ਹੋਰ ਮਜ਼ਬੂਤ ਹੋ ਰਿਹਾ। ਯੈਸ। ਜੇ ਥੋੜਾ ਜਿਹਾ ਰਸ਼ ਘਟਿਆ ਸੀ 26 ਤੋਂ ਬਾਅਦ, ਤਾਂ ਜਦੋਂ ਆ ਪੱਥਰਬਾਜ਼ੀ ਹੋਈ ਆ ਕੱਲ ਦਾ, ਫੇਰ ਰਸ਼ ਵੱਧ ਗਿਆ। ਲੋਕ ਉਸੇ ਵੇਲੇ ਮੋੜ ਆਏ ਆ ਵੀ ਜੇ ਪੱਥਰਬਾਜ਼ੀ ਹੋਊਗੀ ਤਾਂ ਅਸੀਂ ਇੱਥੇ ਇਕੱਠੇ ਹੋਵਾਂਗੇ, ਫੇਰ ਹੋਰ ਹੋਵਾਂਗੇ। ਬਿਲਕੁਲ ਬਿਲਕਲ। ਕੱਲ ਤੇ ਹਰਿਆਣੇ ਵਾਲੇ ਵੀ ਬਹੁਤ ਜ਼ਿਆਦਾ ਆ ਗਏ ਆ, ਪੰਜਾਬ ਵਾਲੇ ਵੀ ਆ ਗਏ ਆ, ਉਧਰੋਂ ਯੂਪੀ ਵਾਲੇ ਵੀ ਉੱਥੇ ਆ ਗਏ ਆ। ਜੀ 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 ਜੀ। ਸੋ ਵੀਰ ਜੀ ਤੁਹਾਨੂੰ ਦੱਸ ਦਈਏ ਆਪਾਂ ਕਿ
ਜਮਸ਼ੇਦਪੁਰ ਤੋਂ ਵੀ ਇੱਕ ਜੱਥਾ ਬਹੁਤ ਜਲਦੀ ਤੁਹਾਡੇ ਕੋਲ ਪਹੁੰਚ ਰਿਹਾ ਆ। ਤਕਰੀਬਨ 100 ਨੌਜਵਾਨ ਵੀਰ ਬਜ਼ੁਰਗ ਜਿਹੜੇ ਨੇ ਉਹ ਉੱਥੇ ਪਹੁੰਚ ਰਹੇ ਨੇ ਬਹੁਤ ਜਲਦ ਤੁਹਾਡੇ ਕੋਲ, ਤੇ ਤੁਹਾਨੂੰ ਜਾਣਕਾਰੀ ਦੇ ਦਿੱਤੀ ਜਾਵੇਗੀ। ਤੇ ਜਮਸ਼ੇਦਪੁਰ ਧੰਨਵਾਦ ਆ ਜਿਹੜੇ ਪਹੁੰਚਣਗੇ, ਵਧੀਆ ਗੱਲ ਆ ਜੀ, ਤੇ ਵਧੀਆ ਜਾਬਤੇ 'ਚ ਰਹਿ ਕੇ। ਹਾਂ, ਕਿਉਂਕਿ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਇੱਥੇ ਜਮਸ਼ੇਦਪੁਰ ਦੇ ਵਿੱਚ ਵੀਰ ਜੀ 34 ਗੁਰਦੁਆਰਾ ਕਮੇਟੀਆਂ ਹੈਗੀਆਂ ਨੇ, ਜਿਹਦੇ ਵਿੱਚ ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੁੱਖ ਸੇਵਾਦਾਰ ਨੇ ਸਰਦਾਰ ਭਗਵਾਨ ਸਿੰਘ ਜੀ, ਉਹ ਲਗਾਤਾਰ ਕਿਸਾਨੀ ਅੰਦੋਲਨ ਦੇ ਵਿੱਚ ਆਪਣਾ ਬਹੁਤ ਹੀ ਕਮਾਲ ਦਾ ਬਾਖੂਬੀ ਜਿਹੜਾ ਆ ਉਹ ਕੰਮ ਕਰ ਰਹੇ ਨੇ, ਤੇ ਉਹਨਾਂ ਉੱਤੇ 2 ਵਾਰ ਕੇਸ ਦਰਜ ਹੋ ਚੁੱਕਿਆ ਆ। ਹੁਣ ਪਿਛਲੀ ਵਾਰ ਵੀ ਉਹਨਾਂ ਨੇ ਇੱਕ ਰੈਲੀ ਕੱਢੀ ਸੀ ਜਦੋਂ ਅੰਦੋਲਨ ਸ਼ੁਰੂ ਹੋਇਆ ਸੀ, ਤੇ ਹੁਣ ਆ 26 ਤਰੀਕ ਦੀ ਜਿਹੜੀ ਪੀਰੀਅਡ ਹੋਈ ਆ ਜਿਹੜੀ ਕਿਸਾਨੀ ਅੰਦੋਲਨ ਦੀ, ਉਹਦੇ ਵਿੱਚ ਵੀ ਇੱਥੇ ਦੇ ਜਿਹੜੇ DC ਆ ਔਰ SDO ਆ, ਉਹਨਾਂ ਨੇ ਕਲੀਅਰ ਕਹਿ ਦਿੱਤਾ ਵਾ ਕਿ ਇਸ ਬੰਦੇ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਤੇ ਇਹਨੂੰ ਜੇਲ੍ਹ ਦੇ ਅੰਦਰ ਬੰਦ ਕੀਤਾ ਜਾਵੇਗਾ। ਤੇ ਸੋ ਇਹ ਬੰਦਾ ਬਿਲਕੁਲ ਨਿਡਰ ਹੋ ਕੇ ਅੱਜ ਉਹਨਾਂ ਨੇ ਫੈਸਲਾ ਕੀਤਾ, ਮੀਟਿੰਗ ਕੀਤੀ ਆ ਕਿ ਉਹ ਤਕਰੀਬਨ 100 ਤੋਂ ਵੱਧ ਬੰਦਾ ਲੈ ਕੇ ਉਹ ਦਿੱਲੀ ਵੱਲ ਰਵਾਨਾ ਹੋ ਰਹੇ ਨੇ, ਤੇ ਤੁਹਾਨੂੰ ਮੈਂ ਜਾਣਕਾਰੀ ਇਸ ਬਾਰੇ ਵੀ ਦੇ ਦੇਵਾਂ ਜੀ। ਜੀ, ਸੋ ਬਹੁਤ ਵਧੀਆ ਗੱਲ ਜੀ। ਸੋ ਮੈਂ ਇਹ ਜਿਹੜੀ ਤੁਹਾਡੀ ਸਰਕਾਰ ਆ ਇੱਥੋਂ ਦੀ, ਇਹ ਤਾਂ ਕਿ ਬਿਆਨ ਦੇ ਰਹੇ ਵੀ ਅਸੀਂ ਕਿਸਾਨੀ ਸੰਘਰਸ਼ ਦੀ ਹਮਾਇਤ ਕਰ ਰਹੇ ਹਾਂ, ਤੇ ਫਿਰ ਕੇਸ ਕਿਉਂ ਦਰਜ ਕਰ ਰਹੇ? ਨਹੀਂ ਵੀਰ ਜੀ, ਕਾਰਨ ਉਹਦਾ ਇਹ ਆ ਨਾ, ਉੱਥੇ ਮਸਲਾ ਇਹ ਬਣ ਰਿਹਾ ਵਾ ਕਿ ਸਰਕਾਰ ਤਾਂ ਸਾਡੇ ਨਾਲ ਹੈ, ਸਰਕਾਰ ਤੇ ਕਹਿੰਦੀ ਹੈ ਵੀ ਕਿਸਾਨੀ ਅੰਦੋਲਨ ਦੇ ਨਾਲ ਆ ਆਪਾਂ, ਪਰ ਜਿਹੜੇ ਉਹਦੇ ਨਮੂਨੇ ਜਿਹੜੇ ਉੱਥੇ ਅਫਸਰ ਬੈਠੇ ਨੇ ਨਾ, ਉਹ ਕੇਂਦਰ ਸਰਕਾਰ ਵੱਲੋਂ ਭੇਜੇ ਹੋਏ ਬੰਦੇ ਨੇ, ਜਿਹੜੇ DC ਇੱਥੇ ਦੇ ਔਰ SDO ਜਿਹੜੇ ਨੇ। ਕੋਈ ਗੱਲ ਨਹੀਂ, ਉਹ ਤਾਂ ਵੇਖੋ ਜਦੋਂ ਹੁਣ ਇੱਥੇ ਵੀ ਬੰਦੇ ਬੈਠੇ ਆ, ਕੇਸ ਇਹਨਾਂ ਤੇ ਵੀ ਹੋ ਰਿਹਾ, ਤਾਂ ਕੋਈ ਗੱਲ ਨਹੀਂ, ਸਾਰਾ ਕੁਝ ਹੋਣਾ ਹੀ ਹੈ ਨਾਲੋਂ ਨਾਲ। ਹਾਂਜੀ 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 ਹਾਂਜੀ, ਤੇ ਗੱਲ ਇਹੀ ਆ ਕਿ ਉਹ ਨੁਕਸਾਨ ਕਰ ਰਹੇ ਨੇ, ਪਰ ਚਲੋ ਉਹਨਾਂ ਨੇ ਭਗਵਾਨ ਸਿੰਘ ਨੇ ਕਹਿਤਾ, ਕਹਿੰਦੇ ਨੇ ਕੋਈ ਗੱਲ ਨਹੀਂ, 154 ਬੰਦੇ ਮਰ ਚੁੱਕੇ ਨੇ, 155 ਦੇ ਵਿੱਚ ਮੇਰਾ ਨਾਂ ਲਿਖ ਲਿਓ, ਮੈਨੂੰ ਕੋਈ ਪਰਵਾਹ ਨਹੀਂ, ਮੈਂ ਮਰਨ ਵਾਸਤੇ ਤਿਆਰ ਹਾਂ, ਪਰ ਮੈਂ ਪਿੱਛੇ ਨਹੀਂ ਹਟਾਂਗਾ। ਸੋ ਇਹ ਗੱਲ ਉਹਨਾਂ ਨੇ ਕੀਤੀ ਆ। ਤੇ ਮੈਂ ਵੀਰ ਜੀ ਤੁਹਾਡੇ ਨਾਲ ਹੋਰ ਵੀ ਵੀਰ ਜੀ ਜੁੜੇ ਨੇ ਮੇਰੇ ਖਿਆਲ ਨਾਲ ਹੈਗੇ ਨੇ, ਮੈਂ ਚਾਹਾਂਗਾ ਕਿ ਉਹਨਾਂ ਨਾਲ ਵੀ ਥੋੜੀ ਜਿਹੀ ਜੇ ਗੱਲਬਾਤ ਹੋ ਜਾਵੇ ਤੇ। ਹਾਂਜੀ ਜੀ, ਹਾਂਜੀ ਹੈਲੋ, ਹਾਂਜੀ 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 ਬੋਲੋ ਜੀ। ਜੀ, ਜੰਮੂ ਵੀਰ ਜੀ ਤੁਹਾਡੇ ਨਾਲ ਸ਼ਾਇਦ ਉੱਥੇ ਮੌਜੂਦ ਨੇ। ਹਾਂਜੀ, ਹਾਂ, ਉਹਨਾਂ ਨਾਲ ਜੇ ਆਪਾਂ 2 ਮਿੰਟ ਗੱਲ ਕਰ ਲਈਏ ਤੇ ਬੜੀ ਮਿਹਰਬਾਨੀ ਹੋਏਗੀ ਜੇ ਉਹ ਗੱਲ ਕਰਨਾ ਚਾਹੁੰਦੇ। ਧੰਨਵਾਦ ਆ ਜੀ ਤੁਹਾਡਾ, ਮੈਂ ਕਰਾ ਦਿੰਦਾ। ਜੀ ਜੀ ਜੀ, ਧੰਨਵਾਦ ਤੁਹਾਡਾ। ਸਾਰਾ ਜਿਹੜਾ ਤੁਸੀਂ ਉਪਰਾਲਾ ਕਰ ਰਹੇ ਹੋ, ਲੋਕਾਂ ਤੱਕ ਜਿਹੜੀ ਅਪਡੇਟ ਆ ਉਹ ਜਾਣੀ ਚਾਹੀਦੀ ਆ। ਜੀ ਜੀ, ਤਾਂ ਕਿ ਲੋਕਾਂ ਨੂੰ ਜਿਹੜੀ ਇਹ ਭਰਮ ਭੁਲੇਖੇ ਮੀਡੀਆ ਜੀ ਫੈਲਾ ਰਿਹਾ ਵਾ, ਉਹਨਾਂ ਭਰਮ ਭੁਲੇਖਿਆਂ ਨੂੰ ਕੱਢਿਆ ਜਾ ਸਕੇ। ਨਹੀਂ ਵੀਰ ਜੀ, ਤੁਸੀਂ ਇੱਕ ਬੇਨਤੀ ਹੋਰ ਕਰ ਦਿਓ ਨਾਲ ਦੀ ਨਾਲ ਕਿ ਜਿਹੜੇ ਫੇਸਬੁੱਕੀ ਵਿਦਵਾਨ ਬਣੇ ਹੋਏ ਆ, ਉਹ ਖਾਸ ਕਰਕੇ ਜਮਸ਼ੇਦਪੁਰ ਦੇ ਨੌਜਵਾਨ ਵੀ ਬਹੁਤ ਜ਼ਿਆਦਾ ਲੱਗੇ ਹੋਏ ਆ ਕਿ ਵੀ ਸਾਡੇ ਜਿਹੜੇ ਆਗੂ ਨੇ ਉਹ ਵਿਕ ਗਏ ਨੇ, ਉਹ ਕਾਮਰੇਡ ਨੇ, ਉਹ ਫਲਾਣਾ ਹੈ ਢਿਮਕਾ, ਤੇ ਉਹਨਾਂ ਨੂੰ ਵੀ ਇੱਕ ਸੁਨੇਹਾ ਤੁਸੀਂ ਜ਼ਰੂਰ ਦਿਓ ਆਪਣੇ ਵੱਲੋਂ। ਨਹੀਂ, ਸੁਨੇਹਾ ਤਾਂ ਇਹੋ ਹੀ ਹੈ ਜੀ, ਵੇਖੋ ਜਿੱਦਾਂ ਦਾ ਵੀ ਹੈਗਾ, ਜੋ ਵੀ ਹੈਗਾ ਵਾ, ਆਪਾਂ ਨੂੰ ਹਾਲ ਦੀ ਘੜੀ ਇਸੇ ਹਾਲਤ ਵਿੱਚ ਹੀ ਆਪਾਂ ਨੂੰ ਤੁਰਨਾ ਪਏਗਾ। ਵਧੀਆ ਚੱਲ ਰਿਹਾ ਵਾ, ਜਿੰਨਾ ਹੁਣ ਤੱਕ ਹੋਇਆ ਸਾਰਾ ਕਿਸਾਨ ਆਗੂਆਂ ਦੀ ਮਿਹਨਤ ਨਾਲ ਹੀ ਹੋਇਆ ਵਾ। ਹਾਂਜੀ, ਤਾਂ ਇੱਥੇ ਲੋਕਲ ਕੋਈ ਵੀ ਇਦਾਂ ਦਾ ਜਿਹੜੇ ਜਿੱਥੇ ਅਸੀਂ ਬੈਠੇ ਹੋਏ ਆ, ਕਾਮਰੇਡ ਵੀ ਵਿੱਚੇ ਫਿਰਦੇ ਆ, ਸਿੱਖ ਵੀ ਵਿੱਚੇ ਫਿਰਦੇ ਆ, ਹਿੰਦੂ ਵੀ ਫਿਰਦੇ ਆ, ਮੁਸਲਮਾਨ ਵੀ ਇੱਥੇ ਹੀ ਫਿਰਦੇ ਆ, ਕਿਸੇ ਦਾ ਕੋਈ ਆਪਸ ਵਿੱਚ ਰੌਲਾ ਨਹੀਂਗਾ। ਸਰਕਾਰ ਪਹਿਲਾਂ ਵੀ ਇਹੋ ਹੀ ਕਰਦੀ ਰਹੀ ਹੈ, 83 ਵੇਲੇ ਵੀ ਇਹਨਾਂ ਸਰਕਾਰ ਨੇ ਇਹੋ ਪਤਾ ਖੇਡਿਆ ਸੀ ਸਿੱਖਾਂ ਦਾ ਤੇ ਕਾਮਰੇਡਾਂ ਦਾ, ਹੁਣ ਫੇਰ ਉਹ ਸਰਕਾਰ ਹੀ ਖੇਡ ਰਹੀ ਆ ਜੀ। ਇਹਨਾਂ ਦਾ ਇੱਥੇ ਆਪਸ ਵਿੱਚ ਕੋਈ ਵੀ ਕਿਸੇ ਦਾ ਰੌਲਾ ਨਹੀਂਗਾ। ਜਿਹੜੀ ਸਟੇਜ ਤੇ ਅਸੀਂ ਬੈਠੇ, ਮੇਨ ਸਟੇਜ ਇਹੋ ਹੀ ਆ ਸੰਯੁਕਤ ਮੋਰਚੇ ਦੀ। ਜੀ ਜੀ, ਸਵੇਰੇ ਪਾਠ ਤੋਂ ਨਿਤਨੇਮ ਤੋਂ ਉੱਥੇ ਸਟੇਜ ਸ਼ੁਰੂ ਹੁੰਦੀ ਆ, ਫਿਰ ਸੁਖਮਨੀ ਦਾ ਪਾਠ ਹੁੰਦਾ, 9ਵੇਂ ਪਾਤਸ਼ਾਹ ਜੀ ਦੇ ਸ਼ਲੋਕ ਪੜ੍ਹੇ ਜਾਂਦੇ ਆ, ਫਿਰ ਅਰਦਾਸ ਹੁੰਦੀ ਆ, ਕੀਰਤਨ ਹੁੰਦਾ ਵਾ ਜੀ, ਤਾਂ ਫਿਰ ਅੱਗੋਂ ਤਕਰੀਰਾਂ ਜਿਹੜੀਆਂ ਸ਼ੁਰੂ ਹੁੰਦੀਆਂ। ਸ਼ਾਮ ਨੂੰ ਇਸੇ ਤਰ੍ਹਾਂ ਹੀ ਫਿਰ ਰਹਿ ਰਸ ਦਾ ਪਾਠ ਹੁੰਦਾ ਆ, ਅਰਦਾਸ ਹੁੰਦੀ ਆ ਤੇ ਸਮਾਪਤ ਹੋ ਜਾਂਦਾ। ਜੀ 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 ਜੀ,
ਤਾਂ ਇਦਾਂ ਦੀ ਕੋਈ ਗੱਲ ਨਹੀਂ ਵੀ ਇੱਥੇ ਕਾਮਰੇਡ ਬੈਠੇ ਆ ਜਾਂ ਕਾਮਰੇਡ ਇਦਾਂ ਕਰਦੇ ਆ। ਜੇ ਕਾਮਰੇਡ ਬੈਠੇ ਫਿਰ ਪਾਠ ਕਿਉਂ ਹੋ ਰਿਹਾ? ਸਹੀ ਗੱਲ ਹੈ। ਤਾਂ ਲਗਭਗ ਜਿਹੜੇ ਹੋਰ ਬੁਲਾਰੇ ਜਾਂ ਹੋਰਨਾਂ ਸੂਬਿਆਂ ਤੋਂ ਆਉਂਦੇ ਆ ਉਹ ਵੀ ਕੋਸ਼ਿਸ਼ ਕਰਦੇ ਆ ਵੀ ਜਿੱਦਾਂ ਦੀ ਵੀ ਹੋਵੇ ਉਹਨਾਂ ਨੂੰ ਉਹ ਵੀ ਫਤਿਹ ਬੁਲਾ ਕੇ ਸ਼ੁਰੂ ਕਰਦੇ, ਫਤਿਹ ਤੋਂ ਖਤਮ ਕਰਦੇ ਆ। ਜੀ 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 ਬਿਲਕੁਲ। ਤਾਂ ਐਸੀ ਕੋਈ ਗੱਲ ਨਹੀਂ ਆ, ਸਾਰੇ ਵਧੀਆ ਚੱਲ ਰਿਹਾ ਵਾ। ਇਸ ਗੱਲ ਨੂੰ ਸਾਨੂੰ ਛੱਡਣਾ ਚਾਹੀਦਾ ਵਾ। ਇੱਥੇ ਜਦੋਂ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਫੇਸਬੁੱਕ ਦੀ ਦੁਨੀਆ ਇੱਕ ਵੱਖਰੀ ਅਲੱਗ ਹੀ ਆ, ਉਹ ਆਪਸ ਵਿੱਚ ਉੱਥੇ ਜੋ ਮਰਜ਼ੀ ਅਸੀਂ ਕਰੀ ਜਾਏ, ਲੇਕਿਨ ਜਿਹੜਾ ਇੱਥੇ ਲੋਕਲ ਆ ਉਹ ਇਦਾਂ ਦਾ ਕੋਈ ਵੀ ਰੌਲਾ ਨਹੀਂ ਗਾ। ਸਾਨੂੰ ਹੁਣ 2 ਮਹੀਨਿਆਂ ਤੋਂ ਉੱਤੇ ਟਾਈਮ ਹੋ ਗਿਆ ਇੱਥੇ ਬੈਠਿਆਂ ਨੂੰ ਜੀ, ਤਾਂ ਕੋਈ ਰੌਲਾ ਨਹੀਂ ਗਾ। ਹੁਣ ਸਾਡੇ ਕੋਲ ਇੱਥੇ ਦਵਾਈ ਦਾ ਕੈਂਪ ਵੀ ਆ, ਸਾਡੇ ਕੋਲ ਲੀੜਾ ਕੱਪੜਾ ਵੀ ਆ, ਬੂਟ ਚੱਪਲਾਂ ਵੀ ਆ ਜੀ। ਤੇ ਸਾਰੇ ਬੰਦੇ ਆਉਂਦੇ ਆ, ਸਾਰੇ ਉਹਨਾਂ ਦੀ ਜਿਹੜੀ ਕੋਈ ਲੋੜ ਆ ਉਹ ਆਪਣੀ ਪੂਰੀ ਕਰਦੇ ਆ। ਜੀ 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 ਬਿਲਕੁਲ ਬਿਲਕੁਲ ਬਿਲਕੁਲ। ਜੇ ਹੁਣ ਇਹੋ ਹੀ ਰੌਲਾ ਪਾਈ ਜਾਓ ਤਾਂ ਮਤਲਬ ਫਿਰ ਸਾਨੂੰ ਵੀ ਸੋਚਣਾ ਪਊਗਾ ਵੀ ਇਹ ਸਿੱਖ ਨੂੰ ਦਵਾਈ ਦੇਣੀ ਕਿ ਹਿੰਦੂ ਨੂੰ ਦੇਣੀ ਕਿ ਮੁਸਲਮਾਨ ਨੂੰ ਦੇਣੀ। ਇਹ ਤਾਂ ਮਸਲਾ ਬਿਲਕੁਲ ਏਦਾਂ ਨਾ ਆਪਾਂ ਨੂੰ ਛੱਡ ਦੇਣਾ ਚਾਹੀਦਾ, ਕਿਉਂਕਿ ਹੁਣ ਸਾਂਝਾ ਇੱਕੋ ਹੀ ਸਿਰਫ ਕਿਸਾਨੀ ਮਸਲਾ ਆ। ਕਿਸਾਨੀ ਮਸਲੇ ਨੂੰ ਆਪਾਂ ਨੂੰ ਧਿਆਨ 'ਚ ਰੱਖਣਾ ਚਾਹੀਦਾ ਜੀ। ਜਿਹੜਾ ਸਾਡਾ ਧਿਆਨ ਆ ਉਹ ਸਿਰਫ ਇੱਕ ਥਾਂ ਤੇ ਕੇਂਦਰਿਤ ਰਹਿਣਾ ਚਾਹੀਦਾ। ਸਰਕਾਰ ਸਾਨੂੰ ਖਿੰਡਾਉਣਾ ਚਾਹੁੰਦੀ ਆ, ਵੰਡਣਾ ਚਾਹੁੰਦੀ ਆ। ਹੁਣ ਆਪਾਂ ਕਿੰਨੇ ਕੁ ਸਿਆਣੇ ਬਣ ਸਕਦੇ ਜਾਂ ਕਿੰਨਾ ਸਮਝਦਾਰੀ ਵਰਤ ਸਕਦੇ ਆ, ਇਹ ਆਪਣੇ ਤੇ ਡਿਪੈਂਡ ਕਰਦਾ। ਬਿਲਕੁਲ 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 ਬਿਲਕੁਲ। ਹਾਂਜੀ ਜੀ। ਕਿਉਂਕਿ ਸਰਕਾਰ ਨੇ ਬਥੇਰੇ ਸਾਲ ਲੋਕਾਂ ਨੂੰ ਲੜਾ ਵੇਖ ਲਿਆ, ਧਰਮਾਂ ਦੇ ਨਾਂ ਤੇ ਵੀ ਲੜਾ ਕੇ ਵੇਖ ਲਿਆ, ਮਜ਼ਹਬਾਂ ਦੇ ਜਾਤਾਂ ਦੇ ਨਾਂ ਤੇ ਲੜਾ ਕੇ ਵੇਖ ਲਿਆ। ਹਰ ਤਰ੍ਹਾਂ ਦਾ ਜਿਹੜਾ ਹੱਥ ਕੰਡਾ ਉਹਨਾਂ ਨੇ ਵਰਤ ਕੇ ਵੇਖ ਲਿਆ। ਬਿਲਕੁਲ। ਇੱਥੇ ਅਜੇ ਤੱਕ ਉਹ ਇਸ ਗੱਲ 'ਚ ਕਾਮਯਾਬ ਨਹੀਂ ਹੋ ਰਿਹਾ ਵੀ ਜੇ ਮੁਸਲਮਾਨ ਵੀਰ ਆ ਉਹ ਵੀ ਲੰਗਰ ਲਾ ਕੇ ਬੈਠੇ ਆ, ਜੇ ਹਿੰਦੂ ਵੀਰ ਆ ਉਹ ਵੀ ਲਾ ਕੇ ਬੈਠੇ ਆ, ਜੇ ਸਿੱਖ ਆ ਤਾਂ ਉਹ ਵੀ ਲਾ ਕੇ ਬੈਠੇ ਆ, ਵੀ ਕਿਸੇ ਨੂੰ ਇੱਥੇ ਕੋਈ ਮੁਸ਼ਕਲ ਹੈ ਨਹੀਂ ਗੀ। ਜੀ 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 ਬਿਲਕੁਲ। ਜੇ ਇੱਕ ਟਰਾਲੀ ਹਰਿਆਣੇ ਵਾਲਿਆਂ ਵੀਰਾਂ ਦੀ ਖਲੋਤੀ ਆ, ਉਹ ਉਹਦੇ 'ਚ ਬੈਠੇ ਆਪਣਾ ਜਿਹੜਾ ਉਹਨਾਂ ਦਾ ਸਿਲਸਿਲਾ ਹੈਗਾ ਉਹ ਪੀ ਰਹੇ ਆ, ਉਦੋਂ ਅਗਲੀ ਟਰਾਲੀ ਜਿਹੜੀ ਉਹ ਸਿੱਖ ਦੀ ਖਲੋਤੀ ਉਹ ਪਾਠ ਕਰ ਰਿਹਾ। ਬਿਲਕੁਲ ਬਿਲਕੁਲ ਬਿਲਕੁਲ। ਜਦੋਂ ਇੱਥੇ ਬੈਠੇ ਲੋਕਾਂ ਨੂੰ ਕੋਈ ਮੁਸ਼ਕਲ ਨਹੀਂ ਆ ਤਾਂ ਆਸੇ ਪਾਸੇ ਬੈਠੇ ਲੋਕਾਂ ਨੂੰ ਕੀ ਮੁਸ਼ਕਲ ਹੋਣੀ ਚਾਹੀਦੀ ਹੈ। ਸਹੀ ਗੱਲ, ਸੱਚਾਈ ਆ ਬਿਲਕੁਲ। ਸੋ ਵੀਰ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ, ਤੇ ਜਿੰਨਾ ਤੁਸੀਂ ਟਾਈਮ ਦਿੱਤਾ ਇਹ ਬਹੁਤ ਕੀਮਤੀ ਹੈ ਸਾਡੇ ਲਈ। ਤੇ ਇਦਾਂ ਹੈ ਕਿ ਤੁਸੀਂ ਹਰਮਿੰਦਰ ਸਿੰਘ ਦੀ ਗੱਲ ਕਰ ਰਹੇ ਸੀ ਕਿ ਜੰਮੂ ਦੀ ਜੀ, ਉਹ ਮੇਰੇ ਖਿਆਲ ਇੱਥੋਂ ਸਟੇਜ ਵਾਲੇ ਪਾਸੇ ਨੂੰ ਸ਼ਾਇਦ ਹੁਣ ਗਿਆ ਹੋਇਆ ਹਾਲੇ। ਜੀ 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 ਜੀ। ਤਾਂ ਉਹ ਹਾਜ਼ਰ ਨਹੀਂ ਹੈ ਜੀ। ਹੋਰ ਆਪਣੇ ਅਗਰ ਕੋਈ ਵੀਰ ਹੈ ਨੇ ਜਿਹੜੇ ਗੱਲ ਕਰਨਾ ਚਾਹੁੰਦੇ ਨੇ? ਹਾਂ ਮੈਂ ਕਰਵਾ ਦਿੰਦਾ। ਜੀ ਜੀ ਜੀ। ਸਾਡੇ ਕੋਲ ਇੱਥੇ ਲੁਧਿਆਣੇ ਤੋਂ ਲਗਭਗ ਮੇਰੇ ਖਿਆਲ 10ਵਾਂ 11ਵਾਂ ਗੇੜਾ ਹੈ ਜੀ। ਸਾਡੇ ਬਹੁਤ ਪਿਆਰੇ ਵੀਰ ਚਾਕਰ ਜੀ, ਸੁਖਜਿੰਦਰ ਸਿੰਘ ਚਾਕਰ ਜੀ। ਸੁਖਜਿੰਦਰ ਸਿੰਘ ਚਾਕਰ ਜੀ, ਹਾਂਜੀ ਮੈਂ ਨਾਂ ਥੋੜਾ ਭੁੱਲ ਰਿਹਾ ਸੀ ਉਹਨਾਂ ਦਾ। ਲੁਧਿਆਣੇ ਤੋਂ ਉਹ ਸ਼ੁੱਕਰਵਾਰ ਆਉਂਦੇ ਆ, ਸ਼ਨੀਵਾਰ ਇੱਥੇ ਰਹਿੰਦੇ ਸਾਡੇ ਕੋਲ, ਐਤਵਾਰ ਦੁਪਹਿਰ ਤੱਕ ਉਹ ਸਾਡੇ ਕੋਲ ਹੀ ਰਹਿੰਦੇ ਆ। ਤਾਂ ਬੜੇ ਚਾਅ ਨਾਲ ਕੰਮਕਾਰ ਛੱਡ ਕੇ, ਘਰ-ਬਾਰ ਛੱਡ ਕੇ ਜੀ, ਪਰਿਵਾਰ ਨੂੰ ਛੱਡ ਕੇ ਉਹ ਸਾਡੇ ਕੋਲ ਇੱਥੇ ਆਉਂਦੇ ਆ। ਜੀ 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 ਜ਼ਰੂਰ ਗੱਲ ਸਾਡੇ ਕੋਲ ਹੀ ਰਹਿੰਦੇ ਆ। ਮੈਂ ਉਹਨਾਂ ਨੂੰ ਹਾਜ਼ਰ ਕਰ ਰਿਹਾ ਤੁਹਾਡੇ ਨਾਲ। ਜੀ ਜੀ ਆ ਲਓ ਜੀ। ਜੀ ਜੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਾਕਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਧੰਨਵਾਦ ਹੈ ਤੁਹਾਡਾ ਕਿ ਤੁਸੀਂ ਸਮਾਂ ਦਿੱਤਾ, ਟਾਈਮ ਦਿੱਤਾ ਗੱਲ ਕਰਨ ਵਾਸਤੇ। ਨਹੀਂ ਜੀ ਨਹੀਂ, ਮੇਰਾ ਬੜਾ ਸੁਭਾਗ ਹੈ ਜੀ ਕਿ ਮੈਂ ਆਪ ਜੀ ਦੇ ਨਾਲ ਗੱਲ ਕਰ ਰਿਹਾ। ਜੀ ਜੀ ਜੀ। ਚਾਕਰ ਸਾਹਿਬ ਲਗਾਤਾਰ ਸੇਵਾਵਾਂ ਤੁਸੀਂ ਨਿਭਾ ਰਹੇ ਹੋ। ਮੈਂ ਤਸਵੀਰਾਂ ਰਾਹੀਂ, ਫੇਸਬੁੱਕ ਦੇ ਰਾਹੀਂ ਤੁਹਾਨੂੰ ਵੇਖ ਰਿਹਾ। ਤੁਸੀਂ ਬਹੁਤ ਵਧੀਆ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਨਾਲ ਜਿਹੜਾ ਮਿਲ ਕੇ ਜੋ ਵੀ ਕੰਮ ਤੁਸੀਂ ਕਰ ਰਹੇ ਹੋ ਬਹੁਤ ਕਮਾਲ ਦਾ ਆ। ਤੁਹਾਡੇ ਤੋਂ ਮੈਂ ਸਿਰਫ ਇਹੀ ਪੁੱਛਣਾ ਚਾਹਾਂਗਾ ਵੀਰ ਜੀ, ਕਿੱਦਾਂ ਦਾ ਮਾਹੌਲ ਲੱਗ ਰਿਹਾ ਹੁਣ ਦਾ? ਕਿਉਂਕਿ ਪਹਿਲਾਂ ਵੀ ਮੈਂ ਗੱਲ ਕੀਤੀ ਹੈ ਵੀਰ ਜੀ ਨਾਲ, ਉਹਨਾਂ ਨੇ ਵੀ ਦੱਸਿਆ ਵੀ ਜੀ। ਦੇਖੋ ਪਤਾ ਕੀ ਕਹਾਣੀ ਹੈ ਜੀ, ਲੋਕਾਂ ਦਾ ਜਿਹੜਾ ਹੈ ਨਾ ਸੋਚਣ ਦਾ ਨਜ਼ਰੀਆ ਥੋੜਾ ਜਿਹਾ ਚੇਂਜ ਹੋ ਗਿਆ ਸੀ। ਕਹਾਣੀ ਇੱਕ ਹੈਗੀ ਵੀ ਇੱਕ ਕਾਲ ਦਿੱਤੀ ਗਈ ਸੀਗੀ ਵੀ ਟਰੈਕਟਰ ਮਾਰਚ, ਟਰੈਕਟਰ ਪਰੇਡ ਜੀ, ਉਸ ਨਾਮ ਹੇਠ 22 ਤੋਂ ਲੈ ਕੇ 25 ਤੱਕ ਲੋਕਾਂ ਨੇ ਵਹੀਰਾਂ ਘੱਤੀਆਂ। ਹਾਂਜੀ, ਹੁਣ ਜਿਸ ਪਰਿਵਾਰ ਦੇ ਵਿੱਚ 10 ਜੀ ਨੇ ਉਹ 10 ਦੇ 10 ਹੀ ਆ ਗਏ। ਇੱਕੋ ਦਮ ਓਵਰ ਹੋ ਗਿਆ ਜੀ, ਪੂਰਾ ਓਵਰ ਹੋ ਗਿਆ।
ਜੀ ਜੀ ਮੈਂ 26 ਤਰੀਕ ਨੂੰ ਇੱਥੋਂ ਜਦੋਂ ਵਾਪਸ ਗਿਆ ਵਾਂ, ਮੈਂ 23 ਨੂੰ ਆਇਆ ਸੀ, 24 ਨੂੰ ਆਇਆ ਸੀ, ਹਾਂਜੀ 24 ਨੂੰ ਮੈਂ ਆਇਆ, 24 25 26 26 ਨੂੰ ਜਦੋਂ ਮੈਂ ਇੱਥੋਂ ਗਿਆ ਵਾਂ ਵਾਪਸ ਜੀ, ਤੇ ਮੈਂ ਲਗਭਗ 12 ਕਿਲੋਮੀਟਰ ਪੈਦਲ ਤੁਰਿਆ ਵਾਂ ਤੇ 80 90 ਟਰੈਕਟਰ ਜੰਪ ਕੀਤੇ ਨੇ। ਪੈਦਲ ਵੀ ਲੰਘਣ ਨੂੰ ਰਾਹ ਨਹੀਂ ਸੀ, 80 90 ਟਰੈਕਟਰ ਮੈਂ ਜੰਪ ਕੀਤੇ ਨੇ। ਤੇ ਫਿਰ ਮੈਂ ਪਹੁੰਚਿਆ ਅੱਗੋਂ, ਕੁਦਰਤੀ ਇੱਕ ਮੈਨੂੰ ਮਿਲ ਗਿਆ ਮੋਟਰਸਾਈਕਲ ਵਾਲਾ, ਉਹਨੂੰ ਮੈਂ ਬੇਨਤੀ ਕੀਤੀ ਕਿ ਮੈਨੂੰ ਤੂੰ ਬਹਾਲਗੜ੍ਹ ਲਾ ਦੇ ਤੇ ਉੱਥੋਂ ਮੈਨੂੰ ਕੋਈ ਬੱਸ ਵਗੈਰਾ ਮਿਲ ਜਾਵੇਗੀ। ਜੀ ਜੀ, ਚਲੋ ਉਹ ਉੱਪਰੋਂ ਦੀ ਲੰਘ ਗਿਆ ਤੇ ਮੈਂ ਕਿਹਾ ਤੂੰ ਤਾਂ ਥੱਲੇ ਆਪਣਾ ਮੈਨੂੰ ਥੱਲੇ ਲਾਣਾ ਸੀਗਾ। ਕਹਿੰਦਾ ਕੋਈ ਨਹੀਂ, ਮੈਂ ਪਾਣੀਪਤ ਜਾਣਾ, ਤੁਹਾਨੂੰ ਪਾਣੀਪਤ ਲਾ ਦਿਆਂਗਾ। ਮੈਨੂੰ ਪਾਣੀਪਤ ਵੀ ਉਸ ਦਿਨ 1.5 ਘੰਟੇ ਬਾਅਦ ਮੈਨੂੰ ਬੱਸ ਟੱਕਰੀ ਜੀ। ਚਲੋ ਬਹੁਤ ਵੀ ਲੰਬਾ ਹੈਗੀ ਗੱਲਬਾਤ ਹੈ ਵੀ ਉਹ ਇੱਕ ਵਾਰੀ ਓਵਰ ਸੀਗਾ, ਉਹ ਵਾਪਸ ਜਾਣਾ ਹੀ ਜਾਣਾ ਸੀ ਰਸ਼। ਬਿਲਕੁਲ, ਹੁਣ 10 ਦੇ 10 ਬੰਦੇ ਤਾਂ ਇੱਥੇ ਨਹੀਂ ਨਾ ਰਹਿ ਸਕਦੇ ਪਰਿਵਾਰ ਦੇ। ਤੇ ਉਹ ਇੱਕੋ ਦਮ ਜਿਹੜਾ ਹੁਣ ਸਿਚੁਏਸ਼ਨ ਜਿਹੜੀ ਹੈਗੀ ਨਾ, ਉਹ ਜਿਹੜੀ 22 ਤਰੀਕ ਤੱਕ ਦੀ ਜਿਹੜੀ ਸਿਚੁਏਸ਼ਨ ਸੀ ਨਾ, ਉਹ ਫਿਰ ਬਣ ਗਈ ਹੋਈ ਹੈ। 26 ਤੋਂ ਬਾਅਦ ਜਿਹੜੇ ਓਵਰ ਰਸ਼ ਸੀ ਉਹ ਵਾਪਸ ਜਾਣਾ ਹੀ ਜਾਣਾ ਸੀ। ਅੱਜ ਵੀ ਪੂਰਾ ਜਿਵੇਂ 22 ਜਨਵਰੀ ਤੱਕ ਜੋ ਸਿਸਟਮ ਸੀ ਉਹੀ ਬਣ ਚੁੱਕੀ ਹੈ। ਹੋਰ ਵੀ ਅੱਗੇ ਨਾਲੋਂ ਥੋੜਾ ਵਧੇਗਾ, ਕਿਉਂਕਿ ਸਰਕਾਰ ਜਿਹੜੀ ਹੈਗੀ ਏ ਉਹ ਸਾਨੂੰ ਦਬਾਉਂਦੀ ਨਜ਼ਰ ਆ ਰਹੀ ਹੈ। ਇਸ ਕਰਕੇ ਅਸੀਂ ਵੀ ਆਪਣੇ ਜਿੰਨੇ ਵੀ ਸੰਬੰਧੀ ਹੈਗੇ ਨੇ, ਜਿੰਨੇ ਵੀ ਮਿੱਤਰ ਨੇ, ਜਿੰਨੇ ਵੀ ਗੁਰਮੁਖ ਪਿਆਰਿਆਂ ਦਾ ਸਾਡਾ ਸਾਥ ਹੈਗਾ, ਆਪਾਂ ਸਾਰਿਆਂ ਨੂੰ ਇਹ ਕਹਿੰਦੇ ਵੀ ਵੱਧ ਤੋਂ ਵੱਧ ਮਨੁੱਖੀ ਸਿਰਾਂ ਦਾ ਹੜ ਲਿਆਓ ਇੱਥੇ। ਕਿਉਂਕਿ ਹੁਣ ਜਿਹੜਾ ਹੈਗਾ ਸਰਕਾਰ ਤੇ ਦਬਾਅ ਜਿਹੜਾ ਪਏਗਾ ਉਹ ਗਿਣਤੀ ਨਾਲ ਹੀ ਪੈਣਾ ਹੈ, ਗਿਣਤੀ ਨਾਲ ਹੀ ਪੈਣਾ ਹੈ। ਪਹਿਲੇ ਮੈਂ ਕਹਿੰਦਾ ਹੁੰਦਾ ਸੀ, ਦੇਖੋ ਕਹਿੰਦਾ ਸੀ ਨਾ ਵੀ ਮੈਂ ਜਾਣਾ ਹੈਗਾ ਤੇ ਮੈਂ ਕਹਿੰਦਾ ਸੀ ਵੀ ਜੇ ਚੱਲਣਾ ਹੈਗਾ ਹੀ ਭਰਾਵਾ ਉੱਥੇ ਰਹੋ, ਸੇਵਾ ਕਰੋ, ਫਿਰ ਤਾਂ ਫਾਇਦਾ ਹੈ, ਤੇ ਜੇ ਜਾਣਾ ਹੀ ਹੈ ਫਿਰ ਨਹੀਂ ਫਾਇਦਾ। ਹੁਣ ਮੈਂ ਕਹਿੰਦਾ ਨਹੀਂ ਭਰਾਵਾ, ਆਓ ਸਹੀ ਇੱਥੇ ਮਨੁੱਖੀ ਸਿਰਾਂ ਦਾ ਹੜ ਲਿਆਓ। ਕਿਆ ਬਾਤ, ਤਾਂ ਕਿ ਇੱਥੇ ਗੱਲ ਜਿਹੜੀ ਹੈਗੀ ਹੈ ਹੁਣ ਤੁਹਾਡੀ ਗਿਣਤੀ ਨਾਲ ਬਣਨੀ ਹੈ। ਬਿਲਕੁਲ ਬਿਲਕੁਲ। ਬਾਕੀ ਜਿਹੜਾ ਵੀ ਬੰਦਾ ਇੱਥੇ ਆ ਰਿਹਾ, ਮੈਂ ਪਹਿਲੇ ਵੀ ਆਪ ਜੀ ਨਾਲ ਗੱਲ ਹੋਈ ਆਪਣੀ ਵੀ ਉਹ ਅਸੀਂ ਤਾਂ, ਮੈਂ ਤਾਂ ਇਹ ਸੋਚ ਕੇ ਆਣਾ ਕਿ ਮੈਂ ਕਿਸੇ ਵਾਸਤੇ ਨਹੀਂ ਆਇਆ, ਮੈਂ ਆਪਦੇ ਵਾਸਤੇ ਆਇਆ। ਵਾਹ ਵਾਹ, ਬਿਲਕੁਲ, ਮੈਂ ਤਾਂ ਆਪਣੇ ਵਾਸਤੇ ਆਇਆ ਵਾਂ। ਮੈਨੂੰ ਜਦੋਂ ਕੱਲ ਨੂੰ 500 ਰੁਪਏ ਕਿਲੋ ਆਟਾ ਲੈਣਾ ਪੈ ਗਿਆ ਤੇ ਆਪਾਂ ਤਾਂ ਨਹੀਂ ਸਰਵਾਈਵ ਕਰ ਪਾਵਾਂਗੇ। ਅੱਜ ਆਪਾਂ ਵੇਖਦੇ ਪਏ ਆ ਕਿ ਜਿਹੜੀ ਮੱਕੀ ਹੈਗੀ ਏ ਉਹ ਇੱਕ ਕਿਸਾਨ ਕੋਲੋਂ 750 ਰੁਪਏ ਕੁਇੰਟਲ ਚੁੱਕੀ ਜਾ ਰਹੀ ਹੈ, ਜਦਕਿ 7.5 ਰੁਪਏ ਕਿਲੋ। 1 ਕਿਲੋ ਵਿੱਚ 3 ਛੱਲੀਆਂ ਚੜ ਜਾਂਦੀਆਂ ਨੇ। ਜੀ ਜੀ, 2.5 ਰੁਪਏ ਦੀ ਇੱਕ ਛੱਲੀ ਹੋ ਗਈ। 2.5 ਰੁਪਏ ਦੀ ਛੱਲੀ ਜਿਹੜੀ ਹੈਗੀ ਉਹ ਅੰਬਾਨੀ ਅਦਾਨੀ ਪੈਕ ਕਰਕੇ 46 ਰੁਪਏ ਪਰ ਛੱਲੀ 92 ਰੁਪਏ ਦਾ ਜੋੜਾ ਵੇਚਦੇ ਪਏ ਨੇ। 5 ਰੁਪਏ ਦੀ ਚੀਜ਼ 92 ਰੁਪਏ ਦੀ ਅੱਜ ਵਿਕ ਰਹੀ ਏ। ਹਾਲੇ ਉਹਨਾਂ ਦੇ ਕਬਜ਼ੇ 'ਚ ਪੂਰੀ ਤਰ੍ਹਾਂ ਨਹੀਂ ਆਈ ਤੇ ਅੱਜ 92 ਰੁਪਏ ਦੀ ਅਗਲੇ ਵੇਚ ਛੱਡੀ ਏ। ਤੇ ਜਦੋਂ ਇਹਨਾਂ ਦੇ ਕਬਜ਼ੇ ਵਿੱਚ ਆ ਗਈ ਚੀਜ਼, ਫਿਰ ਕੀ ਹਾਲ ਕਰਨਗੇ? ਯੈਸ ਯੈਸ ਯੈਸ, ਬਹੁਤ ਵੱਡੀ ਗੱਲ ਕਹੀ ਤੁਸੀਂ, ਬਹੁਤ ਵੱਡੀ ਗੱਲ ਕਹੀ। ਅੱਜ ਤਾਂ ਇਹਨਾਂ ਦੇ ਕਬਜ਼ੇ 'ਚ ਨਹੀਂ ਹੈਗੀ ਇਹ ਗੱਲ। ਜੀ 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 ਜੀ, ਜਿਸ ਦਿਨ ਇਹਨਾਂ ਦੇ ਕਬਜ਼ੇ 'ਚ ਆ ਗਈ ਕਹਾਣੀ, ਕਿਸਾਨ ਦੇ ਪੱਲੇ ਇਹਨਾਂ ਨੇ ਕੱਖ ਨਹੀਂ ਪਾਣਾ। ਕਿਸਾਨ ਦੇ ਪੱਲੇ ਜੇ ਅੱਜ 750 ਰੁਪਏ ਨਾ, ਕਿਸਾਨ ਦੇ ਪੱਲੇ 200 250 ਰਹਿ ਜਾਣਾ ਸਾਰਾ ਫਿਰ। ਬਿਲਕੁਲ 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 ਬਿਲਕੁਲ। ਮਤਲਬ ਕਿਸਾਨ ਦਾ ਵਿਚਾਰਾ ਸਗੋਂ ਉੱਪਰ ਚੁੱਕਣ ਵਾਲੀ ਗੱਲ ਕਰਨੀ ਚਾਹੀਦੀ ਸੀ ਸਰਕਾਰ ਨੂੰ। ਕਿਸਾਨ ਤਾਂ ਪਹਿਲੇ ਕੋਈ ਖੁਸ਼ੀ ਨਾਲ ਕੋਈ ਸਪਰੇਆਂ ਨਹੀਂ ਪੀਂਦਾ ਹੁੰਦਾ, ਖੁਸ਼ੀ ਨਾਲ ਕੋਈ ਫਾਹ ਨਹੀਂ ਲੈਂਦਾ ਹੁੰਦਾ। ਕੋਈ ਬੰਦਾ ਖੁਸ਼ ਹੋਵੇ ਫਾਹ ਲਏਗਾ, ਆਤਮਘਾਤ ਕਰੇਗਾ ਨਾ। ਕੋਈ ਬੰਦਾ ਖੁਸ਼ ਹੋਵੇ ਉਹ ਸਪਰੇ ਪੀਏਗਾ ਨਾ ਨਾ ਨਾ। ਕਿਸਾਨ ਤਾਂ ਵਿਚਾਰਾ ਪਹਿਲੇ ਰੁਲਿਆ ਪਿਆ ਏ, ਕਿਉਂਕਿ ਕਿਸਾਨੀ ਜਿਹੜੀ ਹੈਗੀ ਬਹੁਤੀ ਮੌਸਮ ਦੇ ਉੱਤੇ ਨਿਰਭਰ ਕਰਦੀ ਏ। ਬਿਲਕੁਲ ਬਿਲਕੁਲ। ਇੱਕ ਬੇਮੌਸਮੀ ਜਿਹੜੀ ਬਰਸਾਤ ਹੁੰਦੀ ਨਾ, ਉਹ ਕਿਸਾਨ ਨੂੰ ਥੱਲੇ ਲਾ ਕੇ ਰੱਖ ਛੱਡਦੀ ਏ। ਸਰਕਾਰ ਨੂੰ ਕਿਸਾਨਾਂ ਦੇ ਜ਼ਖਮਾਂ ਦੇ ਉੱਤੇ ਕੋਈ ਮਲਮ ਦਾ ਕੰਮ ਕਰਨਾ ਚਾਹੀਦਾ ਸੀ। ਬਿਲਕੁਲ ਬਿਲਕੁਲ। ਇਹਨਾਂ ਨੇ ਤਾਂ ਉਹ ਕੰਮ ਕੀਤਾ ਵੀ ਜ਼ਖਮਾਂ ਨੂੰ ਕੁਰੇਦ ਕੇ ਉੱਤੇ ਇਹਨਾਂ ਨੇ ਤੇਜ਼ਾਬ ਪਾ ਛੱਡਿਆ। ਬਿਲਕੁਲ। ਜਿਸ ਹਿਸਾਬ ਨਾਲ ਸਰਕਾਰ ਚੱਲ ਰਹੀ ਹੈ ਨਾ, ਇਹਨਾਂ ਨੇ ਵੀ ਜ਼ਖਮਾਂ ਨੂੰ ਕੁਰੇਦ ਛੱਡਿਆ, ਕੁਰੇਦ ਕੇ ਉੱਤੇ ਨਾਲ ਤੇਜ਼ਾਬ ਪਾ ਛੱਡਿਆ। ਜੀ 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 ਜੀ। ਇਹ ਤਾਂ ਸਭ ਤੋਂ ਵੱਡੇ ਲਾਹਨਤੀ ਨੇ, ਮੈਂ ਕਹਾਂਗਾ। ਇਸ ਤੋਂ ਵੱਡੇ ਲਾਹਨਤੀ ਜੰਮਣੇ ਨਹੀਂ ਹੋ ਕਿਸੇ ਨੇ, ਜਿੰਨੇ ਵੱਡੇ ਲਾਹਨਤੀ ਇਹ ਨੇ। ਮਨੇ ਤੁਹਾਡੇ ਕਹਿਣ ਦਾ ਮਤਲਬ ਹੈ ਵੀਰ ਜੀ, ਮਾਹੌਲ ਦੇ ਵਿੱਚ ਕੋਈ ਫਰਕ ਨਹੀਂ ਪਿਆ, ਮਾਹੌਲ ਹੋਰ ਚੜ੍ਹਦੀ ਕਲਾ ਦੇ ਵਿੱਚ। ਬਲਕਿ ਹੁਣ ਜਦੋਂ ਦਾ ਇਹਨਾਂ ਨੇ ਦਬਾਅ ਵਧਾਇਆ ਏ, ਤੁਸੀਂ ਵੇਖੋ ਰਾਕੇਸ਼ ਟਿਕੈਤ ਨੇ ਇੱਕ ਵਾਰੀ ਰੋ ਕੇ ਅਪੀਲ ਕੀਤੀ ਏ। ਜੀ ਜੀ,
ਤੇ ਉਹਨੇ ਆਪਣੇ ਲੋਕਾਂ ਨੂੰ ਇਹ ਗੱਲ ਕਹੀ ਵੀ ਮੈਂ ਪਾਣੀ ਨਹੀਂ ਪੀਣਾ, ਮੈਂ ਤਾਂ ਆਪਣੇ ਗਾਂਵ ਦਾ ਪਾਣੀ ਪੀਣਾ ਹੈ। ਆਹਾ, ਲੋਕੀ ਪਹੁੰਚ ਗਏ ਨਾ ਉੱਥੇ, ਐਡਾ ਪਾਣੀ ਲੈ ਕੇ ਉੱਥੇ ਪਹੁੰਚ ਗਏ ਨੇ ਵੀ ਲੈ ਵੀ ਰਕੇਸ਼ ਤੇ ਕਹਿਤਾ ਤੂੰ ਪਾਣੀ ਪੀ, ਇਹ ਪਾਣੀ ਨਾਲ ਨਹਾ ਜੀ। ਕੀ ਬਾਤ ਹੈ, ਕੀ ਬਾਤ ਹੈ। ਕਿਉਂ? ਉਹ ਕਹਿੰਦੇ ਨੇ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ। ਗੁਰੂ ਅਰਜਨ ਸਾਹਿਬ ਜੀ ਦੀ ਬਾਣੀ 12 ਮਾਹ ਦੇ ਵਿੱਚ ਮਾਘ ਮਹੀਨੇ ਦੇ ਵਿੱਚ ਹੀ ਆਉਂਦਾ ਹੈ। ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਹੈ ਤਾਂ ਸੱਚ ਹੱਕ ਦੀ ਲੜਾਈ ਏ। ਯੈਸ, ਇਹ ਭਾਗੋਆਂ ਤੇ ਲਾਲੋਆਂ ਦੀ ਲੜਾਈ ਏ। ਜਿਹੜਾ ਸ਼ਹਿਰੀ ਵਰਗ ਇੱਕ ਉਹ ਜਿਹੜਾ ਭਾਗੋ ਬੈਠਾ ਏ ਉਹ ਸਾਰਾ ਕੁਝ ਹੀ ਇਹਨਾਂ ਨੂੰ ਚੰਗੀ ਤਰ੍ਹਾਂ ਐਨ ਥੱਲੇ ਲਾਉਣ ਨੂੰ ਫਿਰਦਾ ਏ। ਬਿਲਕੁਲ। ਤੇ ਇਹ ਜਿਹੜੇ ਲਾਲੋ ਕੇ ਨੇ ਇਹ ਚਾਹੁੰਦੇ ਨੇ ਕਿ ਸਾਡੇ ਜਿਹੜੇ ਹੈਗੇ ਨੇ ਭਰਾ ਇਹ ਬਹੁਤ ਜ਼ਿਆਦਾ ਮਹਿੰਗਾ ਆਟਾ ਨਾ ਖਾਣ, ਉਹਨਾਂ ਨੇ ਤਾਂ ਆਪਣਾ ਕੱਢ ਹੀ ਲੈਣਾ ਏ। ਕਿਸਾਨ ਤਾਂ ਮੰਨ ਲਓ ਜੇ 9 ਕੁਇੰਟਲ ਫਸਲ ਹੋਈ ਹੈ ਜਾਂ 10 ਕੁਇੰਟਲ ਫਸਲ ਹੋਈ ਹੈ, 1 ਕੁਇੰਟਲ ਆਪਣੇ ਵਾਸਤੇ ਰੱਖ ਲਏਗਾ। ਯੈਸ ਜੀ, ਜਾਨ ਤਾਂ ਸਾਡੀ ਨਿਕਲਣੀ ਹੈ। ਜੀ 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 ਵੀਰ ਜੀ, ਉੱਥੇ ਕਿਹਾ ਵੀ ਗਿਆ ਜਾਂ ਅਫਵਾਹ ਵੀ ਮਨੇ ਹੈ ਤੇ ਖੈਰ ਸੱਚਾਈ ਸੀ, ਗੱਲ ਕੀਤੀ ਗਈ ਸੀ ਕਿ ਉੱਥੇ ਲਾਈਨ ਵੀ ਕੱਢ ਦਿੱਤੀ ਗਈ ਹੈ ਤੇ ਪਾਣੀ ਦਾ ਕਨੈਕਸ਼ਨ ਵੀ ਕੱਢ ਦਿੱਤਾ ਗਿਆ ਜਿੱਥੇ ਰਕੇਸ਼ ਟਿਕੈਤ ਬੈਠੇ ਹੋਏ ਨੇ। ਤੇ ਹੁਣ ਦਾ ਕੀ ਮਾਹੌਲ ਹੈ ਉੱਥੇ ਦਾ? ਹੋਇਆ ਸੀ ਜੀ, ਹੋਇਆ ਸੀ ਉਹ, ਲੇਕਿਨ ਹੁਣ ਜਿਹੜੀ ਹੈਗੀ ਉਹ ਜਿਵੇਂ ਜਿਵੇਂ ਉਹਨਾਂ ਨੇ ਦੇਖਿਆ ਕਿ ਹੁਣ ਇਸੇ ਕਰਕੇ ਹੀ ਮੈਂ ਜਿਹੜੀ ਹੁਣ ਸਾਰਿਆਂ ਨੂੰ ਇਹ ਆਪਣੇ ਵੱਲੋਂ ਅਪੀਲ ਕਰ ਰਿਹਾ ਤੁਸੀਂ ਮਨੁੱਖੀ ਸਿਰਾਂ ਦਾ ਹੜ੍ਹ ਲਿਆਓ, ਕਿਉਂਕਿ ਆਪਾਂ ਉੱਥੇ ਦੇਖ ਰਹੇ ਹਾਂ ਗਾਜੀਪੁਰ ਬਾਰਡਰ ਤੇ ਜਿਵੇਂ ਹੀ ਸੰਗਤਾਂ ਦੀ ਆਮਦ ਵਧਣੀ ਸ਼ੁਰੂ ਹੋਈ, ਬੰਦਿਆਂ ਦੀ ਆਮਦ ਵਧਣੀ ਸ਼ੁਰੂ ਹੋਈ, ਤਿਵੇਂ ਹੀ ਸਰਕਾਰ ਨੇ ਪੈਰ ਪਿੱਛੇ ਖਿੱਚਣੇ ਸ਼ੁਰੂ ਕਰਦੇ, ਪੁਲਿਸ ਪਿੱਛੇ ਹਟਣੀ ਸ਼ੁਰੂ ਹੋ ਗਈ। ਬਿਲਕੁਲ, ਹਾਂਜੀ ਜੀ। ਉੱਥੇ ਬਿਜਲੀ ਬਹਾਲ ਹੋ ਗਈ, ਉੱਥੇ ਪਾਣੀ ਵੀ ਆ ਗਿਆ, ਉੱਥੇ ਸਾਰਾ ਕੁਝ ਹੋ ਰਿਹਾ। ਵਾਹ ਜੀ, ਮਤਲਬ ਪਾਣੀ ਵੀ ਦੇਤਾ ਤੇ ਬਿਜਲੀ ਵੀ ਦੇਤੀ। ਬਿਜਲੀ ਵੀ ਆ ਗਈ, ਪਾਣੀ ਵੀ ਆ ਗਿਆ। ਤੁਸੀਂ ਵੇਖੋ ਵੀ ਪ੍ਰੈਸ਼ਰ ਦੇ ਉੱਤੇ ਨੇ। ਜੀ ਜੀ, ਜੇ ਜਿੱਥੇ ਇਹਨਾਂ ਨੂੰ ਆਪਣਾ ਪ੍ਰੈਸ਼ਰ ਜਿੱਥੇ ਇਹਨਾਂ ਦਾ ਵੱਧਦਾ ਹੈ ਉੱਥੇ ਸਹੂਲਤਾਂ ਕੱਟਣੀਆਂ ਸ਼ੁਰੂ ਕਰ ਦਿੰਦੇ ਨੇ। ਜਿਵੇਂ ਕਿ ਇੱਥੇ ਵੀ ਪੰਗਾ ਹੋਇਆ ਕੱਲ ਖਾਲਸਾ ਏਡ ਦੀ, ਇਹਨਾਂ ਨੇ ਬੱਤੀ ਬੰਦ ਕਰਤੀ। ਹਾਂਜੀ ਵੇਖਿਆ ਜੀ। ਜਦੋਂ ਦਬਾਅ ਵਧਿਆ ਮਨੀਸ਼ ਸਿਸੋਦੀਆ ਜਦੋਂ ਬੋਲਿਆ ਏ ਉਦੋਂ ਬਾਅਦ ਇਹਨਾਂ ਬਹਾਲ ਕਰਤੀ ਦੁਬਾਰਾ, ਫਿਰ ਉਹ ਲਾਈਨ ਜਿਹੜੀ ਹੈਗੀ ਇਹ ਚਾਲੂ ਕਰ ਦਿੱਤੀ। ਜੀ ਜੀ, ਤੋ ਹੁਣ ਤਾਂ ਗੱਲ ਵੀਰ ਵੀ ਹੈਗੀ ਏ, ਇਹ ਪ੍ਰੈਸ਼ਰ ਇਹਨਾਂ ਤੇ ਬਣਾ ਕੇ ਰੱਖਣਾ ਪਵੇਗਾ। ਪ੍ਰੈਸ਼ਰ ਜਿਹੜਾ ਹੈਗਾ ਇਹ ਬਿਨਾਂ ਮਨੁੱਖੀ ਸਿਰਾਂ ਤੋਂ ਪ੍ਰੈਸ਼ਰ ਨਹੀਂ ਬਣਨਾ। ਯੈਸ, ਬਿਲਕੁਲ ਬਿਲਕੁਲ ਬਿਲਕੁਲ। ਸੋ ਇੱਕ ਗੱਲ ਬੜੀ ਨਿਸ਼ਚਿਤ ਹੋ ਗਈ, ਇਹ ਗੱਲ ਪੱਕੀ ਏ ਕਿ ਇਹਨਾਂ ਦੇ ਨਾਲ ਹੁਣ ਜਿਹੜੀ ਇਹ ਲੜਾਈ ਜਿਹੜੀ ਹੈਗੀ ਉਹ ਵੱਧ ਤੋਂ ਵੱਧ ਬੰਦਾ ਇੱਥੇ ਇਕੱਤਰ ਹੋਵੇ ਤਾਂ ਕਿ ਇਹਨਾਂ ਦੇ ਪ੍ਰੈਸ਼ਰ ਬਣੇ। ਜੀ 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 ਜੀ। ਤੇ ਮਨੇ ਤੁਹਾਨੂੰ ਵੀਰ ਜੀ ਲੱਗਦਾ ਹੈ ਕਿ ਜਿਹੜਾ ਆ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਹੋਏਗਾ? ਬਿਲਕੁਲ ਲੱਗ ਰਿਹਾ ਜੀ, ਬਿਲਕੁਲ ਲੱਗ ਰਿਹਾ ਹੈ। ਮੈਂ ਬਿਲਕੁਲ ਆਸਵੰਦ ਹਾਂ ਕਿ ਹੌਲੀ ਹੌਲੀ ਹੋਏਗਾ। ਇਹ ਇੱਕੋ ਦਮ ਤਾਂ ਵੀ ਇਹ ਨਹੀਂ ਮੰਨਣ ਵਾਲਾ। ਅੱਜ ਜਿਹੜਾ ਲਗਭਗ 5 ਮਹੀਨੇ ਤੋਂ ਆਕੜਿਆ ਹੋਇਆ ਸੀਗਾ ਮੋਦੀ, ਕੱਲ ਉਹਨੇ ਇਹ ਗੱਲ ਕਹੀ ਕਿ ਮੈਂ ਇਹਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ। ਵਾਹ ਜੀ ਵਾਹ, ਅੱਛਾ ਜੀ। 5 ਮਹੀਨੇ ਤੋਂ ਜਿਹੜਾ ਬੰਦਾ ਜਿਹਦੀ ਧੌਣ ਚ ਸਰੀਆ ਏ ਉਹ 5 ਮਹੀਨੇ ਤੋਂ ਬਾਅਦ ਬੋਲਿਆ ਏ ਕੱਲ ਕਿ ਮੈਂ ਗੱਲ ਕਰਨ ਲਈ ਇਹਨਾਂ ਦੇ ਨਾਲ ਤਿਆਰ ਹਾਂ। ਜੀ, ਹੌਲੀ ਹੌਲੀ ਹੋਏਗਾ। ਜੀ 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 ਵੀਰ ਜੀ, ਜਦੋਂ ਪ੍ਰੈਸ਼ਰ ਬਣੇਗਾ ਆਪਣੇ ਆਪ ਹੋਏਗਾ। ਜੀ 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 ਜੀ। ਨਹੀਂ, ਇੱਕ ਪਾਸੇ ਵੀਰ ਜੀ, ਇੱਕ ਪਾਸੇ ਜਾ ਕੇ ਉਹ ਪਿੱਛੇ ਜੇ ਤੁਹਾਨੂੰ ਪਤਾ ਹੈ ਗੁਰਦੁਆਰਾ ਰਕਾਬਗੰਜ ਵੀ ਗਿਆ ਸੀ ਮੱਥਾ ਟੇਕਣ ਵਾਸਤੇ, ਵੀ ਸਿੱਖਾਂ ਨੂੰ ਦਿਖਾਉਣ ਵਾਸਤੇ ਵੀ ਮੈਂ ਸਿੱਖਾਂ ਦਾ ਹਮਦਰਦ ਹਾਂ, ਬੜਾ ਸਿੱਖਾਂ ਨਾਲ ਮੇਰੀ ਬੜੀ ਹਮਦਰਦੀ ਹੈ। ਤੇ ਦੂਜੇ ਪਾਸੇ ਉਹਨਾਂ ਦੇ ਹੀ ਬੰਦੇ, ਉਹਨਾਂ ਦੀ ਜਿਹੜੀ ਮੀਡੀਆ ਆ ਉਹ ਪਤਾ ਨਹੀਂ ਆਤੰਕਵਾਦੀ ਤੇ ਖਾਲਿਸਤਾਨੀ ਤੇ ਪਤਾ ਨਹੀਂ ਕਿਹੜੇ ਕਿਹੜੇ ਨਕਸਲਵਾਦੀ ਸਾਨੂੰ ਜਿਹੜੇ ਅਵਾਰਡ ਦੇ ਦਿੱਤੇ ਗਏ ਨੇ, ਸਾਨੂੰ ਰੱਬ ਜਾਣੇ ਜੀ। ਮੈਂ ਨਾ ਇੱਥੇ ਕੈਬ ਤੇ ਆਉਣਾ ਹੁੰਦਾ ਵਾ ਜੀ ਜੀ, ਤੇ ਮੈਂ ਕੈਬ ਤੇ ਆਇਆ ਤੇ ਉਹ ਬੰਦਾ ਵਿੱਚ ਨਾਲ ਇੱਕ ਹੋਰ ਹੈਗਾ ਸੀਗਾ ਆਪਣਾ ਜਿਹੜਾ ਸਫ਼ਰ ਕਰ ਰਿਹਾ ਸੀ ਮੇਰੇ ਨਾਲ ਹੀ, ਮੇਰੇ ਵਾਲੀ ਕੈਬ ਵਿੱਚ ਹੀ ਜੀ। ਉਹ ਬੰਦੇ ਸੋਨੀਪਤ ਦਾ ਸੀ, ਉਹਨੇ ਗੱਲ ਕੀਤੀ। ਉਹ ਕਹਿੰਦਾ ਜੀ ਇਹਨਾਂ ਦਾ ਤਾਂ ਇੱਕ ਪੱਕਾ ਸਿਸਟਮ ਹੈ। ਮੈਂ ਨਹੀਂ ਕਿਹਾ, ਮੇਰੇ ਤਾਂ ਵਿਚਾਰ ਹੈਗੇ ਨੇ, ਪਰ ਉਹ ਬੰਦਾ ਬੋਲਿਆ ਕਹਿੰਦਾ ਵੀ ਬੀਜੇਪੀ ਦਾ ਇੱਕ ਪੱਕਾ ਸਿਸਟਮ ਹੈ
ਜੇ ਕੋਈ ਸਰਦਾਰ ਹੈ ਪੰਜਾਬੀ ਹੈ ਉਹਨੂੰ ਕਹਿਦਾ ਇਹ ਤਾਂ ਖਾਲਿਸਤਾਨੀ ਹੈ, ਜੇ ਕੋਈ ਦੂਜਾ ਹੈ ਉਹਨੂੰ ਕਹਿ ਦੋ ਇਹ ਤਾਂ ਨਕਸਲੇਟ ਹੈ। ਹਾਂਜੀ, ਜੇ ਕੋਈ ਹਿੰਦੂ ਇਹੋ ਜਿਹੀ ਗੱਲ ਕਰਦੇ ਤੇ ਉਹਨੂੰ ਕਹਿ ਦੇਣਗੇ ਗੱਦਾਰ ਹੈ, ਗੱਦਾਰ ਹੈ। ਬਿਲਕੁਲ। ਜੇ ਕੋਈ ਮੁਹੰਮਦ ਨੇ ਉਹ ਜਿਹੀ ਗੱਲ ਕਰਦਾ ਤੇ ਉਹਨੂੰ ਇਹ ਕਹਿ ਦੇਣਗੇ ਇਹ ਤਾਂ ਪਾਕਿਸਤਾਨੀ ਹੈ, ਪਾਕਿਸਤਾਨੀ ਹੈ। ਬਿਲਕੁਲ ਬਿਲਕੁਲ, ਪਾਕਿਸਤਾਨੀ। ਤੋਂ ਇਹਨਾਂ ਦਾ ਇਹ ਸਿਸਟਮ ਹੈਗਾ, ਪੱਕਾ ਹੈਗਾ। ਇਹ ਗੱਲ ਵੇਖ ਲਓ ਵੀ ਉਹ ਹਿੰਦੂ ਭਾਈਚਾਰੇ ਚੋਂ ਬੰਦਾ ਇਹ ਗੱਲ ਬੋਲਿਆ ਮੈਨੂੰ, ਮੈਂ ਕਿਹਾ ਵਾਕਈ ਯਾਰ ਕਮਾਲ ਕਰਤੀ ਤੂੰ, ਇਹ ਬਿਲਕੁਲ ਸਹੀ ਕਿਹਾ ਹੈ। ਤੇ ਬਾਕੀ ਜਿਹੜਾ ਗੁਰਦੁਆਰਾ ਚ ਜਾਣਾ ਤੇ ਉੱਥੇ ਜਾ ਕੇ ਵੀ ਨਮਨ ਹੋਣਾ, ਇੱਕੋ ਦਮ ਹੀ ਚਲਿਆ ਗਿਆ। ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹਾਦਤ ਦੇ ਗੁਰਪੁਰਬ ਵਾਲੇ ਦਿਨ ਚਲਾ ਗਿਆ ਤੇ ਉਹਦੇ ਬਾਬਤ ਬੜੀ ਸਿੱਧੀ ਜੀ ਗੱਲ ਹੈਗੀ। ਇਹ ਆਸਾਂ ਦੀ ਵਾਰ ਗੁਰੂ ਨਾਨਕ ਸਾਹਿਬ 14ਵੇਂ ਸ਼ਲੋਕ ਕਹਿੰਦੇ ਹੀ ਨੇ, ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਏ ਸੀਸ ਨਿਵਾਇਆ ਕਿਆ ਥੀਆ ਜਾਰੇ ਦਾ ਇੱਕ ਸੁਧੇ ਜਾਏ। ਉਹ ਤਾਂ ਸਾਫ਼ ਜੀ ਗੱਲ ਹੈਗੀ ਹੈ ਵੀ ਇਹ ਜਿੰਨੇ ਵੀ ਰਾਜਨੇਤਾ ਹੁੰਦੇ ਨੇ ਜਦੋਂ ਇਹ ਧਾਰਮਿਕ ਸਥਾਨਾਂ ਤੇ ਜਾਂਦੇ ਨੇ, ਇਹਨਾਂ ਦਾ ਸਿਰਫ ਇੱਕੋ ਇੱਕ ਸਿਸਟਮ ਹੁੰਦਾ ਹੈ ਕਿ ਆਪਣਾ ਰਾਜਨੀਤਿਕ ਉੱਲੂ ਸਿੱਧਾ ਕਰਨਾ ਹੁੰਦਾ ਹੈ, ਨਾ ਕਿ ਇਹ ਕੋਈ ਆਸਥਾ ਦਾ ਕੇਂਦਰ ਜਾਣ ਕੇ ਨਹੀਂ ਜਾਂਦੇ। ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ। ਤੁਸੀਂ ਦੇਖੋ ਵੀ ਗੁਰਪੁਰਬ ਵਾਲੇ ਦਿਨ ਦਾ ਕੋਈ ਪ੍ਰੋਗਰਾਮ ਹੀ ਨਹੀਂ ਹੈਗਾ ਇਹਦਾ ਜਾਣ ਦਾ, ਬੰਗਲਾ ਸਾਹਿਬ ਜਾਣ ਦਾ ਕੋਈ ਪ੍ਰੋਗਰਾਮ ਹੀ ਨਹੀਂ ਹੈਗਾ ਸੀ। ਖੜੇ ਪੈਰੀ ਇਹਨੇ ਪ੍ਰੋਗਰਾਮ ਕਰਤਾ ਵੀ ਮੈਂ ਜਾ ਰਿਹਾ ਜੀ। ਬਿਲਕੁਲ ਬਿਲਕੁਲ। ਕਿੰਨੀ ਇਹਨੇ ਪੁਲਿਸ ਨੂੰ ਯੱਬ ਚ ਪਾਤਾ ਖੜੇ ਪੈਰੀ। ਜੀ 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 ਜੀ, ਪੀਐਮ ਨੇ ਜਾਣਾ, ਕੋਈ ਐਵੇਂ ਕਿਵੇਂ ਥੋੜਾ ਪ੍ਰੋਟੋਕੋਲ ਲਾਗੂ ਹੁੰਦਾ ਹੈ। ਸਹੀ ਗੱਲ ਹੈ, ਸਹੀ ਗੱਲ ਹੈ। ਹਾਂ, ਪ੍ਰੋਟੋਕੋਲ ਲਾਗੂ ਹੁੰਦਾ ਹੈ। ਕਿੰਨਾ ਜੱਬ ਪਾਤਾ ਵੀ ਜਿਹੜਾ ਕਿ ਕੰਮ 2-2 ਦਿਨ 3-3 ਦਿਨ ਦੀ ਤਿਆਰੀ ਨੂੰ ਚਾਹੀਦੇ ਹੁੰਦੇ ਨੇ ਤੇ ਉਹ ਉਹਨਾਂ ਨੂੰ 2-3 ਘੰਟੇ ਦੇ ਵਿੱਚ ਉਹਨਾਂ ਨੂੰ ਤਿਆਰੀ ਕਰਨੀ ਪਈ ਇਹਦੀ ਜਾਣ ਲਈ। ਜੀ 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 ਜੀ, ਬਿਲਕੁਲ। ਅਗਲੇ ਤਾਂ ਅੰਦਰੋਂ ਗਾਲਾਂ ਕੱਢਦੇ ਨੇ ਵੀ ਇਹ ਕੀ ਹੈ ਸਾਲਾ ਬੁੱਝੂ ਜਿਹਾ, ਵੀ ਇਹ ਕਿਵੇਂ ਕਰਦਾ। ਅਗਲੇ ਤਾਂ ਗਾਲਾਂ ਕੱਢਦੇ ਨੇ ਪੁਲਿਸੀਏ। ਇਹ ਬੰਦਾ ਇਹਨੂੰ ਛੱਡੋ। ਇਹ ਜਿਹੜੀਆਂ ਰਾਜਨੀਤਿਕ ਪਾਰਟੀਆਂ ਦੇ ਜਿੰਨੇ ਵੀ ਰਾਜਨੇਤਾ ਹੁੰਦੇ ਨੇ, ਜੇ ਉਹ ਗੁਰਦੁਆਰਿਆਂ ਜਾਂ ਧਾਰਮਿਕ ਸਥਾਨਾਂ ਤੇ ਜਾਂਦੇ ਨੇ, ਉਹਨਾਂ ਦਾ ਹੱਕ ਇਹੀ ਹੁੰਦਾ ਹੈ ਕਿ ਆਪਣਾ ਰਾਜਨੀਤਿਕ ਉੱਲੂ ਸਿੱਧਾ ਕਰਨਾ ਹੁੰਦਾ, ਨਾ ਕਿ ਉਹਦੀ ਕੋਈ ਆਸਥਾ ਨਹੀਂ ਹੁੰਦੀ ਉਹਨਾਂ ਦੀ ਵੀ ਆਹ ਸਾਡੀ ਆਸਥਾ ਹੈ। ਤੇ ਬਾਕੀ ਇਹ ਤਾਂ ਉਹਦਾ ਵੀ ਜਿਹੜੀ ਹੈਗੀ ਇਹ ਅਹਿਸਾਨ ਫਰਾਮੋਸ਼ ਜਮਾਤ ਹੈਗੀ ਹੈ ਬੀਜੇਪੀ ਐਂਡ ਕੰਪਨੀ, RSS ਐਂਡ ਕੰਪਨੀ, ਸੌਰੀ, ਕਿਉਂਕਿ ਬੀਜੇਪੀ ਤਾਂ ਬੜੀ ਛੋਟੀ ਜਿਹੀ ਗੱਲ ਹੈ ਵੀ RSS ਐਂਡ ਕੰਪਨੀ ਇਹ ਬੜੀ ਅਹਿਸਾਨ ਫਰਾਮੋਸ਼ ਪਾਰਟੀ ਹੈ। ਤੁਹਾਨੂੰ ਪਤਾ ਹੋਏਗਾ ਕਿ ਲਾਲ ਕ੍ਰਿਸ਼ਨ ਅਡਵਾਨੀ ਨੇ ਅੱਜ ਤੋਂ ਲਗਭਗ 20 ਸਾਲ ਪਹਿਲੇ ਜਦੋਂ ਉਹਦੀ ਤੂਤੀ ਬੋਲਦੀ ਸੀ, ਰੇਣੂ ਤਾਰ ਯਾਤਰਾ ਕੱਢੀ ਸੀ। ਹਾਂਜੀ ਹਾਂਜੀ, ਅਨੰਦਪੁਰ ਸਾਹਿਬ ਤੱਕ ਲਈ, ਬਿਲਕੁਲ, ਗਾਂਧੀ ਧਾਮ ਤੋਂ। ਉਹ ਏਦਾਂ ਗੁਰੂ ਤੇਗ ਬਹਾਦਰ ਸਾਹਿਬ ਦਾ ਤੁਸੀਂ ਰਿਣ ਲਾ ਸਕਦੇ ਹੋ? ਇਹਨਾਂ ਨੇ ਕਿਹਾ ਸੀ ਵੀ ਇਹ ਰਿਣ ਤਾਰ ਯਾਤਰਾ ਹੈ, ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਰਿਣ ਲਾ ਦਿੱਤਾ। ਏਦਾਂ ਰਿਣ ਲਾਇਆ ਜਾ ਸਕਦਾ ਹੈ? ਸਵਾਲ ਹੀ ਨਹੀਂ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਸ਼ਹਾਦਤ ਦਿੱਤੀ, ਜਾਨ ਤੋਂ ਵੱਧ ਪਿਆਰੇ ਸਿੱਖਾਂ ਦੀ ਸ਼ਹਾਦਤ ਉਹਨਾਂ ਦੇ ਸਾਹਮਣੇ ਹੋਈ। ਉਹ ਕਾਰਨ ਕੀ ਸੀਗਾ? ਸਿੱਖ ਏਦਾਂ ਕੋ ਕੇ ਮਾਰਾਂਗੇ ਤੇ ਗੁਰੂ ਦਾ ਡੋਲਿਆ ਲਓ। ਪਰ ਉਹਨਾਂ ਨੂੰ ਇਹ ਥੋੜਾ ਨਾ ਪਤਾ ਸੀਗਾ ਵੀ ਜਿਹੜੇ ਸਿੱਖ ਇੰਨੇ ਪਾਵਰਫੁਲ ਨੇ ਉਹਨਾਂ ਦਾ ਗੁਰੂ ਕਿੰਨਾ ਕੁ ਅਡੋਲ ਹੋਏਗਾ। ਜਿਹੜੇ ਸਿੱਖ ਇੰਨੇ ਅਡੋਲ ਨੇ, ਬਿਲਕੁਲ ਬਿਲਕੁਲ ਬਿਲਕੁਲ, ਜਿਸ ਗੁਰੂ ਦੇ ਸਿੱਖ ਇੰਨੇ ਅਡੋਲ ਨੇ, ਉਬਲਦੀਆਂ ਦੇਗਾਂ ਵਿੱਚ ਉਬਲਦਾ ਪਿਆ ਏ ਤੇ ਆਪਣਾ ਉਹਦੇ ਗੁਣ ਗਾਉਂਦਾ ਪਿਆ, ਰੱਬ ਦੇ ਗੁਣ ਗਾਉਂਦਾ ਏ। ਆਰੇ ਨਾਲ ਦੁਫਾੜ ਰੱਬ ਦੇ ਗੁਣ ਗਾਉਂਦਾ, ਰੂਹ ਚ ਲਪੇਟ ਕੇ ਸਾੜਿਆ ਜਾਂਦਾ, ਰੱਬ ਦੇ ਗੁਣ ਗਾਉਂਦਾ ਏ। ਉਹ ਗੁਰੂ ਕਿੰਨਾ ਅਡੋਲ ਹੋਏਗਾ, ਇਸ ਗੱਲ ਦਾ ਉਹਨਾਂ ਨੂੰ ਪਤਾ ਨਹੀਂ ਸੀਗਾ। ਬਿਲਕੁਲ 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 ਬਿਲਕੁਲ। ਤੋ ਇਹ ਬੇਵਕੂਫ ਲੋਕ ਉੱਥੋਂ ਦੀ ਯਾਤਰਾ ਕੱਢ ਕੇ ਲੈ ਕੇ ਜਾਂਦੇ ਨੇ, ਰਿਣ ਉਤਾਰ ਯਾਤਰਾ। ਕਿੰਨੀ ਆਸਾਨ ਫਰਾਮੋਸ਼ੀ ਹੈ ਯਾਰ, ਕਿੰਨੀ ਆਸਾਨ ਫਰਾਮੋਸ਼ੀ ਹੈ। ਜੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਨਾਲ ਨਾ ਹੁੰਦੇ ਤੇ ਇਸ ਮੁਲਕ ਦੇ ਵਿੱਚ ਅਲੀ ਦੇ ਜਕਾਰੇ ਗੂੰਜਣੇ ਸੀ। ਇਹ ਜੈ ਮਾਤਾ ਜੀ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ ਦੇ ਜਕਾਰੇ ਨਹੀਂ ਸੀ ਗੂੰਜਣੇ। ਇੱਥੇ ਮੰਦਰਾਂ ਚ ਟੱਲ ਨਹੀਂ ਸੀ ਖੜਕਣੇ। ਬਿਲਕੁਲ ਬਿਲਕੁਲ। ਇੱਥੇ ਬੋਧੀ ਧੋਤੀ ਵਿਖਾਈ ਨਹੀਂ ਸੀ ਦੇਣੀਆਂ ਨਾ। ਬਿਲਕੁਲ, ਇੱਥੇ ਅਲੀ ਹੋਣਾ ਸੀਗਾ। ਇਹ ਤਾਂ ਆਸਾਨ ਫਰਾਮੋਸ਼ ਪਾਰਟੀ, ਸ਼ੁਰੂ ਤੋਂ ਹੀ ਆਸਾਨ ਫਰਾਮੋਸ਼ ਪਾਰਟੀ ਹੈ। ਜੀ ਜੀ ਜੀ, ਚਲੋ ਖੈਰ, ਗੁਰੂ ਬਖਸ਼ਿਸ਼ ਕਰੇ, ਇਹਨਾਂ ਨੂੰ ਸਮੱਤ ਆਵੇ। ਅਸੀਂ ਤੇ ਇਹੀ ਅਰਦਾਸ ਕਰਦੇ ਹਾਂ ਵੀਰ ਜੀ ਕਿ ਇਹਨਾਂ ਨੂੰ ਸਮੱਤ ਆਵੇ। ਔਰ ਸਾਡੇ ਕਿਸਾਨ ਵੀਰ ਜਿਹੜੇ ਇੰਨੇ 2 ਮਹੀਨੇ ਤੋਂ ਵੱਧ ਉੱਥੇ ਅੱਜ ਬੈਠੇ ਹੋਏ ਨੇ, 150 ਤੋਂ ਵੱਧ ਕਿਸਾਨ ਵੀਰ ਜਿਹੜੇ ਸ਼ਹਾਦਤ ਦਾ ਜਾਮ ਪੀ ਚੁੱਕੇ ਨੇ, ਤੇ ਗੁਰੂ ਰਹਿਮਤ ਕਰੇ, ਬਖਸ਼ਿਸ਼ ਕਰੇ ਕਿ ਇਹਨਾਂ ਨੂੰ ਸਮੱਤ ਆਵੇ ਤੇ ਇਹ 3 ਕਾਲੇ ਕਾਨੂੰਨ ਜਿਹੜੇ ਨੇ ਵਾਪਸ ਲੈਣ ਤੇ ਖੁਸ਼ੀ ਜਿਹੜੇ ਕਿਸਾਨ ਉੱਤੇ ਬੈਠੇ ਨੇ ਉਹ ਆਪਣੇ ਘਰ ਵਾਪਸ ਜਾਣ। ਤੇ ਅਖੀਰ ਦੇ ਵਿੱਚ ਵੀਰ ਜੀ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ, ਫਿਰ ਆਪਾਂ ਸਮਾਪਤੀ ਵੱਲ ਵਧੀਏ? ਹਾਂਜੀ।
ਮੈਂ ਜੀ ਸਾਰਿਆਂ ਨੂੰ ਇੱਕੋ ਇੱਕ ਮੇਰੀ ਅਪੀਲ ਹੈਗੀ ਏ ਜੀ ਕਿ ਜਿੰਨੇ ਵੀ ਇਹ ਜਿਹੜੇ ਬਾਰਡਰ ਹੈਗੇ ਨੇ, ਜਿੱਥੇ ਵੀ ਸੰਗਤਾਂ ਬੈਠੀਆਂ ਨੇ, ਹਾਂਜੀ, ਵੱਧ ਤੋਂ ਵੱਧ ਮਨੁੱਖੀ ਸਿਰਾਂ ਦਾ ਹੜ੍ਹ ਲਿਆਓ, ਉੱਥੇ ਪਹੁੰਚੋ, ਆਪਣੇ ਕਿਸਾਨ ਭਰਾਵਾਂ ਦੀ ਮਦਦ ਲਈ ਪਹੁੰਚੋ। ਮੈਂ ਅੱਜ ਇੱਥੇ ਥੋੜਾ ਜਿਹਾ, ਭਾਵੇਂ ਮੇਰੀ ਸਿਹਤ ਥੋੜੀ ਜਿਹੀ ਖਰਾਬ ਹੋ ਗਈ ਹੈ, ਠੰਡ ਵੀ ਲੱਗ ਗਈ ਮੈਨੂੰ, ਅੱਜ ਜ਼ੁਕਾਮ ਜਿਹਾ ਲੱਗ ਗਿਆ, ਤੇ ਮੈਂ ਇਸ ਗੱਲੋਂ ਹੈਰਾਨ ਹੁੰਦਾ ਵਾ ਬਈ ਮੈਂ ਤਾਂ ਇੱਥੇ 2-3 ਦਿਨ ਵਾਸਤੇ ਆਉਣਾ ਵਾ ਤੇ ਮੈਨੂੰ ਅੱਜ ਮਾੜਾ ਜਿਹਾ ਕਿਤੇ ਹਵਾਬਾਜੀ ਲੱਗ ਗਈ ਤੇ ਠੰਡ ਲੱਗ ਗਈ ਹੈ, ਜ਼ੁਕਾਮ ਲੱਗ ਗਿਆ। ਧੰਨ ਨੇ ਇਹ ਬਜ਼ੁਰਗ, ਮੈਂ ਤਾਂ ਵੇਖ ਲੋਹੇ ਲਾਖੇ ਨੇ ਇਹ ਲੋਕ, ਕਿਵੇਂ ਬੈਠੇ ਨੇ ਠੰਡ ਦੇ ਵਿੱਚ, ਕਿਵੇਂ ਠੰਡੇ ਪਾਣੀ ਨਾਲ ਨਹਾ ਲੈਂਦੇ ਨੇ। ਕਿੰਨਾ ਔਖਾ ਰਹਿਣਾ ਸਹਿਣਾ ਏ, ਕਹਿਣਾ ਬੜਾ ਸੌਖਾ ਏ, ਉਹਨੂੰ ਫੇਸ ਕਰਨਾ ਬੜਾ ਮੁਸ਼ਕਲ ਏ। ਬਿਲਕੁਲ ਸੱਚਾਈ ਹੈ। ਇੱਥੇ ਮੈਂ ਆਉਣਾ ਜ਼ਰੂਰ ਹਾਂ, ਮੈਂ 2 ਰਾਤਾਂ ਪੂਰੀ ਤਰ੍ਹਾਂ ਸੋ ਨਹੀਂ ਪਾਉਂਦਾ, ਪੂਰੀ ਨੀਂਦ ਨਹੀਂ ਲੈ ਪਾਉਂਦਾ। ਜੇ ਮੈਂ ਇੱਥੇ 2 ਰਾਤਾਂ ਲਾ ਕੇ ਜਾਂਦਾ ਨਾ, ਪੂਰੀ ਨੀਂਦ ਨਹੀਂ ਲੈ ਪਾਉਂਦਾ। ਤੀਜੀ ਰਾਤ ਨੂੰ ਮੈਂ ਐ ਸੋਨਾ, ਮੈਨੂੰ ਪਤਾ ਹੀ ਨਹੀਂ ਹੁੰਦਾ ਕਿੱਥੇ ਪਿਆ ਵਾਂ, ਕਿਉਂਕਿ ਤਕਰੀਬਨ 2 ਰਾਤਾਂ ਪਹਿਲਾਂ ਉਹ ਨੀਂਦਰੀਆਂ ਹੁੰਦੀਆਂ ਨੇ। ਤੇ ਮੈਂ ਜਦੋਂ ਘਰ ਜਾ ਕੇ ਸੋ ਕੇ ਜਦੋਂ ਤੀਜੀ ਰਾਤ ਨੂੰ ਉੱਠਦਾ ਨਾ, ਮੈਂ ਕਹਿੰਦਾ ਯਾਰ ਵਾਰੇ ਜਾਈਏ ਇਹਨਾਂ ਬੰਦਿਆਂ ਤੋਂ, ਵੀ ਲੋਹੇ ਦੇ ਹੀ ਬਣੇ ਨੇ। ਦੇਖੋ ਆਪਣੇ ਹੱਕਾਂ ਲਈ ਕਿਵੇਂ ਲੜਾਈ ਲੜਦੇ ਪਏ ਨੇ। ਵਾਹ ਕਿਆ ਬਾਤ। ਤੇ ਮੇਰੀ ਸਾਰਿਆਂ ਲਈ ਇੱਕ ਅਪੀਲ ਹੈ, ਇੱਕ ਬੇਨਤੀ ਹੈ, 2 ਹੱਥ ਜੋੜ ਕੇ ਵੀ ਵੱਧ ਤੋਂ ਵੱਧ ਜਿਹੜੇ ਵੀ ਜਿੱਥੇ ਵੀ ਕਿਸੇ ਨੂੰ ਬਾਰਡਰ ਨੇੜੇ ਲੱਗਦਾ ਹੈ, ਜਿਹੜਾ ਵੀ ਬਾਰਡਰ ਨੇੜੇ ਲੱਗਦਾ ਹੈ, ਆਪਣੇ ਕਿਸਾਨ ਭਰਾਵਾਂ ਦੀ ਜਿਹੜੀ ਮਦਦ ਕਰੋ। ਇਹਨਾਂ ਦੀ ਮਦਦ ਕੀਤੀ ਤੇ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਹੀ ਮਿਲਣੀਆਂ ਨੇ। ਸਤਿਗੁਰ ਕੀ ਸੇਵਾ ਗਾਖੜੀ ਫਿਰ ਦੀਜੇ ਆਪ ਗਵਾਏ, ਜਾਂ ਫਿਰ ਸੱਚੇ ਪਾਤਸ਼ਾਹ ਕਹਿੰਦੇ ਸਤਿਗੁਰ ਕੀ ਸੇਵਾ ਚਾਕਰੀ ਸੁਖੀ ਹੂੰ ਸੁਖਦਾਰ, ਇੱਥੇ ਮਿਲਣ ਵਡਿਆਈਆਂ ਦਰਗਾਹ ਮੁਖ ਦੁਆਰ। ਉਸ ਅੰਦਰ ਜਿਹੜਾ ਅੰਦਰ ਰਾਜਾ ਤਖਤਾ ਹੈ, ਮੈਂ ਸੱਚਾ ਕਰੇ ਨੇ ਆਓ, ਉਹਦੇ ਦਰ ਦੇ ਉੱਤੇ ਤੁਹਾਡਾ ਮੁੱਖ ਉਜਲਾ ਹੋਵੇ। ਸੋ ਮੈਂ ਹੀ ਬੇਨਤੀ ਕਰਾਂਗਾ ਬਹੁਤ ਵੀਰ ਜੀ ਤੁਹਾਡਾ ਧੰਨਵਾਦ। ਚਾਕਰ ਸਾਹਿਬ ਤੁਸੀਂ ਜਿਹੜਾ ਟਾਈਮ ਦਿੱਤਾ ਉਹਦਾ ਤੁਹਾਡਾ ਧੰਨਵਾਦ। ਤੇ ਆਪਾਂ ਸਰੋਤਿਆਂ ਨੂੰ ਵੀ ਕਵਾਂਗੇ ਕਿ ਬਿਲਕੁਲ ਵੱਧ ਤੋਂ ਵੱਧ ਉੱਧਰ ਪਹੁੰਚੋ ਤਾਂ ਕਿ ਜਿਹੜਾ ਆ ਇਹ ਕਿਸਾਨੀ ਅੰਦੋਲਨ ਹੋਰ ਮਜ਼ਬੂਤ ਹੋ ਸਕੇ। ਸੋ ਵੀਰ ਜੀ ਤੁਹਾਡਾ ਬਹੁਤ ਧੰਨਵਾਦ, ਸਾਰੀ ਟੀਮ ਦਾ ਧੰਨਵਾਦ। ਆਪ ਜੀ ਦਾ ਧੰਨਵਾਦ। ਸ਼ਮਸ਼ੇਰ ਸਿੰਘ ਬ੍ਰਹਮਪੁਰਾ, ਸੁਖਵਿੰਦਰ ਸਿੰਘ ਜੀ ਦਦੇਰ, ਚਾਕਰ ਸਾਹਿਬ ਤੁਸੀਂ, ਔਰ ਬਾਕੀ ਜਿਹੜੀ ਵੀ ਟੀਮ ਤੁਹਾਡੇ ਨਾਲ ਕੰਮ ਕਰ ਰਹੀ ਹੈ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਖਾਸ ਕਰਕੇ, ਸਾਰਿਆਂ ਨੂੰ ਮੇਰਾ ਸੈਲੂਟ ਆ ਕਿ ਬਹੁਤ ਵਧੀਆ ਕੰਮ ਕਰ ਰਹੇ ਆ। ਸੋ ਇਹਨਾਂ ਕਹਿੰਦਾ ਹੋਇਆ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਤੁਸੀਂ ਸੁਣਿਆ ਸੁਖਵਿੰਦਰ ਸਿੰਘ ਜੀ ਦਦੇਰ, ਸ਼ਮਸ਼ੇਰ ਸਿੰਘ ਬ੍ਰਹਮਪੁਰਾ ਤੇ ਚਾਕਰ ਸਾਹਿਬ, ਜਿਹੜਾ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵੱਲੋਂ ਉੱਥੇ ਸਟਾਲ ਲਾਇਆ ਹੋਇਆ ਹੈ। ਬੜੀ ਬਾਕਮਾਲ ਗੱਲਾਂ ਉਹਨਾਂ ਨੇ ਕੀਤੀਆਂ, ਬਰੀਕ ਗੱਲਾਂ ਕੀਤੀਆਂ। ਸਮਝਣ ਦੀ ਲੋੜ ਹੈ, ਸਾਨੂੰ ਫੇਸਬੁੱਕੀ ਵਿਦਵਾਨ ਬਣਨ ਦੀ ਲੋੜ ਨਹੀਂ, ਬਹੁਤਾ ਸਿਆਣਾ ਬਣਨ ਦੀ ਲੋੜ ਨਹੀਂ। ਅਸੀਂ ਜਿਹੜਾ ਮੇਨ ਸਾਡਾ ਜਿਹੜਾ ਏਜੰਡਾ ਆ ਉਹ ਹੈ 3 ਕਾਲੇ ਕਾਨੂੰਨ ਨੂੰ ਵਾਪਸ ਹੋਣ, ਤੇ ਕਿਸਾਨ ਜਿਹੜੇ ਉੱਥੇ ਬੈਠੇ ਨੇ 2 ਮਹੀਨੇ ਤੋਂ ਵੱਧ ਹੋ ਗਿਆ, ਉਹ ਆਪਣੇ ਘਰੇ ਖੁਸ਼ੀ ਜਾਣ। ਤੇ ਜਿਹੜਾ ਇਹ ਮਾਹੌਲ ਹੈ, ਇਸ ਮਾਹੌਲ ਦੇ ਵਿੱਚ ਚਾਕਰ ਸਾਹਿਬ ਨੇ ਬੇਨਤੀ ਕੀਤੀ ਹੈ ਵੀ ਵੱਧ ਤੋਂ ਵੱਧ ਸੰਗਤ ਜਿਹੜੀ ਆ ਉੱਥੇ ਕੂਚ ਕਰੇ, ਪਹੁੰਚੇ, ਤਾਂ ਕਿ ਕਿਸਾਨੀ ਅੰਦੋਲਨ ਹੋਰ ਮਜ਼ਬੂਤ ਹੋ ਸਕੇ। ਸੋ ਇਹਨਾਂ ਕਹਿੰਦਾ ਹੋਇਆ ਫਿਰ ਅਗਲੀ ਵਾਰ ਕਿਸੇ ਨਾ ਕਿਸੇ ਵਿਦਵਾਨ ਨਾਲ, ਸੱਜਣ ਮਿੱਤਰ ਨਾਲ ਆਪਾਂ ਗੱਲਬਾਤ ਜ਼ਰੂਰ ਕਰਾਂਗੇ। ਤੇ ਆਪਾਂ ਤੁਹਾਨੂੰ ਸੋਸ਼ਲ ਮੀਡੀਆ ਦੇ ਰਾਹੀਂ ਦੱਸ ਦੇਵਾਂਗੇ ਕਿ ਅਗਲੇ ਗੈਸਟ ਸਾਡੇ ਕੌਣ ਹੋਣਗੇ, ਕੀ ਵਿਸ਼ੇ 'ਤੇ ਗੱਲਬਾਤ ਹੋਣੀ ਹੈ। ਸੋ ਇਹ ਤੁਹਾਨੂੰ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਜਾਣਕਾਰੀ ਦੇ ਦਿੱਤੀ ਜਾਏਗੀ। ਸੋ ਇਹਨਾਂ ਕਹਿੰਦਾ ਹੋਇਆ ਖਿਮਾ ਦਾ ਜਾਚਕਾਂ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ